ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਹੈ ਜੀ ਇਹ ਪ੍ਰਾਈਮ ਫੋਕਸ, ਜਿਹਦੇ 'ਚ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਨਾਲ ਪਰਮਵੀਰ ਸਿੰਘ ਬਾਠ ਹੋਰੀ ਬਹਿ ਕੇ ਗੱਪਸ਼ਪ ਕਰਦੇ ਹਾਂ ਇਸ ਵਕਤ। ਕਿਉਂਕਿ ਬਾਠ ਸਾਹਿਬ ਥੋੜ੍ਹੇ ਜਿਹੇ ਹਟਵੇਂ ਬੈਠੇ ਆ, ਇਸ ਕਰਕੇ ਸਾਨੂੰ ਥੋੜ੍ਹੀ ਜਿਹੀ ਤਾਰ ਪਾ ਕੇ ਗੱਲਬਾਤ ਕਰਨੀ ਪੈਂਦੀ ਆ। ਅੱਜ ਵੀ ਫਿਰ ਤਾਰ 'ਤੇ ਜੋੜੀ ਆ ਤੇ ਪਤਾ ਕਰ ਲੈਂਦੇ ਹਾਂ ਕਿੱਥੇ ਬੈਠੇ ਆ ਇਸ ਵਕਤ, ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਬੈਠਾ ਤਾਂ ਕਿੱਥੇ ਆ, ਦੇਖੋ ਸਵੇਰੇ 6:30 ਵਜੇ ਉੱਠ ਕੇ ਪ੍ਰਾਈਮ ਏਸ਼ੀਆ ਟੀਵੀ ਦਾ ਪ੍ਰੋਗਰਾਮ ਕਰਨ ਗਿਆ ਸੀ, ਇਸ ਕਰਕੇ ਮੈਂ ਝੱਗਾ ਵੀ ਅੱਜ ਪ੍ਰਾਈਮ ਏਸ਼ੀਆ ਟੀਵੀ ਵਾਲਾ ਹੀ ਪਾਇਆ। ਮੈਂ ਕਿਹਾ ਫਿਰ ਕਹਿੰਦੇ ਸੀ ਟੈਕਨੀਕਲ ਟੀਮ ਵਾਲੇ ਬੰਦੇ ਕਿ ਇਹਨੂੰ ਸਲੀਆਂ ਪਈਆਂ ਜੀ ਇੱਦਾਂ ਜੀ। ਮੈਂ ਕਿਹਾ ਭਾਈ ਹੁਣ ਜੇ ਕੰਮ ਨੂੰ ਭੇਜੋਗੇ, ਜਿਹੜਾ ਬੰਦਾ ਖੇਤ ਗਿਆ ਹੋਊਗਾ ਝੋਨਾ ਦੇਖਣਾ, ਮਾੜਾ ਮੋਟਾ ਤਾਂ ਛਿੱਟਾ ਛੁੱਟਾ ਕੋਈ ਨਾ ਕੋਈ ਗਾਰੇ ਦਾ ਪਊਗਾ ਹੀ ਨਾ। ਨਹੀਂ, ਇਹ ਗੱਲ ਹੈ ਜੀ। ਵੇਖੋ ਕਾਰਨ ਹੈ, ਮਿਹਨਤੀ ਬੰਦੇ ਆ ਤੁਸੀਂ ਬਾਠ ਸਾਹਿਬ, ਤੁਹਾਡੀ ਬਹੁਤ ਲੋੜ ਹੈ ਅਦਾਰੇ ਨੂੰ। ਅਸੀਂ ਤੁਹਾਡੇ ਇਸ ਐਫਰਟ ਨੂੰ ਲੈ ਦੱਸ ਹੱਦ ਹੋ ਗਈ। ਹੁਣ ਬੰਦਾ ਇੱਦਾਂ ਕਰਨ ਲੱਗ ਪਿਆ ਕਹਿੰਦਾ ਨਹੀਂ ਇੱਦਾਂ ਨਾ ਕਹੋ ਤੁਸੀਂ, ਇੱਦਾਂ ਕਹੋ ਝੋਨਾ ਝਾੜਨ ਤੱਕ ਤੁਹਾਡੀ ਬਹੁਤ ਲੋੜ, ਮੰਡੀ ਨੂੰ ਅਸੀਂ ਆਪੇ ਲੈ ਜਾਣਾ। ਨਹੀਂ ਇੱਦਾਂ ਨਹੀਂ, ਝੋਨਾ ਝਾੜ ਕੇ ਉਦੋਂ ਬਾਅਦ ਮੁੜ ਕੇ ਨੌਕਰਾਂ ਨਾਕਰਾਂ ਵੀ ਗੜਾਵਾਂਗੇ, ਫੇਰ ਗਾਂ ਕਣਕ ਬੀਜਣੀ ਹੈ, ਕੰਮ ਬਹੁਤ ਨੇ। ਠੀਕ ਹੈ ਜੀ, ਠੀਕ ਹੈ ਮਹਾਰਾਜ। ਅੱਛਾ, ਗੱਲ ਇਹ ਆ ਕਿ ਵੀ ਹਾਂਜੀ ਨਹੀਂ ਸ਼ੁਰੂ ਕਰੋ, ਕੀ ਕੁਝ ਕਰਨ ਲੱਗੇ? ਮੈਂ ਬੇਨਤੀ ਕਰਨ ਲੱਗਿਆ ਸੀ ਇੱਕ, ਆਪਾਂ ਗੱਲ ਹੜ ਦੀ ਭਾਵੇਂ ਅੰਤ ਦੇ ਵਿੱਚ ਕਰ ਲਿਓ, ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਨਾ ਸੰਧਾਲੀਆ ਸਾਹਿਬ ਬੜੇ ਸੁੱਖ ਦੇ ਸੁਨੇਹੇ ਆਏ। ਜਣੀ ਜਦੋਂ ਇਦਾਂ ਦੀਆਂ ਖਬਰਾਂ, ਇਦਾਂ ਦੀਆਂ ਵੀਡੀਓਜ਼, ਇਦਾਂ ਦੀਆਂ ਫੋਟੋ ਆਉਂਦੀਆਂ, ਜਾਣਕਾਰੀਆਂ ਆਉਂਦੀਆਂ ਨਾ, ਤਾਂ ਜੀ ਕਰਦਾ ਹੁੰਦਾ ਤੁਹਾਡੀਆਂ ਗਲਤੀਆਂ ਵੀ ਸੰਧਾਲੀਆ ਸਾਹਿਬ ਮੈਂ ਮਾਫ ਕਰ ਦਿਆਂ, ਤੁਹਾਨੂੰ ਕੱਖ ਨਾ ਕਹਾਂ 2-3 ਦਿਨ, ਜਾਣੀ ਤੁਸੀਂ ਜੋ ਮਰਜ਼ੀ ਕਰਦੇ ਰਹੋ। ਤੁਸੀਂ ਦੇਖੋ ਗਲਤੀਆਂ ਕਰਨ ਨੂੰ ਮੈਂ ਦੱਸੋ ਕੀ ਵੀ ਕੱਚ ਦਾ ਗਲਾਸ ਤੋੜਿਆ ਵੀ ਮੈਂ ਕੀ ਤੁਹਾਡਾ ਕਿ ਠੰਡਾ ਚੱਕ ਕੇ ਪੀ ਗਿਆ ਫਰਿੱਜ ਦੇ ਵਿੱਚੋਂ ਬਿਨਾਂ ਪੁੱਛਿਆ। ਉਹ ਤੇ ਗੱਲ ਆ। ਹੁਣ ਸੰਧਾਲੀਆ ਸਾਹਿਬ ਹੋਇਆ ਕੀ ਕਿ ਤੁਸੀਂ ਇਹ ਦੇਖੋ ਕਿ ਢੁੱਡੀ ਕੇ ਪਿੰਡ ਹੈ ਮੇਰਾ, ਉਸ ਪਿੰਡ ਦੇ ਨਾਲ ਵਾਹ ਬੜਾ ਰਹਿੰਦਾ, ਉਸ ਪਿੰਡ ਦੇ ਵਿੱਚ ਮਿੱਤਰ ਵੀ ਹੈਗੇ ਆ, ਉਸ ਪਿੰਡ ਦਾ ਇਤਿਹਾਸਕ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਯੋਗਦਾਨ ਵੀ ਬਹੁਤ ਜ਼ਿਆਦਾ। ਪਿੱਛੇ ਜਦੋਂ ਭਾਰਤ ਗਿਆ ਸੀ ਮੈਂ ਇੰਡੀਆ, ਤੇ ਉਦੋਂ ਪੰਜਾਬ ਦੇ ਵਿੱਚ ਢੁੱਡੀ ਕੇ ਪਿੰਡ ਦੇਖਣ ਗਿਆ। ਐਸਟ੍ਰੋਟਰਫ ਲੱਗੀ ਸੀ ਸਰਕਾਰੀ ਕਾਲਜ ਦੇ ਪਿਛਲੇ ਪਾਸੇ, ਉੱਥੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲਿਆਂ ਨੂੰ ਯਾਦ ਕਰਨ ਦੇ ਲਈ ਬਹੁਤ ਸਾਰੀਆਂ ਥਾਵਾਂ ਬਣਾਈਆਂ ਗਈਆਂ, ਉਧਰਲੇ ਪਾਸੇ ਵੀ ਵੇਖਣ ਗਿਆ। ਹੁਣ ਉਸ ਢੁੱਡੀ ਕੇ ਪਿੰਡ ਦੇ ਵਿੱਚੋਂ ਇੱਕ ਵੀਡੀਓ ਬਣ ਕੇ ਆਉਂਦੀ ਹੈ ਕਿ ਨੌਜਵਾਨ ਪੱਠੇ ਵੱਢ ਰਹੇ ਆ। ਹੁਣ ਕੋਈ ਬੰਦਾ ਪ੍ਰਾਈਮ ਏਸ਼ੀਆ ਟੀਵੀ ਦਾ ਪਰਿਵਾਰ ਦਾ ਮੈਂਬਰ ਆਖੂਗਾ ਕਿ ਪੱਠੇ ਵੱਢ ਰਹੇ, ਤਾਂ ਇਹਦੇ ਵਿੱਚ ਕਿੱਡੀ ਕੁ ਵੱਡੀ ਗੱਲ ਹੈ। ਪੱਠੇ ਤਾਂ ਸਾਰਾ ਪੰਜਾਬ ਵੱਢਦਾ, ਸਾਰੀ ਦੁਨੀਆ ਦੇ ਵਿੱਚ ਪੱਠੇ ਵੱਢੇ ਜਾਂਦੇ ਆ। ਹੋਰ ਕੋਈ ਆਖੂ ਯਾਰ ਮੈਂ ਵੀ ਪੱਠੇ ਵੱਢੇ, ਤੂੰ ਵੀ ਪੱਠੇ ਵੱਢੇ, ਸਾਰੇ ਕਹਿਣਗੇ ਤੁਸੀਂ ਵੀ ਕਹਿਣਾ ਮੈਂ ਪੱਠੇ ਵੱਢੇ, ਪਰ ਨਹੀਂ। ਉੱਥੇ ਜਿੱਥੇ ਪੱਠੇ ਵੱਢੇ ਜਾ ਰਹੇ ਸੀ ਨਾ, ਉਹ ਸੰਧਾਲੀਆ ਸਾਹਿਬ ਹੋਇਆ ਕੀ ਕਿ ਜਦੋਂ ਪਿੰਡ ਦੇ ਲੋਕਾਂ ਵੇਖਿਆ ਢੁੱਡੀਕੇ ਵਾਲੇ ਨੌਜਵਾਨਾਂ ਨੇ ਕਿ ਭਾਈ ਔਖਾ ਹੋ ਗਿਆ, ਹੜ੍ਹ ਆਏ ਪਏ ਆ, ਪਸ਼ੂ ਬੇਜ਼ੁਬਾਨ ਨੇ, ਭੁੱਖੇ ਮਰਦੇ ਪਏ ਆ, ਉਹਨਾਂ ਨੂੰ ਪੱਠਿਆਂ ਦੀ ਲੋੜ ਬਹੁਤ ਹੈ। ਉਸੇ ਵੇਲੇ ਪਿੰਡ ਦੇ ਲੋਕ, ਪਿੰਡ ਦੇ ਨੌਜਵਾਨ ਇਕੱਠੇ ਹੁੰਦੇ ਆ ਤੇ ਉਸੇ ਵੇਲੇ ਆਲੇ ਦੁਆਲੇ WhatsApp ਗਰੁੱਪਾਂ ਦੇ ਵਿੱਚ ਮੈਸੇਜ ਕਰਦੇ ਆ ਕਿ ਭਾਈ ਆਪੋ ਆਪਣੇ ਖੇਤਾਂ ਦੇ ਵਿੱਚ ਜਿਹੜੇ ਕਿਆਰਿਆਂ 'ਚ ਪੱਠੇ ਖੜੇ ਆ ਨਾ, ਦੱਸੋ ਕੋਈ ਮਰਲਾ, 2 ਮਰਲੇ, ਕੋਈ 5 ਮਰਲੇ, ਕੋਈ 10 ਮਰਲੇ, ਜਿੰਨੀ ਕਿਸੇ ਦੀ ਹੈਸੀਅਤ ਹੈਗੀ ਆ, ਜਿੰਨੇ ਕਿਸੇ ਕੋਲੇ ਪੱਠੇ ਨੇ, ਤੁਸੀਂ ਦਾਨ ਕਰੋ ਪੱਠੇ, ਖੇਤਾਂ ਦੇ ਵਿੱਚ ਖੜੇ ਪੱਠੇ। ਸੋ ਕੁਝ ਕੁ ਲੋਕ ਅੱਗੇ ਆਏ, ਉਹਨਾਂ ਨੇ ਕਿਹਾ ਜੀ ਮੇਰੇ ਪਿੰਡ ਦੇ ਵਿੱਚ, ਆਪਣੇ ਪਿੰਡ 'ਚ ਢੁੱਡੀਕਿਆਂ ਦੇ ਵਿੱਚ ਆ ਮੇਰੇ ਕੋਲ ਇੰਨੇ ਕੁ ਪੱਠੇ ਹੈਗੇ ਆ, 2 ਕਿਆਰੇ ਵੱਢ ਲਓ। ਫਿਰ ਉਹਦੇ ਤੋਂ ਬਾਅਦ ਨੌਜਵਾਨਾਂ ਦੀ ਲੋੜ ਪਈ ਵੀ ਪੱਠੇ ਵੱਢਣੇ ਆ। ਹੁਣ ਵੀਡੀਓ ਬਣਾਈ ਗਈ ਕਿ ਨੌਜਵਾਨ 10 ਕੁ ਇਸ ਕਿਆਰੇ 'ਚ ਲੱਗੇ ਆ, 10 ਕੁ ਉਸ ਕਿਆਰੇ ਦੇ ਵਿੱਚ ਲੱਗੇ ਆ, ਪੱਠੇ ਵੱਢ ਕੇ ਜਿਹੜਾ ਢੇਰ ਲਾਈ ਜਾਂਦੇ, ਲੰਮੇ ਪੱਠੇ 10-10 ਫੁੱਟ ਉੱਚੇ। ਤੇ ਜਦੋਂ ਉਹ ਪੱਠਿਆਂ ਦੇ ਢੇਰ ਲਾਈ ਜਾਂਦੇ ਆ ਤੇ ਉੱਥੋਂ ਫਿਰ ਇੱਕ ਬੰਦਾ ਸੁਨੇਹਾ ਦਿੰਦਾ, WhatsApp ਦੇ ਉੱਤੇ ਮੈਸੇਜ ਕਰਦਾ, ਸੋਸ਼ਲ ਮੀਡੀਆ ਤੇ ਪਾਉਂਦਾ ਕਿ ਭਾਈ ਇਸ ਪਿੰਡ ਦੇ ਬੰਦੇ ਨੇ ਵੀ ਪੱਠੇ ਦੇ ਦਿੱਤੇ, ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਦੇ ਖੇਤ ਦੇ ਵਿੱਚੋਂ ਵੀ ਆਪਾਂ ਪੱਠੇ ਵੱਢਣੇ ਆ, ਜਿੰਨੀ ਛੇਤੀ ਹੋ ਸਕਦਾ ਨੌਜਵਾਨ ਆਓ ਆਪਾਂ ਪੱਠੇ ਵੱਢ ਕੇ ਹੜ੍ਹ ਪੀੜਤ ਇਲਾਕਿਆਂ ਤੱਕ ਅੱਪੜਨਾ। ਪਹਿਲਾਂ ਤੁਸੀਂ ਦੇਖੋ ਨੌਜਵਾਨਾਂ ਨੇ ਪੱਠੇ ਵੱਢੇ, ਫਿਰ ਉੱਥੇ ਟਰੈਕਟਰ ਦੇ ਮਗਰ ਮਸ਼ੀਨਾਂ ਲਾ ਕੇ ਪੱਠੇ ਕੁਤਰੇ, ਫਿਰ ਟਰਾਲੀਆਂ ਭਰ ਕੇ ਲਿਜਾ ਕੇ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਜਿੱਥੇ ਵੀ ਕਿਤੇ ਢੁੱਡੀਕਿਆਂ ਵਾਲਿਆਂ ਤੋਂ ਪਹੁੰਚ ਹੋ ਸਕੀ ਉੱਥੇ ਪੱਠੇ ਵੱਢ ਕੇ ਅੱਪੜਦੇ ਕੀਤੇ ਹੈ। ਸੰਧਾਲੀਆ ਸਾਹਿਬ ਤੁਸੀਂ ਦੇਖੋ ਸਾਡੇ ਉਹਨਾਂ ਨੌਜਵਾਨਾਂ ਦੀਆਂ ਖਬਰਾਂ ਤਾਂ ਬਹੁਤ ਚੱਲਦੀਆਂ ਕਿ ਚੀਨੀ ਖੋਲ੍ਹੀ, ਚਿੱਟਾ ਵੇਚਦਾ, ਚਿੱਟਾ ਲਾਉਂਦਾ ਫੜਿਆ ਗਿਆ, ਇਹਨੇ 2 ਨੰਬਰ ਦਾ ਕੰਮ ਕਰ ਲਿਆ, ਇਹਨੇ ਖੇਤਾਂ ਦੇ ਵਿੱਚ ਅਮਰੂਦ ਲੱਗੇ ਹੀ ਨਹੀਂ ਸੀ ਪਰ ਉਹਨਾਂ ਅਮਰੂਦਾਂ ਦੇ ਬਾਗਾਂ ਦੇ ਪੈਸੇ ਲੈਣ ਦੀ ਕੋਸ਼ਿਸ਼ ਕੀਤੀ। ਪਰ ਮੈਨੂੰ ਐਂ ਲੱਗਦਾ ਕਿ ਢੁੱਡੀਕਿਆਂ ਵਰਗੇ ਪਿੰਡ ਦਾ ਜਿੱਥੇ ਵੀ ਕੰਮ ਹੋਇਆ, ਬਹੁਤ ਸਾਰੇ ਪਿੰਡਾਂ 'ਚ ਹੋਇਆ ਹੋਊਗਾ, ਮੈਂ ਢੁੱਡੀਕਿਆਂ ਦੇ ਕਿਉਂਕਿ ਮੇਰੇ ਕੋਲ ਸਬੂਤ ਪ੍ਰੂਫ ਆ ਗਿਆ, ਮੈਂ ਗੱਲ ਕਰ ਰਿਹਾ। ਜਦੋਂ ਤੱਕ ਬੈਠਿਆ ਇਦਾਂ ਦੇ ਨੌਜਵਾਨ ਪੰਜਾਬ ਕਿਤੇ ਡਿੱਗ ਪੂ, ਇਹ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਅੱਗੇ ਸੋਫੇ ਮਿਲਣੇ ਚਾਹੀਦੇ ਆ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਿਆਂ ਦੇ ਵਿੱਚ, ਜਿਨ੍ਹਾਂ ਦੀਆਂ ਪੋਸਟਰਾਂ ਦੇ ਉੱਤੇ ਫੋਟੋ ਲੱਗਣੀਆਂ ਚਾਹੀਦੀਆਂ। ਢੁੱਡੀਕਿਆਂ ਵਾਲਿਓ ਕਰੀ ਫਿਰ ਸਲੂਟ ਆ ਵੀ ਤੁਹਾਨੂੰ। ਇਹ ਦੇਖੋ ਇਹ ਉਦਾਹਰਨ ਆ, ਮੈਨੂੰ ਲੱਗਦਾ ਹੁੰਦਾ ਵੀ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਜਦੋਂ ਪਹਿਲਾਂ ਆਪਾਂ ਇਹ ਗੱਲ ਆਮ ਕੀਤੀ ਵੀ ਸੀਗੀ ਕਿਉਂਕਿ ਚਰਚਾ ਦਾ ਵਿਸ਼ਾ ਬਣੀ ਸੀ ਗੱਲ ਵੀ ਹੜ੍ਹ ਜੇ ਮਗਰੋਂ ਆਏ
ਸੋਸ਼ਲ ਮੀਡੀਆ ਤੇ ਹੜ੍ਹ ਇਸ ਚੀਜ਼ ਦਾ ਜ਼ਿਆਦਾ ਆ ਗਿਆ ਵੀ ਹੜ੍ਹ ਪ੍ਰਭਾਵਿਤਾਂ ਦੇ ਲਈ ਅਸੀਂ ਕੰਮ ਕਰ ਰਹੇ ਹਾਂ, ਤੇ ਜੇ ਤੁਸੀਂ ਕੋਈ ਦਾਨ ਦੂਨ ਕਰਨਾ ਤੇ ਆ ਸਾਡਾ ਅਕਾਊਂਟ ਨੰਬਰ 'ਚ ਪੈਸੇ ਪਾ ਦਿਓ ਜੀ। ਅਸੀਂ ਨਹੀਂ ਆਦੇ ਸਾਰੇ ਉਹਦੇ 'ਚੋਂ ਦੂਜੇ ਨੰਬਰ ਵਾਲੇ ਨੇ, ਪਰ ਆਪਾਂ ਨੂੰ ਇਹ ਪਤਾ ਵੀ ਇਹੋ ਜਿਹੇ ਮੌਕਿਆਂ ਦੇ ਉੱਪਰ ਇਹੋ ਜਿਹੇ ਹੁੰਦੇ ਬਹੁਤ ਨੇ ਵੀ ਹਾਂ ਯਾਰ ਚਲੋ ਜੇ ਕਿਸੇ ਦੇ ਨਾਲ ਤੇ ਜੋ ਵੀ ਠੱਗੀ ਵੱਜਦੀ ਆ ਮਾਰ ਲਈਏ। ਉਹ ਤੇ ਚਲੋ ਜਦੋਂ ਇਹੋ ਜਿਹਾ ਕੰਮ ਹੋਇਆ ਤੇ ਅਗਲੇ ਦੇ ਦਿਮਾਗ 'ਚ ਆਉਂਦਾ ਵੀ ਆ ਵੀ ਮੈਂ ਰੁਪਈਆ ਧੇਲੀ ਜਾਂ ਕੋਈ ਬਾਹਰਲੇ ਹਿਸਾਬ ਨਾਲ ਡਾਲਰ ਪਾਉਂਡ ਪਾਤਾ ਤੇ ਪਤਾ ਨਹੀਂ ਅਗਲਾ ਪਹੁੰਚਦਾ ਕਰੇ ਨਾ ਕਰੇ। ਹੁਣ ਇਸ ਕੰਮ ਦੇ ਵਿੱਚ ਤੇ ਨਹੀਂ ਨਾ ਕੋਈ ਉਹ ਇਹ ਕਹਿ ਸਕਦਾ, ਉਹਨੂੰ ਇਹ ਵੀ ਪਤਾ ਵੀ ਜੇ ਪੱਠੇ ਵੱਢੇ ਗਏ ਤੇ ਉਹ ਰੱਖ ਕੇ ਜਾਣੇ ਨਹੀਂ, ਕਿਤੇ ਬੰਦਿਆਂ ਦਾ ਖਾਣੇ ਨਹੀਂ। ਜੇ ਕੁਤਰੇ ਗਏ ਟਰਾਲੀ 'ਚ ਰੱਖ ਲਏ ਤੇ 2 ਦਿਨ ਉਹ ਵੀ ਨਹੀਂ ਰੱਖੇ ਜਾਦੇ, ਨਹੀਂ ਤੇ ਭੜਾਸ ਮਾਰ ਜਾਣੀ ਆ। ਪਹੁੰਚਦੇ ਵੀ ਉੱਥੇ ਜਾ ਕੇ ਜੇ ਕਰਕੇ ਆਉਣਗੇ ਤੇ ਅਗਲੇ ਪਾਸੇ ਵੀ ਬੰਦਿਆਂ ਨਹੀਂ ਖਾ ਲੈਣੇ, ਡੰਗਰ ਹੀ ਖਾਣਗੇ। ਤੇ ਸਭ ਤੋਂ ਵੱਡੀ ਗੱਲ ਇਹ ਕਿ ਵੀ ਇਹ ਸਾਰਾ ਕੁਛ ਕਰਨ ਦੇ ਲਈ ਹੱਥੀਂ ਮਿਹਨਤ ਕਰਨੀ ਪੈਣੀ ਹੈ। ਕਿਸੇ ਦਾ ਸਿਰਫ ਤੇ ਸਿਰਫ ਵੀਡੀਓ ਬਣਾ ਕੇ ਜਾਂ ਹਾਲਾ ਲਾਲਾ ਕਰਕੇ ਜਾਂ ਦੂਰੋਂ 4 ਹਮਦਰਦੀ ਦੇ ਸ਼ਬਦ ਬੋਲ ਕੇ ਨਹੀਂ ਸਰ ਜਾਣਾ। ਸੋ ਮੈਨੂੰ ਲੱਗਦਾ ਹੁੰਦਾ ਵੀ ਇਹੋ ਜਿਹੀ ਜਿਹੜੀ ਸੇਵਾ ਉਹ ਸਭ ਤੋਂ ਵਧੀਆ ਤੇ ਸਭ ਤੋਂ ਉੱਤਮ ਹੈ। ਤੇ ਵੱਡੀ ਗੱਲ ਇਹ ਕਿ ਵੀ ਹੈ ਵੀ ਬੇਜ਼ੁਬਾਨਿਆਂ ਦੇ ਲਈ, ਜਿਨ੍ਹਾਂ ਨੇ ਬੋਲ ਕੇ ਮੰਗ ਵੀ ਨਹੀਂ ਲੈਣਾ ਵੀ ਸਾਨੂੰ ਹੁਣ ਭੁੱਖ ਲੱਗੀ ਹੈ ਤੇ ਸਾਡੇ ਬਾਰੇ ਵੀ ਕੁਛ ਨਾ ਕੁਛ ਸੋਚ ਲਓ। ਸੋ ਅਸੀਂ ਆਸ ਕਰਦੇ ਹਾਂ ਵੀ ਇਹੋ ਜਿਹੀਆਂ ਉਦਾਹਰਨਾਂ ਐਗਜ਼ਾਮਪਲਾਂ ਜੇ ਹੋਰ ਵੀ ਹੋਣ ਤੇ ਸਾਡੇ ਤੱਕ ਜ਼ਰੂਰ ਤੁਸੀਂ ਉਹਨਾਂ ਦੀ ਫੋਟੋ ਵੀਡੀਓ ਖਬਰ ਜਿਹੜੀ ਆ ਉਹ ਪਹੁੰਚਦੀ ਕਰਿਓ, ਅਸੀਂ ਉਹਦੇ ਬਾਰੇ ਵੀ ਗੱਲ ਕਰਾਂਗੇ। ਬਾਕੀ ਵਾਟ ਸਾਹਿਬ ਹੁਣ ਜੇ ਆਪਾਂ ਹੜ੍ਹਾਂ ਵਾਲੇ ਬੰਨੇ ਜੇ ਬਾਅਦ 'ਚ ਆਉਣਾ ਤੇ ਪਹਿਲਾਂ ਫਿਰ ਖਬਰਾਂ ਵਾਲੇ ਪਾਸੇ ਮੋੜਾ ਕੱਟੀਏ ਜੀ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਆਪਾਂ ਬੀਤੇ ਕੱਲ੍ਹ ਹੀ ਅਜੇ ਜ਼ਿਕਰ ਕੀਤਾ ਸੀ ਕਿ 4-5 ਸਿਆਸੀ ਧਿਰਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਗਈਆਂ ਤੇ ਉਹ ਧਿਰਾਂ ਹੁਣ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਯਾਨੀ ਕਿ NDA ਦੀ ਬੈਠਕ 'ਚ ਜਾ ਰਹੀਆਂ। ਤੇ ਆਪਾਂ ਕੱਲ੍ਹ ਹੀ ਚਰਚਾ ਕਰਦੇ ਸੀ ਕਿ ਕਿੱਦਾਂ ਹੋਊਗਾ, ਤੇਲਗੂ ਦੇਸਮ ਪਾਰਟੀ ਤੇ ਅਕਾਲੀ ਦਲ ਨੂੰ ਮੋਹ ਭਰਿਆ ਨਿੱਘ ਭਰਿਆ ਸੱਦਾ ਆਊਗਾ ਕਿ ਨਹੀਂ, ਜਿਹਦੇ ਵਿੱਚ ਲਿਖਿਆ ਹੋਊਗਾ ਕਿ ਭਾਈ ਇੱਕ ਨੇਂਦਾ ਜਾਂ ਸਾਰੇ ਟੱਬਰ ਨੂੰ ਨੇਂਦਾ, ਕੁਛ ਨਾ ਕੁਛ ਤਾਂ ਲਿਖਣਾ ਪੈਂਦਾ ਨਾ ਉਹਦੇ ਵਿੱਚ। ਪਰ ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬੇ ਦੇ ਇੰਚਾਰਜ ਵਿਜੇ ਰੂਪਾਣੀ ਸਾਹਿਬ ਨੂੰ ਪੱਤਰਕਾਰਾਂ ਨੇ ਫੇਰ ਘੇਰ ਲਿਆ, ਕਿਉਂਕਿ ਮੌਕਾ ਬੜਾ ਮੁਹੱਬਤ ਵਾਲਾ ਨਾ ਕਿ ਭਾਈ ਕੀ ਆਉਣ ਵਾਲੇ 2 ਦਿਨਾਂ ਦੇ ਵਿੱਚ ਇਸ ਗੱਠਜੋੜ ਦੀ ਤੂਤੀ ਫਿਰ ਬੋਲੂਗੀ ਕਿ ਨਹੀਂ ਬੋਲੂਗੀ। ਹੁਣ ਵਿਜੇ ਰੂਪਾਣੀ ਸਾਹਿਬ ਨੂੰ ਪੁੱਛਿਆ, ਤੁਸੀਂ ਇਹ ਦੇਖੋ ਕਿ ਤੁਹਾਡੇ ਬੰਦਿਆਂ ਦੀ ਸੰਧਾਲੀਆ ਸਾਹਿਬ ਰਾਜਨੀਤਿਕ ਲੀਡਰਾਂ ਦੀ ਭਾਸ਼ਾ ਜਿਹੜੀ ਆ ਬੜੀ ਕਮਾਲ ਦੀ ਹੁੰਦੀ ਹੈ। ਉਹ ਕਹਿੰਦੇ ਜੀ ਅਜੇ ਅੱਜ ਦੀ ਤਰੀਕ 'ਚ ਸਾਡਾ ਸਟੈਂਡ ਬੜਾ ਸਪਸ਼ਟ ਹੈ। ਜੋ ਸੁਨੀਲ ਜਾਖੜ ਭਾਜਪਾ ਦੇ ਸੂਬਾ ਪ੍ਰਧਾਨ ਨੇ ਆਖਿਆ ਕਿ ਅਸੀਂ ਇਕੱਲੇ ਆਪਣੇ ਦਮ ਤੇ ਚੋਣਾਂ ਲੜਨੀਆਂ, ਅਸੀਂ ਠੀਕ ਤਰੀਕੇ ਦੇ ਨਾਲ ਅੱਗੇ ਵਧਣਾ, ਅਸੀਂ 13 ਲੋਕ ਸਭਾ ਸੀਟਾਂ ਤੇ 117 ਵਿਧਾਨ ਸਭਾ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਕਰਨਾ ਮਜ਼ਬੂਤ ਹੈ, ਅਸੀਂ ਆਪਣੇ ਦਮ ਤੇ ਚੱਲਾਂਗੇ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦਾ ਅੱਜ ਦੀ ਤਰੀਕ ਦੇ ਵਿੱਚ ਕੋਈ ਰੌਲਾ ਨਹੀਂ। ਪਰ ਇੱਕ ਗੱਲ ਜਿਹੜੀ ਉਹ ਆਖਰੀ ਸਮੇਂ ਤੇ ਕਹਿ ਗਏ, ਪਰ ਕਹਿੰਦੇ ਸਮਾਂ ਬੜਾ ਬਲਵਾਨ ਹੁੰਦਾ ਹੈ, ਰਾਜਨੀਤੀ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਬਲਵਾਨ ਹੁੰਦਾ ਹੈ। ਤੇ ਜਿਹੜੀ ਗੱਲ ਫਿਰ ਤੁਸੀਂ ਬੀਤੇ ਕੱਲ ਕੀਤੀ ਸੀ ਨਾ ਕਿ ਅਜੇ ਔਖਾ, ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਜਿਹੜਾ ਹੋ ਸਕਦਾ। ਸੰਧਾਲੀਆ ਸਾਹਿਬ, ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਸਿਆਸੀ ਤੌਰ ਦੇ ਉੱਤੇ, ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਇਹ ਲੱਗਣ ਲੱਗ ਪਿਆ ਕਿ ਸੰਧਾਲੀਆ ਸਾਹਿਬ ਦੀ ਨਾ ਸਾਰੇ ਹੀ ਮਹਿਲਾਂ ਦੇ ਵਿੱਚ ਆਉਣੀ ਜਾਣੀ ਹੈਗੀ ਆ, ਭਾਵੇਂ ਟੈਲੀਫੋਨ ਤੇ ਹੋਵੇ, ਭਾਵੇਂ ਵੀਡੀਓ ਕਾਲ ਤੇ ਹੋਵੇ, ਤੇ ਭਾਵੇਂ ਫਿਜ਼ੀਕਲੀ ਹੋਵੇ। ਨਹੀਂ ਦੇਖੋ, ਐਵੇਂ ਮੈਨੂੰ ਗਰੀਬ ਮਾਰ ਨਾ ਕਰੋ, ਮੈਨੂੰ ਪੱਠੇ ਪੁੱਠੇ ਵੱਢਣ ਦਿਓ, ਮੈਂ ਜਿਹੜੇ ਕੰਮ ਵਾਲਾ ਇਹੋ ਜੀ ਗੱਲ ਕੋਈ ਨਹੀਂ। ਮੈਂ ਤਾਂ ਜੋ ਦੇਖੋ ਕਾਰਨ ਆ ਵੀ ਜਿੰਨੀ ਕੁ ਆਪਣੀ ਮਾੜੀ ਮੋਟੀ ਸਮਝਦਾਨੀ ਆ ਨਾ, ਕਿਸੇ ਵੇਲੇ ਹੁੰਦੇ ਨੇ ਵੀ ਉਹ ਪੁਰਾਣੇ ਬੰਦੇ ਦੱਸ ਦਿੰਦੇ, ਕਹਿੰਦੇ ਯਾਰ ਇਹ ਬੱਦਲ ਜ਼ਰੂਰ ਚੜਿਆ ਪਰ ਜਿਹੜੀ ਹਵਾ ਵਗਦੀ ਆ ਨਾ ਇਹਨੇ ਪੈਣ ਨਹੀਂ ਦੇਣਾ ਮੀਂਹ, ਇਹਨੇ ਲੰਘਾ ਲੈਣਾ ਅਜੇ ਬੱਦਲ। ਮੈਂ ਤੇ ਉਸ ਹਿਸਾਬ ਨਾਲ ਗੱਲ ਕਰਦਾ ਸੀ ਵੀ ਜਿਹੋ ਜਿਹੇ ਅਸਾਰ ਨੇ ਉਸ ਹਿਸਾਬ ਨਾਲ ਅਜੇ ਨਹੀਂ ਜਾਂਦੇ ਜਾਪਦੇ, ਪਰ ਅਜੇ ਕਿਉਂਕਿ ਟਾਈਮ ਹੈਗਾ। ਗੱਲ ਬਿਲਕੁਲ ਠੀਕ ਹੈ ਰੂਪਾਣੀ ਸਾਹਿਬ ਨੇ ਵੀ ਅਜੇ ਹੁਣੇ ਆਪਾਂ ਹੁਣੇ ਇਕੱਠੇ ਹੋ ਲਈਏ, ਪੰਜਾਬ 'ਚ ਅੱਜ ਹੀ ਰੌਲਾ ਪਵਾ ਲਈਏ, ਬਸਪਾ ਵਾਲੇ ਭੈਣ ਜੀ ਹੁਣੀ ਅਲੱਗ ਔਖੇ ਹੋਏ ਫਿਰਨ ਵੀ ਇਹਨਾਂ ਨੇ ਸਾਡਾ ਭਾਈਵਾਲ ਤੋੜਤਾ। ਅਕਾਲੀ ਦਲ 'ਚ ਵੀ ਹੋ ਸਕਦਾ ਜੇ ਕਈ ਬੰਦੇ ਹੋਣ ਗੁੱਸੇ ਨਾਰਾਜ਼ ਵੀ ਹਾਂ ਯਾਰ ਇੱਦਾਂ ਕਿੱਦਾਂ, ਅਤੇ BJP 'ਚ ਤਾਂ ਹੋਣਗੇ ਹੀ ਹੋਣਗੇ, ਕਿਉਂਕਿ BJP 'ਚ ਹੁਣ ਇਕੱਲੇ BJP ਵਾਲੇ ਨਹੀਂ ਨਾ ਹੈਗੇ, BJP 'ਚ ਤਾਂ ਹੁਣ ਬਹੁਤ ਸਾਰੇ ਕਾਂਗਰਸੀ ਵੀ ਨੇ, ਅਤੇ ਕਈ ਅਕਾਲੀ ਦਲ ਵਾਲਿਆਂ ਨੂੰ ਉਹਨਾਂ ਦੇ ਨਾਲ ਬਹਿਣਾ ਜਾਂ ਕਾਂਗਰਸੀਆਂ ਨੂੰ ਅਕਾਲੀਆਂ ਦੇ ਨਾਲ ਬਹਿਣਾ ਵੀ ਅਜੇ ਔਖਾ ਲੱਗੂਗਾ। ਸੋ ਥੋੜ੍ਹਾ ਉਹਨਾਂ ਨੂੰ ਵੀ ਪੁਰਾਣਾ ਹੋਣ ਦਾ ਜੇ ਟਾਈਮ ਚਾਹੀਦਾ, ਥੋੜ੍ਹਾ ਜਿਹਾ ਲੋਕਾਂ ਨੂੰ ਵੀ ਅਜੇ ਹੋਰ ਵੋਟਾਂ ਦੇ ਨੇੜੇ ਜਾਣ ਦੇਣਾ ਚਾਹੀਦਾ। ਸੋ ਕਈ ਚੀਜ਼ਾਂ ਵੇਖ ਕੇ ਉਹਨਾਂ ਨੇ ਇਹ ਅੰਦਾਜ਼ਾ ਲਾਇਆ ਨਾ ਵੀ ਅਜੇ ਵਕਤ ਨਹੀਂ ਗਾ, ਅਜੇ ਠੀਕ ਨਹੀਂ ਗਾ। ਇਹ ਉੱਦਾਂ ਹੀ ਜਿੱਦਾਂ ਚੁੱਲ੍ਹਾ ਨਹੀਂ ਅਜੇ ਬਣਾਇਆ ਹੁੰਦਾ ਬੀਬੀਆਂ ਨੇ, ਉਹ ਕਹਿੰਦੇ ਨਹੀਂ ਅਜੇ ਨਾ ਅੱਗ ਬਾਲਿਓ ਧੀਏ, ਇਹਦੇ 'ਚ ਅਜੇ ਨਾ ਇਹ ਥੋੜ੍ਹਾ ਜਿਹਾ ਗਿੱਲਾ, ਇਹਨੇ ਪਾੜ ਜਾਣਾ ਜੇ ਇਹਦੇ 'ਚ ਅੱਗ ਬਾਲੀ, ਇਹਨੂੰ ਸੁੱਕ ਲੈਣ ਦਿਓ। ਤਰੇੜਾਂ ਆਉਣੀਆਂ ਸਿੱਧੀਆਂ ਵੱਡੀਆਂ, ਤਰੇੜਾਂ ਆ ਜਾਣੀਆਂ, ਇਸ ਕਰਕੇ ਇਹਨੂੰ ਸੁੱਕ ਲੈਣ ਦਿਓ ਜੇ ਥੋੜ੍ਹੇ ਦਿਨ, ਇਹ ਜੇ ਚੁੱਲ੍ਹਾ ਸਿਕਾਉਂਦੇ ਆ। ਨਹੀਂ ਚਲੋ ਸੰਧਾਲੀਆ ਸਾਹਿਬ ਇੰਨਾ ਵਿਜੇ ਰੂਪਾਣੀ ਸਾਹਿਬ ਨੇ ਕਲੀਅਰ ਕਰ ਦਿੱਤਾ, ਪਰ ਇਹਦਾ ਮਤਲਬ ਹੈ ਕਿ ਰਾਹ ਖੁੱਲ੍ਹੇ ਰੱਖਿਆ। ਦੂਸਰੀ ਮੈਂ ਗੱਲ ਹੋਰ ਦੱਸਦਾ, ਹੁਣ ਬੀਤੇ 2 ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਬਿਆਨ ਨਹੀਂ ਹੈ ਕਿ ਨਾ ਜੀ ਸਾਡਾ ਗੱਠਜੋੜ ਤਾਂ ਹੋਣਾ ਹੀ ਨਹੀਂ, ਚਿੱਠੀ ਆ ਵੀ ਗਈ ਤਾਂ ਅਸੀਂ ਜਾਣਾ ਨਹੀਂ, ਇਹ ਚਿੱਠੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਸਾਨੂੰ ਪੰਜਾਬ ਸਭ ਤੋਂ ਪਹਿਲਾਂ। ਬਿਆਨ ਉਧਰਲੇ ਪਾਸਿਓਂ ਵੀ ਕੋਈ ਨਹੀਂ ਆਇਆ।
ਰਾਹ ਰੁਪਾਣੀ ਸਾਹਿਬ ਨੇ ਵੀ ਥੋੜ੍ਹਾ ਜਿਹਾ ਖੁੱਲ੍ਹਾ ਰੱਖਿਆ। ਇਹਦਾ ਮਤਲਬ ਹੈ ਕਿ ਅਜੇ ਨਹੀਂ, ਪਰ ਕਦੀ ਨਾ ਕਦੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਹੁਲਾਰਾ ਜਿਹਾ ਹੋਰ ਆਊਗਾ ਜ਼ਰੂਰ। ਖਾਸ ਤੌਰ ਦੇ ਉੱਤੇ ਯੂਨੀਫਾਰਮ ਸਿਵਲ ਕੋਡ ਦਾ ਮਸਲਾ ਜੇ ਕਿਤੇ ਨਿਬੜ ਗਿਆ ਜਾਂ ਠੰਡੇ ਬਸਤੇ ਦੇ ਵਿੱਚ ਹੀ ਪੈ ਗਿਆ, ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਥਿਤੀ ਜਿਹੜੀ ਹੈ, ਜੇ ਬਹੁਤੀ ਨਹੀਂ ਥੋੜੀ ਜਿਹੀ ਸੁਖਾੜੀ ਜਿਹੜੀ ਹੈ ਸੰਧਾਲੀਆ ਸਾਹਿਬ ਹੋ ਜ਼ਰੂਰ ਜਾਣੀ ਹੈ। ਇਹ ਦੇਖਦੇ ਆ। ਹੁਣ ਇੱਕ ਹੋਰ ਦੇਖੋ, ਮੈਨੂੰ ਜਿਹੜੀ ਗੱਲ ਲੱਗਦੀ ਨਾਲ ਜੋੜਦਾ। ਹੁਣ ਰਾਣਾ ਸੋਢੀ, ਗੁਰਮੀਤ ਸਿੰਘ ਰਾਣਾ ਸੋਢੀ ਮਿਨਿਸਟਰ ਰਹੇ ਨੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ, ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਨੇ। ਹੁਣ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਚੇਚਾ ਪੱਤਰਕਾਰ ਸੱਦੇ, ਕਹਿੰਦੇ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਜਾ ਰਿਹਾ ਹਾਂ, ਪੰਜਾਬ ਦੇ ਲੋਕਾਂ ਨੂੰ ਇਹ ਜਾਣ ਕੇ ਖੁਸ਼ੀ ਬਹੁਤ ਹੋਊਗੀ ਕਿ 23 ਜੁਲਾਈ ਨੂੰ ਫਿਰੋਜ਼ਪੁਰ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਆ ਰਹੇ ਆ। ਹੁਣ ਠੀਕ ਹੈ, ਪਰ ਜਿਹੜੀ ਗੱਲ ਦੱਸੀ ਕਿ ਕਿਉਂ ਆ ਰਹੇ ਨੇ, ਉਹ ਕਹਿੰਦੇ ਜੀ PGI ਦੇ ਸੈਟੇਲਾਈਟ ਸੈਂਟਰ ਦਾ ਉਹਨਾਂ ਨੇ ਨੀਂਹ ਪੱਥਰ ਰੱਖਣਾ ਹੈ। ਹੁਣ ਤੁਸੀਂ ਦੇਖੋ, ਜੇ ਗੱਠਜੋੜ ਹੋਇਆ ਹੁੰਦਾ, ਜੇ ਗੱਠਜੋੜ ਹੁੰਦਾ, ਫਿਰ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਕਿ ਅਸੀਂ ਫਿਰ ਗੱਲ ਕੀਤੀ ਗ੍ਰਹਿ ਮੰਤਰੀ ਸਾਹਿਬ ਨਾਲ ਕਿ ਭਾਈ ਸਾਨੂੰ ਤਾਂ ਉਹਦੀ ਬਹੁਤ ਲੋੜ ਹੈ, ਉਹਦੇ ਤੋਂ ਬਿਨਾਂ ਤਾਂ ਸਾਡਾ ਕੰਮ ਨਹੀਂ ਚੱਲਦਾ, ਤੇ ਉਹ ਕਹਿੰਦੇ ਮੈਂ ਆ ਜਾਣਾ। ਪਰ ਹੁਣ ਇਹੀ ਅਨਾਉਂਸਮੈਂਟ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਕਰ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕਿੱਧਰਲੇ ਪਾਸਿਓਂ ਮਿਲ ਰਿਹਾ, BJP ਵਾਲੇ ਪਾਸਿਓਂ ਮਿਲ ਰਿਹਾ ਹੈ। ਸੋ ਸਿੱਧੇ ਤੌਰ ਦੇ ਉੱਤੇ ਜੇ ਸਿਰਾ ਵੱਜੂਗਾ ਤਾਂ BJP ਵਾਲਿਆਂ ਦੇ ਸਿਰ ਵੱਜੂਗਾ। ਮੈਂ ਇਹ ਵੀ ਚੇਤਾ ਕਰਾ ਦਿਆਂ ਕਿ ਮਤ ਸੋਚਿਆ ਜਾਵੇ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ 23 ਜੁਲਾਈ ਨੂੰ ਆ ਰਹੇ ਨੇ, ਉਸ ਦਿਨ PGI ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਹੋਏਗਾ ਜਾਂ ਨੀਂਹ ਪੱਥਰ ਰੱਖਿਆ ਜਾਊਗਾ ਫਿਰੋਜ਼ਪੁਰ। ਥੋੜਾ ਜਿਹਾ ਪਿੱਛੇ ਨੂੰ ਚੱਲੋ, ਇੱਕ ਸਮਾਂ ਸੀ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਚਰਨਜੀਤ ਸਿੰਘ ਚੰਨੀ, ਉਦੋਂ ਇਸੇ PGI ਦੇ ਸੈਟੇਲਾਈਟ ਕੇਂਦਰ ਦਾ ਨੀਂਹ ਪੱਥਰ ਰੱਖਣਾ ਸੀ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ। ਤੇ ਉਦੋਂ ਮੋਦੀ ਸਾਹਿਬ ਆਏ ਵੀ, ਉਹਨਾਂ ਦਾ ਜਹਾਜ਼ ਉਤਰਿਆ ਵੀ, ਉਤਰ ਕੇ ਜਹਾਜ਼ ਫਿਰ ਜਦੋਂ ਚੱਲਿਆ ਸੀ ਫਿਰੋਜ਼ਪੁਰ ਵਾਲੇ ਪਾਸੇ ਨੂੰ, ਤਾਂ ਪਾਕਿਸਤਾਨ ਦਾ ਬਾਰਡਰ ਬਹੁਤੀ ਦੂਰ ਨਹੀਂ ਸੀ, ਇੱਕ ਫਲਾਈਓਵਰ ਦੇ ਉੱਤੇ ਉਹਨਾਂ ਦਾ ਕਾਫਲਾ ਰੁਕਿਆ ਸੀ। ਉਹੀ PGI ਦਾ ਸੈਟੇਲਾਈਟ ਸੈਂਟਰ ਜਿਹਦਾ ਉਦਘਾਟਨ ਉਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਕਰਨਾ ਸੀ, ਉਸੇ PGI ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ, ਕਿਉਂਕਿ ਉਸ ਦਿਨ ਨੀਂਹ ਪੱਥਰ ਜਾਂ ਉਦਘਾਟਨ ਜੋ ਵੀ ਹੈ ਉਹ ਨਹੀਂ ਸੀ ਹੋ ਸਕਿਆ, ਤੇ ਹੁਣ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਆਉਣਗੇ। ਸੰਧਾਲੀਆ ਸਾਹਿਬ, ਤੁਹਾਨੂੰ ਯਾਦ ਹੈ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਵਾਪਸ ਜਹਾਜ਼ੇ ਚੜ੍ਹਨ ਲੱਗਿਆ ਕਿਹਾ ਸੀ ਕਿ ਮੈਂ ਸੁਰੱਖਿਅਤ ਬਚ ਕੇ ਵਾਪਸ ਜਾ ਰਿਹਾ ਹਾਂ। ਉਹਦੇ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੱਕ ਨੂੰ ਟਿੱਪਣੀ ਕਰਨੀ ਪਈ ਸੀ। ਉਹਦੇ ਤੋਂ ਬਾਅਦ ਚਰਚਾ ਬੜੀ ਚੱਲੀ ਸੀ ਕਿ ਭਾਈ ਦੇਸ਼ ਦੀ ਸਰਹੱਦ ਦੇ ਇੰਨਾ ਨੇੜੇ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਇੰਨਾ ਸਮਾਂ ਰੁਕਿਆ ਰਿਹਾ ਹੋਵੇ, ਇੰਨਾ ਵੱਡਾ ਖਤਰਾ ਪੈਦਾ ਹੋ ਗਿਆ ਹੋਵੇ, ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਮੁੜੇ ਹੋਣ। ਫਿਰ ਬੜੀ ਵੱਡੀ ਪੱਧਰ ਦੇ ਉੱਤੇ ਜਾਂਚ ਪੜਤਾਲ ਚੱਲੀ ਸੀ ਕਿ ਆਖਿਰਕਾਰ ਸੁਰੱਖਿਆ ਦੇ ਵਿੱਚ ਖਾਮੀ ਕਿਹਦੀ ਰਹੀ, ਆਖਿਰਕਾਰ ਮੂਹਰੇ ਆ ਕੇ ਲੋਕ ਸੜਕ ਦੇ ਉੱਤੇ ਬੈਠ ਕਿੱਦਾਂ ਗਏ। ਅਜੇ ਤੱਕ ਇਹ ਵੀ ਬਹੁਤਾ ਕਲੀਅਰ ਨਹੀਂ ਸੀ ਹੋ ਸਕਿਆ ਕਿ ਜਿਹੜੇ ਲੋਕ ਮੂਹਰੇ ਆ ਕੇ ਬੈਠੇ ਸੀ ਉਹਨਾਂ ਨੂੰ ਕੀ ਪਤਾ ਸੀ ਪ੍ਰਧਾਨ ਮੰਤਰੀ ਸਾਹਿਬ ਇਸੇ ਸੜਕੇ ਜਾ ਰਹੇ ਆ ਜਾਂ ਨਹੀਂ ਜਾ ਰਹੇ। ਬਹੁਤ ਸਾਰੀਆਂ ਤਸਵੀਰਾਂ ਛਪੀਆਂ ਸੀ ਉਦੋਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਇੱਕ ਕਾਰ ਦੇ ਵਿੱਚ ਬੈਠਿਆਂ ਦੀਆਂ, ਮੂੰਹ ਦੇ ਉੱਤੇ ਮਾਸਕ ਲਾਇਆ ਹੋਇਆ ਸੀ। ਉਹਦੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਰੀ ਵੀ, ਕਿਉਂਕਿ ਉਸ ਦਿਨ ਪਹੁੰਚੇ ਨਹੀਂ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਸੀਵ ਕਰਨ ਦੇ ਲਈ, ਮੁੱਖ ਮੰਤਰੀ ਸਨ ਉਹ, ਬਹੁਤ ਵੱਡੀ ਪੱਧਰ ਦੇ ਉੱਤੇ ਚਰਚਾ ਚੱਲਿਆ ਸੀ। ਭਾਰਤੀ ਜਨਤਾ ਪਾਰਟੀ ਵਾਲੇ ਬੜੇ ਅਗਰੈਸਿਵ ਮੋਡ ਦੇ ਵਿੱਚ ਜਿਹੜੇ ਉਹ ਚੱਲਦੇ ਸੀ। ਉਹ ਨੀਂਹ ਪੱਥਰ ਜਿਹੜਾ ਉਸ ਦਿਨ ਰਹਿ ਗਿਆ ਸੀ, ਹੁਣ 23 ਜੁਲਾਈ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਆਉਣਗੇ। ਤੇ ਸੰਧਾਲੀਆ ਸਾਹਿਬ, ਉਡੀਕ ਤਾਂ ਮੈਨੂੰ ਲੱਗਦਾ ਇਸ ਗੱਲ ਦੀ ਵੀ ਰਹੂਗੀ ਕਿ ਕੀ ਪ੍ਰਧਾਨ ਮੰਤਰੀ ਸਾਹਿਬ ਦੀ ਉਸ ਵਿਜ਼ਿਟ ਦੇ ਬਾਰੇ, ਉਸ ਵਿਜ਼ਿਟ ਦੇ ਵਾਪਸ ਹੋਣ ਦੇ ਬਾਬਤ ਤੇ ਉਦੋਂ ਸੁਰੱਖਿਆ ਦੇ ਵਿੱਚ ਖਾਮੀਆਂ ਦੇ ਬਾਬਤ ਹੋ ਸਕਦਾ ਗ੍ਰਹਿ ਮੰਤਰੀ ਸਾਹਿਬ ਆ ਰਹੇ ਨੇ ਤਾਂ ਉਹ ਬੋਲਣ। ਨਹੀਂ, ਬਿਲਕੁਲ ਬੋਲਣਗੇ। ਦੇਖੋ, ਇੱਕ ਗੱਲ ਆਪਾਂ ਨੋਟ ਕਰੀਏ ਇੱਥੇ ਕਿ ਉਹ ਜਿਹੜਾ ਸਮਾਂ ਸੀਗਾ ਨਾ, ਉਹ ਪੰਜਾਬ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਦਾ ਸੀ। ਤੇ ਹੁਣ ਜੇ ਮੈਂ ਹਿਸਾਬ ਲਾਵਾਂ ਵੀ ਜੇ ਉਦੋਂ ਪ੍ਰਧਾਨ ਮੰਤਰੀ ਸਾਹਿਬ ਆਉਂਦੇ, ਉਹਨਾਂ ਦਾ ਕਾਫਲਾ ਆਰਾਮ ਨਾਲ ਉੱਥੇ ਪਹੁੰਚ ਜਾਂਦਾ, ਉਹ ਸਮਾਗਮ ਹੋ ਜਾਂਦਾ। ਹਾਲਾਂਕਿ ਬਾਅਦ ਦੇ ਵਿੱਚ ਵਿਰੋਧੀ ਜਾਂ ਕਾਂਗਰਸ ਪਾਰਟੀ ਜਾਂ ਹੋਰਨਾਂ ਵੱਲੋਂ ਇਹ ਕਿਹਾ ਗਿਆ ਸੀ ਵੀ ਉੱਥੇ ਤੇ ਮੀਂਹ ਪੈਂਦਾ, ਇਹ ਬੰਦਾ ਹੀ ਕੋਈ ਨਹੀਂ ਸੀ ਪਹੁੰਚਿਆ, ਤੇ ਕਿਸੇ ਨੇ ਇਨਫੋਰਮੇਸ਼ਨ ਦੇ ਦਿੱਤੀ ਹੋਣੀ ਵੀ ਯਾਰ ਸਟੇਜ ਦੇ ਉੱਪਰ ਹੀ 4 ਕੁਰਸੀਆਂ ਨੇ, ਅੱਗੇ ਤੇ ਕੋਈ ਹੈ ਨਹੀਂ ਗਾ, ਜਾਣਾ ਉੱਥੇ ਕਿਉਂ ਆ। ਚਲੋ, ਆਪਾਂ ਉਸ ਬਹਿਸ ਵਸਈਏ 'ਚ ਨਹੀਂ ਪੈਂਦੇ, ਪਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਜੇ ਪ੍ਰਧਾਨ ਮੰਤਰੀ ਉਸ ਦਿਨ ਉੱਥੇ ਆਉਂਦੇ, ਉਹ ਉਦਘਾਟਨ ਕਰ ਜਾਂਦੇ, ਬੰਦੇ ਉੱਥੇ ਸੀਗੇ, ਰੈਲੀ 'ਚ ਨਹੀਂ ਸੀਗੇ, ਆਪਾਂ ਉਹਦੇ 'ਚੋਂ ਲੈਣ ਦੇਣਾ ਕੀ ਆ। ਪਰ ਜੇ ਇੱਕ ਪਰਟੀਕੂਲਰ ਇਨਵੈਸਟਮੈਂਟ ਪੰਜਾਬ ਦੇ ਵਿੱਚ ਪੌਣੇ 2 ਸਾਲ ਪਹਿਲਾਂ ਹੋਈ ਹੁੰਦੀ, ਉਹ ਉਦਘਾਟਨ ਉੱਥੇ ਹੋਇਆ ਹੁੰਦਾ, ਤੇ ਅੱਜ ਪੌਣੇ 2 ਸਾਲ ਬਾਅਦ ਹੋ ਸਕਦਾ ਉਹਦੇ ਇੱਕ ਅੱਧੇ ਫੇਜ਼ ਦਾ ਉਦਘਾਟਨ ਹੁੰਦਾ। ਯਾ ਦੇਖੋ ਜੀ, ਇੱਥੇ ਉਦੋਂ ਨੀਂਹ ਪੱਥਰ ਰੱਖ ਕੇ ਗਏ ਸੀ, ਹੁਣ ਉਹਦਾ ਪਹਿਲਾ ਫੇਜ਼ ਜਿਹੜਾ ਜੀ ਉਹ ਬਣ ਚੁੱਕਾ, ਤੇ ਇਲੈਕਸ਼ਨਾਂ ਤੋਂ ਪਹਿਲਾਂ ਉਹਦੇ ਪਹਿਲੇ ਫੇਜ਼ ਦਾ ਅਸੀਂ ਉਦਘਾਟਨ ਕਰ ਰਹੇ ਹਾਂ। ਤੇ ਪੰਜਾਬ ਦੇ ਉਸ ਹਲਕੇ 'ਚ ਜਿੱਥੇ ਹੁਣ ਫਿਰ
ਸਿਰਫ ਇੱਕ ਨੀਂਹ ਪੱਥਰ ਤੇ ਉਹਦੇ ਤੇ ਨਾਮ ਲਿਖਿਆ ਹੋਊਗਾ। ਉਹਦੇ ਉਦਘਾਟਨ ਦੇ ਬਜਾਏ ਸੱਚੀ ਮੁੱਚੀ ਕੋਈ ਬਿਲਡਿੰਗ ਹੁੰਦੀ, ਲੋਕਾਂ ਨੂੰ ਕੋਈ ਨਾ ਕੋਈ ਸਟਰਕਚਰ ਨਜ਼ਰ ਆਉਂਦਾ ਤੇ ਉਸ ਸਟਰਕਚਰ ਤੋਂ ਆਉਂਦੇ ਸਾਲ ਡੇਢ 2 ਸਾਲਾਂ ਦੇ ਵਿੱਚ ਕੋਈ ਦਵਾਈ ਬੂਟੀ ਮਿਲਣ ਦੀ ਆਸ ਹੁੰਦੀ। ਪਰ ਉਹ ਚਲੋ ਪਤਾ ਨਹੀਂ ਹੁਣ ਸਿਆਸਤ ਦੀ ਭੇਟ ਚੜਿਆ, ਮੌਸਮ ਦੀ ਭੇਟ ਚੜਿਆ, ਕਿਹੜੀ ਚੀਜ਼ ਦੀ ਭੇਟ ਚੜਿਆ, ਪਰ ਉਹ ਨੁਕਸਾਨ ਉਦੋਂ ਪੰਜਾਬ ਦਾ ਹੋਇਆ ਸੀ। ਅਸੀਂ ਆਸ ਉਮੀਦ ਕਰਦੇ ਹਾਂ ਵੀ ਹੁਣ ਚਲੋ ਜੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਆ ਰਹੇ ਆ ਤਾਂ ਉਹ ਇੱਥੇ ਉਦਘਾਟਨ ਕਰਨ। ਉਸ ਤੋਂ ਬਾਅਦ ਇਹਨੂੰ ਸਗੋਂ ਹੋਰ ਫਾਸਟ ਟਰੈਕ ਦੇ ਉੱਪਰ ਚਲਾਉਣ। ਆ ਜਿਹੜਾ ਪੌਣੇ 2 ਸਾਲ ਦੀ ਪਛੜ ਰਹਿ ਗਈ ਨਾ, ਪਛੇਤ ਰਹਿ ਗਈ, ਇਹਨੂੰ ਸਗੋਂ ਕੱਢਣ ਦੇ ਲਈ ਉੱਥੇ ਕੋਈ ਨਾ ਕੋਈ ਕਹਿ ਕੇ ਜਾਣ ਵੀ ਹਾਂ ਲਓ ਜੀ ਅੱਗੇ ਸਾਡਾ ਟਾਈਮ ਵੇਸਟ ਹੋ ਗਿਆ, ਅਸੀਂ ਇਹ ਸਾਰੇ ਕੁਛ ਨੂੰ ਬਹੁਤ ਛੇਤੀ ਪੂਰਾ ਕਰਨਾ ਤੇ ਸਾਡਾ ਪੰਜਾਬ ਨਾਲ ਤੇਹ ਮੋਹ ਬੜਾ ਹੋ ਸਕਦਾ। ਪੰਜਾਬ ਦੀ ਜਿਹੜੀ ਬੀਜੇਪੀ ਇਕਾਈ ਆ ਜਾਂ ਜਿਹੜੇ ਪੰਜਾਬ ਦੇ ਵਿੱਚ ਨਵੇਂ ਕਾਂਗਰਸੀ ਬੀਜੇਪੀ ਗਏ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਕਹਿਣ ਦਾ ਮੌਕਾ ਮਿਲੇ ਵੀ ਦੇਖਿਆ ਤੁਸੀਂ ਐਵੇਂ ਆਖੀ ਜਾਂਦੇ ਬੀਜੇਪੀ ਪੰਜਾਬ ਦਾ ਸੋਚਦੀ ਨਹੀਂ, ਬੀਜੇਪੀ ਨੂੰ ਤਾਂ ਫਿਕਰ ਬੜਾ, ਜੇ ਇੱਦਾਂ ਕਰ ਜਾਣ ਤਾਂ ਬਹੁਤ ਚੰਗੀ ਗੱਲ ਆ। ਬਾਕੀ ਇੱਕ ਗੱਲ ਤਾਂ ਹੈਗੀ ਆ, ਉਸ ਦਿਨ ਵੀ ਇੱਕ ਸਰਦਾਰ ਜੀ ਕੁਰਸੀ 'ਤੇ ਬੈਠੇ ਸੀ ਤੇ 23 ਜੁਲਾਈ ਨੂੰ ਉਸੇ ਸਰਦਾਰ ਜੀ ਨੇ ਫਿਰ ਕੁਰਸੀ 'ਤੇ ਬੈਠੇ ਹੋਣਾ। ਚੇਤਾ ਆਉਂਦਾ ਕਿਹੜੇ ਸਰਦਾਰ ਜੀ ਸੀ ਭਲਾ? ਨਹੀਂ, ਮੈਨੂੰ ਚੰਗੇ ਤਰੀਕੇ ਚੇਤਾ ਜੀ। ਮੈਂ ਸਾਰੇ ਪ੍ਰਾਈਮ ਮਿਨਿਸਟਰ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਚੇਤਾ ਹੋਣਾ। ਕੈਪਟਨ ਅਮਰਿੰਦਰ ਸਿੰਘ ਹੋਰੀ ਜ਼ਰੂਰ ਪਹੁੰਚ ਗਏ ਸੀ ਉੱਥੇ। ਦੇਖੋ ਸੰਧਾਲੀਆ ਸਾਹਿਬ, ਮੈਂ ਤਾਂ ਇੱਕ ਹੋਰ ਬੇਨਤੀ ਕਰਦਾ। ਮੈਂ ਕਹਿੰਦਾ ਕਿ ਠੀਕ ਹੈ ਰਾਣਾ ਸੋਢੀ ਸਾਹਿਬ, ਤੁਸੀਂ ਜਾਣਕਾਰੀ ਦਿੱਤੀ ਹੈ, ਤੁਹਾਡਾ ਧੰਨਵਾਦ। ਜਾਖੜ ਸਾਹਿਬ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਨੇ, ਕੈਪਟਨ ਸਾਹਿਬ ਬੈਠੇ ਆ, ਪੁਰਾਣੇ ਬੰਦੇ ਅਸ਼ਵਨੀ ਸ਼ਰਮਾ ਸਾਹਿਬ ਬੈਠੇ ਆ। ਤੁਸੀਂ ਹਨੇਰੀਆਂ ਲਿਆ ਦਿਓ, ਅਜੇ 6-7 ਮਹੀਨੇ ਪਏ ਆ ਚੋਣ ਜ਼ਾਬਤਾ ਲੱਗਣ 'ਚ। ਉਦੋਂ ਤੱਕ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਪੰਜਾਬ 'ਚ ਨੀਂਹ ਪੱਥਰ ਰੱਖਣ 'ਚ, ਉਦਘਾਟਨ ਕਰਨ 'ਚ, ਪੰਜਾਬ 'ਚ ਪੈਕੇਜ ਲਿਆਉਣ 'ਚ। ਮੈਂ ਕਹਿੰਦਾ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਸਾਹਿਬ ਨੇ ਪਿਛਲੇ ਦਿਨੀ ਕਿਹਾ ਸੀ ਕਿ ਮੈਂ ਹਰ 15 ਦਿਨੀ ਮੱਧ ਪ੍ਰਦੇਸ਼ ਦੇ ਵਿੱਚ ਜਾਊਂਗਾ। ਤੁਸੀਂ ਹਰ 16ਵੇਂ ਦਿਨ ਗ੍ਰਹਿ ਮੰਤਰੀ ਸਾਹਿਬ ਨੂੰ ਪੰਜਾਬ ਲੈ ਕੇ ਆਓ। ਤੁਸੀਂ ਉਹਨਾਂ ਤੋਂ ਵੱਧ ਪ੍ਰੋਜੈਕਟ ਲਓ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਜੇ ਪਤਾ ਲੱਗੂਗਾ ਕਿ ਬੀਜੇਪੀ ਵਾਲੇ ਸਾਨੂੰ ਸਹੂਲਤਾਂ ਦਿੰਦੇ ਆ ਤਾਂ ਤੁਹਾਨੂੰ 4 ਵੋਟਾਂ ਜੁੜਨਗੀਆਂ, ਸਾਡਾ ਫਾਇਦਾ ਹੋ ਜੂ। ਅਸੀਂ ਵੀ ਤੁਹਾਡੀਆਂ ਖਬਰਾਂ ਠੋਕ ਵਜਾ ਕੇ ਪੜਾਂਗੇ ਕਿ ਭਾਈਆ ਦੇਖੋ ਕੇਂਦਰ ਸਰਕਾਰ ਨੇ ਪੰਜਾਬ ਨੂੰ ਆਹ ਕੁਛ ਦਿੱਤਾ। ਰੌਲਾ ਪਾਓ ਰੋਜ਼ ਆ ਕੇ ਇੱਥੇ ਕਿ ਫਸਲਾਂ ਦੇ ਭਾਵ ਅੰਤਰ ਸਕੀਮ ਕਿਹੜੀ ਹੈ, ਕਿ ਜੇ ਬਾਜ਼ਾਰ ਦੇ ਵਿੱਚੋਂ ਘੱਟੋ ਘੱਟ ਸਮਰਥਨ ਮੁੱਲ ਕਿਸੇ ਫਸਲ ਦਾ ਨਹੀਂ ਮਿਲਦਾ ਤੇ ਕੇਂਦਰ ਦੀ ਸਰਕਾਰ ਸੂਬੇ ਸਰਕਾਰ ਦੇ ਰਾਹੀਂ ਜਾਂ ਸਿੱਧਿਆਂ ਕਿਸਾਨਾਂ ਨੂੰ ਕਿੰਨੇ ਪੈਸੇ ਦੇ ਸਕਦੀ ਹੈ। ਪਾਓ ਰੌਲਾ, ਇੱਥੇ ਖੋਲ੍ਹੋ ਨਵੇਂ ਹਸਪਤਾਲ, ਇੱਥੇ ਖੋਲ੍ਹੋ ਨਵੀਆਂ ਫੂਡ ਟੈਸਟਿੰਗ ਲੈਬਸ ਕਿ ਭਾਈ ਜਿਹੜਾ ਇੱਥੇ ਭੋਜਨ ਪਦਾਰਥ ਪਰੋਸੇ ਜਾਂਦੇ ਆ ਪੰਜਾਬ ਦੇ ਲੋਕਾਂ ਨੂੰ, ਜੇ ਉਹਨਾਂ ਦਾ ਕੋਈ ਨਮੂਨਾ ਅਫਸਰ ਚੱਕਦਾ ਲੈਂਦਾ ਹੈ ਨਮੂਨਾ ਤੇ ਉਹਦੇ ਤੋਂ ਬਾਅਦ ਛੇਤੀ ਉਸ ਲੈਬ ਦੇ ਵਿੱਚੋਂ ਉਹਦਾ ਨਤੀਜਾ ਜਿਹੜਾ ਅਗਲੇ ਪਾਸੇ ਨੂੰ ਆ ਜਾਏ ਤਾਂ ਵਧੀਆ। ਬਹੁਤ ਕੰਮ ਕਰਨ ਵਾਲੇ ਨੇ ਸੰਧਾਲੀਆ ਸਾਹਿਬ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਹੈ। ਮੈਂ ਉਹੀ ਗੱਲ ਕਰਨ ਲੱਗਿਆ ਸੀ ਕਿ ਵੀ ਦੇਖੋ ਜੇ ਕੋਈ ਇਹ ਆਖੇ ਨਾ ਜੀ ਪੰਜਾਬ ਬਾਰਡਰ ਸੂਬਾ ਜੀ, ਪੰਜਾਬ ਜੀ ਸਰਹੱਦੀ ਸੂਬਾ ਜੀ, ਪੰਜਾਬ ਦੀ ਸਰਹੱਦ ਤੇ ਇੱਦਾਂ ਰਹਿੰਦਾ ਉੱਦਾਂ ਰਹਿੰਦਾ। ਹੁਣ ਦੇਖੋ ਪਿਛਲੇ ਕੁਝ ਸਮੇਂ ਤੋਂ ਇਸ ਚੀਜ਼ ਦੀ ਬੜੀ ਚਰਚਾ ਹੋਈ ਕਿ ਦੇਸ਼ ਦੀ ਜਦੋਂ ਦੀ ਵਾਗਡੋਰ ਮੋਦੀ ਸਾਹਿਬ ਨੇ ਸੰਭਾਲੀ ਆ ਉਦੋਂ ਦੇ ਅਸੀਂ ਵੱਡੇ ਦੇਸ਼ਾਂ ਨੂੰ ਅੱਖਾਂ ਵਿਖਾਉਂਦੇ ਆ ਤੇ ਵੱਡੇ ਦੇਸ਼ਾਂ ਨੂੰ ਵੀ ਸਾਡੀ ਗਿਣਤੀ ਕਰਨੀ ਪੈਂਦੀ ਹੈ ਵੀ ਯਾਰ ਉਹਨਾਂ ਨੂੰ ਪੁੱਛ ਲਓ ਉਹ ਕਿਹੜੀ ਕੰਮ 'ਚ ਰਾਜੀ ਹੈ। ਹੁਣ ਕਿਸੇ ਨੇ ਥੋੜ੍ਹਾ ਦੇਖਿਆ ਵੀ 500 ਦਿਨਾਂ ਤੋਂ ਵੱਧ ਹੋ ਗਿਆ ਰਸ਼ੀਆ ਯੂਕਰੇਨ ਵਾਲੇ ਲੜੀ ਜਾਂਦੇ ਆ ਤੇ ਕਦੋਂ ਦੀ ਉੱਥੇ ਵੋਟ ਪਾਉਂਦੇ ਸੀ, ਭਾਰਤ ਕਿਉਂ ਨਹੀਂ ਸਟੈਂਡ ਕਲੀਅਰ ਕਰਦਾ, ਭਾਰਤ ਕਿਉਂ ਨਹੀਂ ਵੋਟ ਪਾਉਂਦਾ। ਆਫਟਰ ਆਲ ਇੱਕ ਸਟੈਂਡ ਰੱਖਿਆ ਹੀ ਹੈ ਨਾ ਵੀ ਨਾ ਅਸੀਂ ਉੱਧਰ ਭਾਵੇਂ ਜਿੰਨੀਆਂ ਮਰਜ਼ੀ ਧਿਰਾਂ ਜੋ ਮਰਜ਼ੀ ਪ੍ਰੈਸ਼ਰ ਪਾਉਂਦੀਆਂ ਰਹੀਆਂ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਅਸੀਂ ਉਸ ਲੈਵਲ 'ਤੇ ਐਗਜ਼ਿਸਟ ਕਰ ਸਕਦੇ ਹਾਂ ਤੇ ਪੰਜਾਬ ਦਾ ਬਾਰਡਰ ਕਿਤੇ ਕੋਈ ਬਾਹਲਾ ਬਾਰਡਰ ਆ। ਜੇ ਆਪਾਂ ਪੰਜਾਬ ਦੀ ਉਦਾਹਰਨ ਹੀ ਲੈ ਲਈਏ ਤੇ ਇੱਕ ਵੱਟ ਦਾ ਰੌਲਾ ਹੁੰਦਾ ਕਿ ਨਹੀਂ, ਤੇ ਆਪਣੇ ਜੇ ਅਗਲਾ ਬੰਦਾ ਆਖੇ, ਹੁਣ ਇੱਕ ਬੰਦੇ ਤੇ ਆਪਾਂ ਉਦਾਹਰਨ ਦੇਣ ਲੱਗਿਆ ਵੀ ਉਹਨੂੰ ਜਾਪੇ ਵੀ ਆਹ ਮੇਰੀ ਵੱਟ ਆ ਤੇ ਜੇ ਅਗਲਾ ਆਖੇ ਮੈਂ ਵੱਟ ਤੇ ਕਈ ਲਾਉਣੀ ਤੇ ਕਿਸੇ ਵੇਲੇ ਅਗਲਾ ਖਲੋਤਾ ਹੁੰਦਾ ਵੀ ਤੂੰ ਕਈ ਛੱਡ ਕੇ ਪੈਰ ਲਾ ਕੇ ਵਿਖਾ, ਮੈਂ ਤੁਹਾਨੂੰ ਫਿਰ ਦੱਸਦਾ ਵੀ ਵੱਢਦਾ ਕਿੱਦਾਂ ਤੇਰੇ ਮੈਂ ਗਿੱਟੇ। ਹੁਣ ਜੇ ਇਸ ਲੈਵਲ ਦੀ ਅਸੀਂ ਸ਼ਕਤੀ ਰੱਖਦੇ ਹਾਂ ਤੇ ਫਿਰ ਪਾਕਿਸਤਾਨ ਜਾਂ ਹੋਰ ਕਿਸੇ ਉਹੋ ਜਿਹੀ ਸ਼ਕਤੀ ਦੀ ਕੀ ਮਤਲਬ ਜ਼ਰੂਰਤ ਹੈ ਵੀ ਉਹ ਆਖੇ ਵੀ ਮੈਂ ਹੀ ਪੰਜਾਬ 'ਚ ਇੱਦਾਂ ਕਰਨਾ ਉੱਦਾਂ ਕਰਨਾ। ਸਗੋਂ ਇਸ ਚੀਜ਼ ਦਾ ਹੋਰ ਅਹਿਸਾਸ ਕਰਾਇਆ ਜਾਵੇ ਵੀ ਆਹ ਲਓ ਜੀ ਅਸੀਂ ਕੋਈ ਸਾਨੂੰ ਬਾਰਡਰ ਨਾਲ ਫਰਕ ਨਹੀਂ ਪੈਂਦਾ, ਜਿੱਥੇ ਸਾਡੀ ਤਾਰ ਲੱਗੀ ਹੈ, ਜਿੱਥੇ ਸਾਡੀਆਂ ਬੁਰਜੀਆਂ ਲੱਗੀਆਂ ਉੱਥੋਂ ਤੱਕ ਸਾਡੀ ਧਰਤੀ ਹੈ, ਉੱਥੇ ਅਸੀਂ ਜੋ ਮਰਜ਼ੀ ਕਰੀਏ। ਤੇ ਜਿਹੜਾ ਕਿਹੜਾ ਕੋਈ ਵਿੰਗਾ ਟੇਡਾ ਝਾਕਦਾ ਉਹ ਥੋੜ੍ਹਾ ਜਿਹਾ ਆਪਣਾ ਹਿਸਾਬ ਕਿਤਾਬ ਆਪ ਲਾ ਕੇ ਰੱਖੇ, ਕੱਲ੍ਹ ਨੂੰ ਮੁੜ ਕੇ ਨਾ ਹੋਵੇ ਵੀ ਸਾਨੂੰ ਆਖਣਾ ਪਵੇ ਵੀ ਤੈਨੂੰ ਬੰਦੇ ਦਾ ਪੁੱਤ ਬਣਾਉਂਦੇ ਆ। ਉਹਦੇ ਨਾਲ ਸਗੋਂ ਹੋਰ ਪੰਜਾਬੀਆਂ ਦੇ ਵਿੱਚ ਹੌਸਲਾ ਆਊਗਾ ਵੀ ਨਹੀਂ ਯਾਰ ਜਿਹੜਾ ਪਹਿਲਾਂ ਐਵੇਂ ਸਾਨੂੰ ਬਾਰਡਰ ਕਹਿ ਕੇ ਡਰਾਉਂਦੇ ਸੀ ਇਹੋ ਜਿਹੀ ਗੱਲ ਕੋਈ ਨਹੀਂ। ਹੁਣ ਬਾਰਡਰ ਪਿੱਛੇ ਰਹਿ ਗਿਆ, ਬੁਰਜੀਆਂ ਤੋਂ ਇੱਧਰ ਜਦੋਂ ਭਾਰਤ ਜਾਂ ਪੰਜਾਬ ਸ਼ੁਰੂ ਹੁੰਦਾ ਉਦੋਂ ਇਹ ਸਾਡੀ ਧਰਤੀ ਹੈ ਤੇ ਇਹਨੂੰ ਅਸੀਂ ਬਰਾਬਰ ਰੱਖਣਾ। ਇਹੋ ਜਿਹਾ ਜੇ ਕੀਤਾ ਜਾਵੇ ਤੇ ਪੰਜਾਬੀ ਵਾਕਈ ਜੁੜਨਗੇ ਨਾਲ। ਨਹੀਂ ਜੁੜਨਗੇ ਸੰਧਾਲੀਆ ਸਾਹਿਬ, ਤੁਸੀਂ ਦੇਖੋ ਪੰਜਾਬ ਦੇ ਲੋਕਾਂ ਦਾ ਸਾਥ ਲਵੇ ਕੋਈ ਧਿਰ, ਜੇ ਸਾਥ ਲਓ ਜਿਹੜੇ ਬੰਦੇ ਆਪਾਂ ਹੁਣੇ ਉਦਾਹਰਨ ਕੀਤੀ ਕਿ ਆਪਣੇ ਖੇਤਾਂ 'ਚੋਂ ਪੱਠੇ ਵੱਢ ਕੇ ਕੁਤਰ ਕੇ ਟਰੈਕਟਰਾਂ ਦੇ ਵਿੱਚ ਤੇਲ ਪਵਾ ਕੇ ਆਪਣੀਆਂ ਟਰਾਲੀਆਂ ਮਗਰ ਪਾ ਕੇ ਪਾਣੀ ਦੇ ਵਿੱਚ ਦੀ ਲੰਘੀ ਜਾਂਦੇ ਆ। ਮੈਂ ਕਹਿੰਦਾ ਕਿ ਕੇਂਦਰ ਦੀ ਸਰਕਾਰ, ਪੰਜਾਬ ਸਰਕਾਰ, ਸਾਡੀ ਲੀਡਰਸ਼ਿਪ ਦੇਖੇ, ਮਲਟੀਨੈਸ਼ਨਲ ਕੰਪਨੀਆਂ ਦੇਖਣ ਜਿਹੜੀਆਂ ਪੰਜਾਬ 'ਚ ਇਨਵੈਸਟ ਅਜੇ ਨਹੀਂ ਕਰਦੀਆਂ। ਕਿਆ ਨੇ ਪੰਜਾਬ ਦੇ ਲੋਕ ਗਲ ਤੱਕ ਪਾਣੀ ਹੈ, ਪਿੰਡਾਂ ਦੇ ਵਿੱਚ ਲੰਗਰ ਪ੍ਰਸ਼ਾਦੇ ਪਕਾ ਕੇ, ਕਿਤੇ ਕੋਈ ਰਜਿਸਟ੍ਰੇਸ਼ਨ ਨਹੀਂ,
ਕਿਤੋਂ ਇਹਨਾਂ ਨੂੰ ਕੋਈ ਮੈਡਲ ਨਹੀਂ ਮਿਲਣਾ, ਕਿਤੋਂ ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਆਖਣਾ ਕਿ ਹਾਲਾਤ ਜਿਹੜੇ ਉਹ ਹੋਈ ਕੀ ਜਾਂਦੇ ਆ। ਰੌਲਾ ਸਿਰਫ ਇਸੇ ਗੱਲ ਦਾ ਜਿਹੜਾ ਉਹ ਸੰਧਾਲੀਆ ਸਾਹਿਬ ਇਸ ਵੇਲੇ ਪੈਣਾ ਕਿ ਤੁਸੀਂ ਇਹਨਾਂ ਦੀ ਸ਼ਕਤੀ ਨੂੰ ਠੀਕ ਤਰੀਕੇ ਯੂਟਿਲਾਈਜ਼ ਤਾਂ ਕਰੋ, ਤੁਸੀਂ ਇਹਨਾਂ ਦੀ ਸ਼ਕਤੀ ਨੂੰ ਠੀਕ ਤਰੀਕੇ ਪ੍ਰਯੋਗ ਤਾਂ ਕਰੋ। ਤੁਸੀਂ ਇਹ ਮਤ ਦੇਖੋ ਕਿ ਪੰਜਾਬ ਦੇ ਵਿੱਚ ਕੀ ਹੋਈ ਜਾਂਦਾ। ਹੋਣਗੇ 4 ਇੰਸਪੈਕਟਰ ਜਿਹੜੇ ਕਿ ਭ੍ਰਿਸ਼ਟ ਨੇ, ਜਿਹੜੇ ਕਿ ਕੰਮ ਨਹੀਂ ਹੋਣ ਦਿੰਦੇ, ਪਰ ਆ ਬਾਕੀ 2.5 ਕਰੋੜ ਬੰਦਾ ਤਾਂ ਚੰਗਾ। ਹੁਣ ਭਾਂਗੀ ਬਾਂਦਰ ਪਿੰਡ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ। ਭਾਂਗੀ ਬਾਂਦਰ ਪਿੰਡ ਵਾਲਿਆਂ ਨੇ ਇਧਰਲੇ ਪੰਜਾਬ 'ਚ ਹੜ੍ਹ ਆਇਆ, ਉਹਨਾਂ ਨੇ ਕਮੇਟੀ ਬਣਾ ਲਈ। ਉਹ ਕਹਿੰਦੇ ਜੀ ਨਾ ਪਿੰਡ ਦੇ ਵਿੱਚ ਕੋਈ ਨਸ਼ਾ ਕਰਨ ਦੇਣਾ ਕਿਸੇ ਨੂੰ, ਨਾ ਨਸ਼ਾ ਵਿਕਣ ਦੇਣਾ, ਨਾ ਪਿੰਡ ਦੇ ਵਿੱਚ ਜਿਹੜਾ ਕੋਈ ਨਸ਼ਾ ਤਸਕਰਾਂ ਦੇ ਨਾਲ ਤੁਰਿਆ ਨਾ ਅਸੀਂ ਉਹਦੀ ਫੱਟੀ ਪੂਰੀ ਪੋਚਾਂਗੇ ਠੋਕ ਵਜਾ ਕੇ। ਨੌਜਵਾਨ ਵੀ ਕਮੇਟੀ 'ਚ, ਬਜ਼ੁਰਗ ਵੀ ਕਮੇਟੀ 'ਚ, ਪਿੰਡ ਵਾਲੇ ਸਾਂਝੇ ਤੌਰ ਤੇ ਲੱਗੇ ਆ। ਤੁਸੀਂ ਦੇਖੋ ਪਿੰਡ ਵਾਲੇ ਕਮੇਟੀ ਬਣਾਉਂਦੇ ਆ, ਡੀਐਸਪੀ ਸਾਹਿਬ ਚੱਲ ਕੇ ਆਉਂਦੇ ਉੱਥੇ, ਉਹਨਾਂ ਨਾਲ ਵਿਚਾਰ ਕਰਦੇ, ਅੱਛਾ ਜੀ ਕਿੱਦਾਂ ਜੀ, ਅਸੀਂ ਵੀ ਤੁਹਾਡੇ ਨਾਲ ਆ, ਪੁਲਿਸ ਵੀ ਤੁਹਾਡੇ ਤੋਂ ਬਾਹਰ ਹੀ ਨਹੀਂ, ਤੁਸੀਂ ਸਾਨੂੰ ਦੱਸਿਓ। ਪਿੰਡ ਵਾਲੇ ਨੇ ਉੱਤੇ ਠੋਕ ਕੇ ਕਿਹਾ, ਉਹ ਕਹਿੰਦੇ ਨਹੀਂ ਜੀ ਬਹੁਤ ਮੌਤਾਂ ਹੋ ਗਈਆਂ ਇਲਾਕੇ 'ਚ, ਬੜਾ ਨਸ਼ਾ ਵਿਕਦਾ, ਅਸੀਂ ਤੰਗ ਪਰੇਸ਼ਾਨ ਹੋ ਗਏ, ਇਹ ਅਸੀਂ ਇਦਾਂ ਦੇ ਨਹੀਂ ਸੀ, ਸਾਡਾ ਇਲਾਕਾ ਇਦਾਂ ਦਾ ਨਹੀਂ ਸੀ। ਇੱਥੇ ਕਰਿਆਨੇ ਦੀਆਂ ਦੁਕਾਨਾਂ ਕਹਿੰਦੇ ਘੱਟ ਨੇ, ਚਿੱਟਾ ਵੇਚਣ ਵਾਲੇ ਬਹੁਤੇ ਨੇ, ਚਿੱਟਾ ਵੇਚਣ ਵਾਲੇ ਮੋਬਾਈਲ ਚਿੱਟਾ ਵੇਚੀ ਜਾਂਦੇ, ਕੋਈ ਸਕੂਟਰ ਤੇ ਆਉਂਦਾ, ਕੋਈ ਕਾਰ ਤੇ ਆਉਂਦਾ, ਕੁਛ ਇੱਥੇ ਹੈਗੇ ਆ। ਹੁਣ ਜਿਸ ਤਰੀਕੇ ਦਾ ਸਪਸ਼ਟ ਸਟੈਂਡ ਉਹਨਾਂ ਨੇ ਲੈ ਲਿਆ, ਤੁਸੀਂ ਦੇਖੋ ਕੋਈ ਬੰਦਾ ਆਖੂਗਾ ਜੀ ਉਹ ਲੱਤਾਂ ਤੋੜ ਦੇਣਗੇ, ਕੋਈ ਗੋਲੀ ਮਾਰ ਦੇਣਗੇ ਜੀ, ਤਸਕਰ ਸਾਡੇ ਗਲ ਪੈ ਜਾਣਗੇ। ਉਹ ਕਿਹੜਾ ਨਹੀਂ ਮਰ ਰਹੇ, ਚਿੱਟੇ ਨਾਲ ਵੀ ਤਾਂ ਮਾਰ ਹੀ ਰਹੇ ਆ ਨਾ। ਜੇ 1-2 ਬੰਦਿਆਂ ਦੀਆਂ ਕੁਰਬਾਨੀਆਂ ਹੋ ਵੀ ਗਈਆਂ, ਘੱਟੋ ਘੱਟ ਨਸ਼ਾ ਤਾਂ ਬੰਦ ਹੋ ਜੂ। ਇੱਥੇ ਪਿੰਡ ਦੇ ਲੋਕਾਂ ਨੇ ਖਾਸ ਤੌਰ ਤੇ ਵੀ ਕਿਹਾ, ਉਹ ਕਹਿੰਦੇ ਜੀ ਜੇ ਸਾਨੂੰ ਦੀਦੇ ਆ ਚਿੱਟਾ ਵੇਚਣ ਵਾਲੇ, ਜੇ ਸਾਡੇ ਪਿੰਡਾਂ ਦੇ ਵਿੱਚ ਚਿੱਟਾ ਆਮ ਵਿਕਦਾ ਤਾਂ ਪੁਲਿਸ ਨੂੰ ਵੀ ਨਜ਼ਰ ਆਉਂਦੇ ਹੋਣੇ ਆ। ਉਹ ਕਹਿੰਦੇ ਕਾਰਵਾਈ ਨਹੀਂ ਹੁੰਦੀ, ਉਹ ਕਹਿੰਦੇ ਘਾਤ ਲਾ ਕੇ ਬਹਿੰਦੇ ਆ ਲੁਟੇਰੇ, ਨਸ਼ਾ ਕਰਨ ਵਾਲੇ ਲੋਕ ਫਿਰ ਲੁੱਟਾਂ ਕਰਦੇ ਆ ਕਿਉਂਕਿ ਖਰਚ ਪੂਰਾ ਨਹੀਂ ਹੁੰਦਾ। ਉਹ ਕਹਿੰਦੇ ਘਾਤ ਲਾ ਕੇ ਬਹਿ ਜਾਂਦੇ ਆ, ਤੇ ਜਦੋਂ ਘਾਤ ਲਾ ਕੇ ਬਹਿੰਦੇ ਆ ਜਿਹੜਾ ਵੀ ਕੁਰਾਹਗੀਰ ਜਾਂਦਾ ਹੈ ਉਹਦੀ ਫਿਰ ਲੁੱਟਮਾਰ ਜਿਹੜੀ ਉਹ ਲਗਾਤਾਰ ਕਰੀ ਜਾਂਦੇ ਆ। ਹੁਣ ਸੰਧਾਲੀਆ ਸਾਹਿਬ ਕਮੇਟੀਆਂ ਦਾ ਬਣਨਾ, ਪੁਲਿਸ ਦੇ ਸਾਹਮਣੇ ਇਹ ਕਹਿਣਾ ਕਿ ਭਾਈ ਕਾਰਵਾਈ ਠੋਕ ਕੇ ਨਹੀਂ ਹੁੰਦੀ, ਕੋਈ ਛੋਟੀ ਗੱਲ ਨਹੀਂ। ਤੇ ਜਿਹੜੇ ਸੂਬੇ ਦੇ ਵਿੱਚ ਇਦਾਂ ਦੇ ਲੋਕ ਨੇ ਯਾਰ, ਉਹਨਾਂ ਨੂੰ ਠੀਕ ਪਾਸੇ ਲਾਓ ਤਾਂ ਸਹੀ, ਉਹਨਾਂ ਨੂੰ ਚੱਜ ਦਾ ਸਿਹਤਮੰਦ ਪਲੇਟਫਾਰਮ ਦਓ ਤਾਂ ਸਹੀ ਮਾੜਾ ਜਿਹਾ, ਉਹ ਤਾਂ ਕਿਤੇ ਦੇ ਕਿਤੇ ਲੈ ਜਾਣ ਸਾਰੀ ਕਹਾਣੀ। ਨਹੀਂ ਬਿਲਕੁਲ, ਉਹਨਾਂ ਨੂੰ ਤਾਂ ਚਾਹੀਦਾ ਬਸ ਵੀ ਇੱਕ ਬਾਂਹ ਫੜਾਉਣ ਵਾਲਾ ਚਾਹੀਦਾ ਵੀ ਤੁਸੀਂ ਸਾਡੇ ਨਾਲ ਖਲੋਇਓ ਜੀ, ਬਾਕੀ ਅੱਧਾ ਕੰਮ ਤੇ ਅਸੀਂ ਆਪ ਹੀ ਕਰ ਲੈਣਾ। ਹੁਣ ਹੜ੍ਹਾਂ 'ਚ ਵੀ ਤੇ ਕਰਕੇ ਵਿਖਾਇਆ ਹੀ ਆਪਾਂ। ਦੁਬਾਰਾ ਆਪਾਂ ਖਬਰਾਂ ਵਾਲੇ ਪਾਸੇ ਮੋੜਾ ਕੱਟੀਏ ਤੇ ਤੁਸੀਂ ਦੇਖੋ ਵੀ ਇੱਕ ਜਿਹੜਾ ਬੜੇ ਚਿਰ ਤੋਂ ਆਸ ਉਮੀਦ ਲਾਈ ਬੈਠੀ ਸੀ ਆਮ ਆਦਮੀ ਪਾਰਟੀ, ਕੇਜਰੀਵਾਲ ਸਾਹਿਬ ਨੇ ਮੇਰਾ ਖਿਆਲ ਸਾਰੇ ਭਾਰਤ ਦਾ ਦੌਰਾ ਕਰ ਲਿਆ ਸੀ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਾ ਕੇ ਬੇਨਤੀ ਕੀਤੀ ਸੀ ਕਿ ਵੀ ਦੇਖੋ ਜੀ ਆਰਡੀਨੈਂਸ ਇੱਕ ਲਿਆ ਕੇ ਲੋਕਤੰਤਰ ਦੀ ਹੱਤਿਆ ਕਰ ਦਿੱਤੀ ਕੇਂਦਰ ਸਰਕਾਰ ਨੇ। ਸਾਡੇ ਜਿਹੜੇ ਦਿੱਲੀ ਦੇ ਵਿੱਚ ਚੁਣੀ ਹੋਈ ਸਰਕਾਰ ਦੇ ਅਧਿਕਾਰ ਸੀਗੀ ਉਹਨਾਂ ਤੇ ਡਾਕਾ ਮਾਰ ਲਿਆ, ਦੁਬਾਰਾ ਸਾਰਾ ਕੁਝ ਉਪਰਾਜਪਾਲ ਸਾਹਿਬ ਨੂੰ ਦੇਤਾ ਤੇ ਇਹਦਾ ਵਿਰੋਧ ਕਰਨਾ ਜੀ ਤੇ ਇਹਦੇ ਲਈ ਸਾਡਾ ਸਾਥ ਦਿਓ। ਹੁਣ ਬਾਕੀ ਸਾਰੀਆਂ ਪੋਲੀਟੀਕਲ ਪਾਰਟੀਆਂ ਜੋ ਬਹੁਤਾ ਕਰਕੇ ਉਹਨਾਂ ਨੂੰ ਸਾਥ ਮਿਲ ਗਿਆ ਸੀ। ਇੱਕ ਕਾਂਗਰਸ ਪਾਰਟੀ ਨੂੰ ਅਰਜ਼ੀ ਲਾਈ ਸੀ ਉਹਨਾਂ ਨੇ, ਮੁਲਾਕਾਤ ਕਰਨੀ ਆ ਜੀ, ਕੁਝ ਦੱਸੋ ਜੀ, ਕੋਈ ਸਟੈਂਡ ਕਲੀਅਰ ਕਰੋ ਜੀ, ਤੇ ਕਾਂਗਰਸ ਪਾਰਟੀ ਵੱਲੋਂ ਕੋਈ ਨਾ ਤੇ ਸੱਦੀ ਦਾ ਹੀ ਕੁਝ ਦੱਸਿਆ ਗਿਆ ਸੀ, ਨਾ ਉਹਨਾਂ ਨੇ ਕੋਈ ਆਪਣਾ ਸਟੈਂਡ ਕਲੀਅਰ ਕੀਤਾ ਸੀ। ਪਰ ਹੁਣ ਕਿਉਂਕਿ ਆ 17-18 ਨੂੰ ਮੀਟਿੰਗ ਆ, ਉਹਦੇ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਉਹ ਸਟੈਂਡ ਕਲੀਅਰ ਕੀਤਾ ਵੀ ਅਸੀਂ ਜੀ ਵਿਰੋਧ ਕਰਦੇ ਹਾਂ ਇਹੋ ਜਿਹੀ ਚੀਜ਼ ਦਾ, ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹਦੇ ਤੇ ਹੁਣ ਰਾਘਵ ਚੱਡਾ ਸਾਹਿਬ ਆਮ ਆਦਮੀ ਪਾਰਟੀ ਦੇ ਲੀਡਰ ਨੇ, ਪੰਜਾਬ ਤੋਂ ਰਾਜ ਸਭਾ ਮੈਂਬਰ ਨੇ, ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ। ਉਹ ਕਹਿੰਦੇ ਵੀ ਸਾਨੂੰ ਆਸ ਤਾਂ ਸੀਗੀ ਪਰ ਇੰਨੀ ਦੇਰ ਲਾ ਦਿੱਤੀ, ਫਿਰ ਵੀ ਚਲੋ ਜਦੋਂ ਵੀ ਆਏ ਦਰੁਸਤ ਆਏ। ਅਸੀਂ ਉਹਨਾਂ ਦੇ ਇਸ ਫੈਸਲੇ ਦਾ ਬੜਾ ਸਵਾਗਤ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ ਵੀ ਕਾਂਗਰਸ ਪਾਰਟੀ ਨੇ ਵੀ ਜਿਹੜਾ ਦੇਸ਼ ਆ ਉਹਨੂੰ ਚੁਣਿਆ, ਲੋਕਤੰਤਰ ਨੂੰ ਚੁਣਿਆ। ਜਿਹੜੇ ਲੋਕ ਇਸ ਆਰਡੀਨੈਂਸ ਦੇ ਹੱਕ 'ਚ ਨੇ ਉਹਨਾਂ ਨੇ ਦੇਸ਼ ਵਿਰੋਧੀ ਵੀ ਕਿਹਾ ਕਿ ਦੇਸ਼ ਵਿਰੋਧੀਆਂ ਦਾ ਸਾਥ ਉਹਨਾਂ ਨੇ ਨਹੀਂ ਦਿੱਤਾ, ਦੇਸ਼ ਹਿੱਤ ਦੇ ਵਿੱਚ ਫੈਸਲਾ ਲਿਆ ਕਾਂਗਰਸ ਪਾਰਟੀ ਨੇ। ਮੈਨੂੰ ਲੱਗਦਾ ਵੀ ਜੇ ਹੁਣ ਕਾਂਗਰਸ ਪਾਰਟੀ ਵੀ ਇੱਕ ਤਰ੍ਹਾਂ ਨਾਲ ਇਸ ਪਾਸੇ ਹੋ ਗਈ ਤੇ ਮੰਨ ਕੇ ਚੱਲੀਏ ਵੀ ਪਲੜਾ ਥੋੜ੍ਹਾ ਬਹੁਤ ਤੇ ਭਾਰੀ ਹੋਇਆ ਹੀ ਆ ਫਿਰ ਵਿਰੋਧੀ ਪਾਰਟੀਆਂ ਵਾਲਾ। ਦੇਖੋ ਸੰਧਾਲੀਆ ਸਾਹਿਬ, ਵਸਤੂ ਵਟਾਂਦਰਾ ਯੁੱਗ ਹੁੰਦਾ ਸੀ ਨਾ ਕਿ ਮੇਰੇ ਕੋਲੇ ਆਲੂ ਆ, ਤੁਹਾਡੇ ਕੋਲੇ ਛੋਲੇ ਨੇ, ਮੈਂ ਤੁਹਾਨੂੰ ਥੋੜ੍ਹਾ ਜਿਹਾ ਆਲੂ ਦੇ ਦੇਣੇ, ਤੁਸੀਂ ਮੈਨੂੰ ਥੋੜ੍ਹੇ ਜਿਹਾ ਛੋਲੇ ਦੇ ਦੇਣੇ ਤੇ ਉਨੇ ਨਾਲ ਗੱਲ ਬਣ ਜਾਣੀ। ਮੈਂ ਤੁਹਾਨੂੰ ਮੱਝ ਦੇ ਦੇਣੀ, ਤੁਸੀਂ ਮੈਨੂੰ ਗਾਂ ਦੇ ਦੇਣੀ ਜਾਣੀ। ਵਸਤੂ ਵਟਾਂਦਰਾ ਯੁੱਗ ਦੇ ਵਿੱਚ ਇਹ ਕੁਛ ਹੁੰਦਾ ਸੀ ਨਾ। ਇਹ ਵਸਤੂ ਵਟਾਂਦਰਾ ਯੁੱਗ ਵਰਗੀ ਕਹਾਣੀ ਹੈ। ਤੁਸੀਂ ਦੇਖੋ ਬਹੁਤ ਨੇੜੇ ਨੇੜੇ ਹੋ ਗਿਆ ਸੀ ਸਾਰਾ ਕੁਝ। ਕਾਂਗਰਸ ਪਾਰਟੀ ਦੇ ਲਈ ਇੰਪੋਰਟੈਂਟ ਕੀ ਹੈ? ਦੇਸ਼ ਦੀ ਸੱਤਾ, ਦੇਸ਼ ਦੀ ਤਾਕਤ, ਪ੍ਰਧਾਨ ਮੰਤਰੀ ਦੀ ਕੁਰਸੀ, ਕੇਂਦਰ ਦੀ ਸਰਕਾਰ। ਉਹ ਸਰਕਾਰ ਤਾਂ ਬਣਦੀ ਹੈ ਜਾਂ ਉਹ ਸਰਕਾਰ ਬਣਨ ਦੇ ਨੇੜੇ ਉਹ ਤਾਂ ਢੁੱਕਦੇ ਨੇ ਜਾਂ ਉਹਦੇ ਅਸਾਰ ਤਾਂ ਬਣਦੇ ਆ ਜੇ ਭਾਜਪਾ ਵਿਰੋਧੀ ਬਹੁਤੀਆਂ ਸਿਆਸੀ ਧਿਰਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੁੰਦੀਆਂ। ਕਾਂਗਰਸ ਨੂੰ ਚੰਗੇ ਤਰੀਕੇ ਪਤਾ ਸੀ ਕਿ ਜੇ ਬੀਜੇਪੀ ਵਿਰੋਧੀ ਵੋਟਾਂ ਆਪਾਂ ਵੰਡਣ ਤੋਂ ਬਚਾ ਲਈਏ ਤਾਂ ਬੀਜੇਪੀ ਦਾ ਮੁਕਾਬਲਾ ਹੋਣਾ ਮੋਦੀ ਸਾਹਿਬ ਦਾ, ਨਹੀਂ ਤਾਂ ਕੋਈ ਮੁਕਾਬਲਾ ਨਹੀਂ। ਉਹਦੇ ਲਈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਲੋੜ ਸੀ।
ਅਗਲੇ ਰਾਸ਼ਟਰੀ ਪਾਰਟੀ ਆ, 2 ਸੂਬਿਆਂ ਦੇ ਵਿੱਚ ਅਗਲਿਆਂ ਦੀ ਸਰਕਾਰ ਹੈ, 4-5 ਸੂਬਿਆਂ ਦੇ ਵਿੱਚ ਜੇ ਉਹ ਜਿੱਤਦੇ ਨਹੀਂ ਤਾਂ ਕਾਂਗਰਸ ਨੂੰ ਹਰਾਉਣ ਦੇ ਵਿੱਚ ਉਹਨਾਂ ਦਾ ਯੋਗਦਾਨ ਸਭ ਤੋਂ ਵੱਡਾ ਹੁੰਦਾ ਹੈ। ਹੁਣ ਜਿਹੜੀ ਭਾਜਪਾ ਵਿਰੋਧੀ ਪਾਰਟੀਆਂ ਦੀ ਮੀਟਿੰਗ 17 ਤੇ 18 ਨੂੰ ਹੋਣੀ ਹੈ ਬੰਗਲੌਰ 'ਚ, ਆਮ ਆਦਮੀ ਪਾਰਟੀ ਨੇ ਕਹਿਤਾ ਸੀ ਕਿ ਭਾਈ ਆਰਡੀਨੈਂਸ ਸਾਡਾ ਮਸਲਾ ਹੈ, ਲੋਕਤੰਤਰ ਦਾ ਮਸਲਾ ਹੈ। ਜੇ ਤਾਂ ਤੁਸੀਂ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਵਾਲਿਓ ਸਾਡੀ ਸਪੋਰਟ ਕਰਦੇ ਹੋ, ਆਰਡੀਨੈਂਸ ਦਾ ਵਿਰੋਧ ਕਰਦੇ ਹੋ, ਖਾਸ ਤੌਰ ਤੇ ਰਾਜ ਸਭਾ 'ਚ, ਤਾਂ ਅਸੀਂ ਵਿਰੋਧੀ ਧਿਰਾਂ ਦੀ ਮੀਟਿੰਗ 'ਚ ਆਵਾਂਗੇ, ਨਹੀਂ ਤਾਂ ਸਾਡੀਆਂ ਕਿਹੜਾ ਬਾਹਾਂ ਆਕੜੀਆਂ ਅਸੀਂ ਨਹੀਂ ਆਉਂਦੇ। ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਪਤਾ ਸੀ ਕਿ ਜੇ ਹੁਣ ਕਾਂਗਰਸ ਪਾਰਟੀ ਤੋਂ ਜਨਤਕ ਤੌਰ ਦੇ ਉੱਤੇ ਅਸੀਂ ਅਨਾਉਂਸ ਕਰਾ ਲਿਆ ਤਾਂ ਠੀਕ ਹੈ, ਨਹੀਂ ਤਾਂ ਇਹ ਨਾ ਹੋਵੇ ਕਿ ਆਖਰੀ ਮੌਕੇ ਦੇ ਉੱਤੇ ਕਾਂਗਰਸ ਪਾਰਟੀ ਵਾਲੇ ਵਿਰੋਧ ਵੀ ਨਾ ਕਰਨ, ਹੱਕ 'ਚ ਵੀ ਨਾ ਜਾਣ, ਬਾਈਕਾਟ ਕਰ ਦੇਣ ਤਾਂ ਮਤਾ ਪਾਸ ਹੋ ਜਾਣਾ ਸੀ। ਹੁਣ ਰੋਜ਼ ਪ੍ਰੈਸ਼ਰ ਬਣਦਾ ਸੀ ਕਿਉਂਕਿ ਦਿੱਲੀ ਸਰਕਾਰ ਦੇ ਅਧਿਕਾਰ ਜੇ ਆਰਡੀਨੈਂਸ ਪਾਸ ਹੋ ਜਾਂਦਾ ਖਤਮ ਨੇ, ਪੱਲੇ ਉਹਨਾਂ ਦੇ ਕੁਛ ਨਹੀਂ, ਇੱਕ ਮਿਊਨਿਸਪੈਲਿਟੀ ਤੋਂ ਵੀ ਘੱਟ ਉਹਨਾਂ ਦੇ ਅਧਿਕਾਰ ਹੋਣਗੇ। ਹੁਣ ਬੀਬੀ ਸੋਨੀਆ ਗਾਂਧੀ ਨੇ ਇੱਕ ਚਿੱਠੀ ਲਿਖੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿ 17 ਤੇ 18 ਤਰੀਕ ਨੂੰ 2 ਦਿਨ ਬੰਗਲੌਰ ਦੇ ਵਿੱਚ ਮੀਟਿੰਗ ਹੈ ਤੇ 16 ਸ਼ਾਮ ਨੂੰ ਡਿਨਰ ਦੇ ਉੱਤੇ ਆਇਓ। ਬਾਕੀ ਸਿਆਸੀ ਪਾਰਟੀਆਂ ਦੇ ਪ੍ਰਧਾਨ ਵੀ ਸੱਦੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਆਵਾਂਗੇ ਜ਼ਰੂਰ, ਲੰਗਰ ਪਾਣੀ ਤਾਂ ਪ੍ਰਸ਼ਾਦਾ ਛਕ ਲਾਂਗੇ, ਪਰ ਛਕਾਂਗੇ ਤਾਂ ਪਹਿਲਾਂ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਗੱਲ ਕਲੀਅਰ ਕਰੋ ਕਿ ਤੁਸੀਂ ਆਰਡੀਨੈਂਸ ਦੇ ਮੁੱਦੇ ਤੇ ਸਾਡੇ ਨਾਲ ਖਲੋਤੇ ਹੋ ਕਿ ਨਹੀਂ। ਤੇ ਕਾਂਗਰਸ ਦੇ ਲਈ ਸੰਧਾਲੀਆ ਸਾਹਿਬ ਬਹੁਤ ਔਖਾ ਸੀ ਇਹ ਸਮਾਂ। ਤੁਹਾਨੂੰ ਯਾਦ ਹੈ ਸਭ ਤੋਂ ਪਹਿਲਾਂ ਉਹ ਲੀਡਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਦੇ ਹਾਈਕਮਾਂਡ ਦੇ ਖਿਲਾਫ ਨਹੀਂ ਜਾਂਦੇ ਹੁੰਦੇ, ਉਹਨਾਂ ਨੇ ਚਿੱਠੀ ਲਿਖ ਦਿੱਤੀ ਸੀ ਆਪਣੇ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਸਾਹਿਬ ਨੂੰ। ਸਭ ਤੋਂ ਪਹਿਲਾਂ ਸਟੈਂਡ ਪ੍ਰਤਾਪ ਸਿੰਘ ਬਾਜਵਾ ਨੇ ਲਿਆ, ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਆ, ਫਿਰ ਪੰਜਾਬ ਕਾਂਗਰਸ ਦੇ ਕਈ ਹੋਰ ਲੀਡਰਾਂ ਨੇ ਸਟੈਂਡ ਲਿਆ ਕਿ ਭਲਿਓ ਲੋਕੋ ਕਿਤੇ ਦੇਸ਼ ਦੀ ਕੁਰਸੀ ਲੱਭਦੇ ਆਮ ਆਦਮੀ ਪਾਰਟੀ ਦੀ ਸਪੋਰਟ ਨਾ ਇਸ ਮੁੱਦੇ ਤੇ ਕਰ ਦਿਓ। ਤੁਹਾਨੂੰ ਨਹੀਂ ਪਤਾ ਕਿ ਪੰਜਾਬ ਕਾਂਗਰਸ ਦੇ ਕਿੰਨੇ ਲੀਡਰ ਫੜ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੰਦਰ ਦਿੱਤੇ ਹੋ। ਫਿਰ ਦੂਸਰੇ ਪਾਸੇ ਦਿੱਲੀ ਦਾ ਕਾਂਗਰਸ ਲੀਡਰ ਅਜੇ ਮਾਕਨ ਨੇ ਵੀ ਕਿਹਾ ਸੀ ਕਿ ਗਲਤ ਹੈ ਜੀ, ਇਦਾਂ ਨਾ ਕਰਿਓ। ਤੁਹਾਨੂੰ ਨਹੀਂ ਪਤਾ ਦਿੱਲੀ ਦੇ ਵਿੱਚ ਸਾਡੀ ਫੱਟੀ ਕਹਿੰਦੇ ਪੋਚੀ ਹੈ ਆਮ ਆਦਮੀ ਪਾਰਟੀ ਨੇ। ਤੁਹਾਨੂੰ ਨਹੀਂ ਪਤਾ ਕਿ ਵਿਧਾਨ ਸਭਾ ਦੇ ਵਿੱਚ ਜੇ ਅੱਜ ਸਾਡਾ ਕੋਈ ਵੀ ਐਮਐਲਏ ਨਹੀਂ ਤੇ ਉਹਦੇ ਪਿੱਛੇ ਕਾਰਨ ਕੀ ਹੈ? ਕਾਰਨ ਆਮ ਆਦਮੀ ਪਾਰਟੀ ਹੈ। ਜਾਣੀ ਕਾਂਗਰਸ ਪਾਰਟੀ ਚਾਹੁੰਦੀ ਸੀ ਕਿ ਅਸੀਂ ਹਾਲ ਦੀ ਘੜੀ ਵਿਰੋਧੀ ਧਿਰਾਂ ਦੀ ਏਕਤਾ ਕਰ ਲਈਏ, ਆਰਡੀਨੈਂਸ ਵਾਲੇ ਮੁੱਦੇ ਤੇ ਚੁੱਪ ਰਹੀਏ, ਉਹ ਅੱਗੇ ਜਾ ਕੇ ਦੇਖਦੇ ਆ। ਤੇ ਆਮ ਆਦਮੀ ਪਾਰਟੀ ਨੂੰ ਵੀ ਪਤਾ ਸੀ ਕਿ ਜੇ ਅੱਜ ਕਾਂਗਰਸ ਪਾਰਟੀ ਨੇ ਸਟੈਂਡ ਸਪਸ਼ਟ ਨਾ ਕੀਤਾ ਤਾਂ ਇਹਨਾਂ ਨੇ ਕਦੇ ਵੀ ਨਹੀਂ ਕਰਨਾ। ਹੁਣ ਮਜਬੂਰ ਹੋ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਆਪਣੀਆਂ ਪੰਜਾਬ ਤੇ ਦਿੱਲੀ ਇਕਾਈਆਂ ਜਿਹੜੀਆਂ ਨੇ ਉਹਨਾਂ ਦਾ ਵਿਰੋਧ ਦਰਕਨਾਰ ਕਰਨਾ ਪਿਆ। ਆਮ ਆਦਮੀ ਪਾਰਟੀ ਨੂੰ ਇਸ ਮੁੱਦੇ ਤੇ ਸਮਰਥਨ ਉਹਨਾਂ ਨੂੰ ਦੇਣਾ ਪਿਆ। ਹੁਣ ਇੱਕ ਤਾਂ ਇਹ ਹੋ ਸਕਦਾ ਸੰਧਾਲੀਆ ਸਾਹਿਬ ਕੇਜਰੀਵਾਲ ਸਾਹਿਬ ਡਿਨਰ ਤੇ ਜਾਣ, ਉਹਦੇ ਤੋਂ ਬਾਅਦ ਉਹ ਮੀਟਿੰਗ ਦੇ ਵਿੱਚ ਵੀ ਜਾਣ ਵਿਰੋਧੀ ਧਿਰਾਂ ਦੀਆਂ 'ਚ। ਕਾਂਗਰਸ ਪਾਰਟੀ ਨੂੰ ਲੱਗੂਗਾ ਕਿ ਅਸੀਂ ਮਜ਼ਬੂਤ ਹੋ ਗਏ ਹਾਂ, ਭਾਜਪਾ ਵਿਰੋਧੀ ਵੋਟਾਂ ਹੁਣ ਵੰਡੀਆਂ ਨਹੀਂ ਜਾਣਗੀਆਂ। ਦੂਸਰੇ ਪਾਸੇ ਕਾਂਗਰਸ ਪਾਰਟੀ ਹੁਣ ਇਸ ਮੁੱਦੇ ਦੇ ਉੱਤੇ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਅਜੇ ਮਾਕਨ ਵਰਗੇ ਲੀਡਰਾਂ ਨੂੰ ਸੰਤੁਸ਼ਟ ਕਿੱਦਾਂ ਕਰਨਗੇ? ਕਿਉਂਕਿ ਹੁਣ ਪੰਜਾਬ 'ਚ ਪਤਾ ਕੀ ਹੋਣਾ, ਪੰਜਾਬ 'ਚ ਅਕਾਲੀਆਂ ਨੇ ਕਹਿਣਾ, ਪੰਜਾਬ 'ਚ ਬੀਜੇਪੀ ਨੇ ਕਹਿਣਾ ਦੇਖਿਆ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੇ ਸੀ ਏਬੀ ਟੀਮਾਂ ਨੇ। ਸਾਨੂੰ ਨਹੀਂ ਪਤਾ ਕਿ ਕੌਣ ਕਿਹਦੀ ਏਬੀ ਟੀਮ ਹੈ, ਕੌਣ ਕਿਹਦੀ ਏਬੀ ਟੀਮ ਨਹੀਂ। ਪਰ ਹੁਣ ਭਾਜਪਾ ਤੇ ਅਕਾਲੀ ਦਲ ਦੇ ਕੋਲ ਇਸ ਮੁੱਦੇ ਦੇ ਉੱਤੇ ਕਹਿਣ ਦਾ ਸਮਾਂ ਆ ਗਿਆ ਕਿ ਪਹਿਲਾਂ ਤਾਂ ਦੋਨੇ ਧਿਰਾਂ ਇੱਕ ਦੂਜੇ ਨੂੰ ਕੋਸਦੀਆਂ ਸੀ, ਆਪ ਤੇ ਕਾਂਗਰਸ। ਹੁਣ ਦੇਖੋ ਇਸ ਮੁੱਦੇ ਤੇ ਚੁੱਪ ਚਪੀਤੇ ਇੱਕ ਰਸਤੇ ਦੇ ਉੱਤੇ ਤੁਰ ਪਈਆਂ। ਟੇਢੀ ਹੋ ਗਈ ਪੰਜਾਬ ਦੀ ਰਾਜਨੀਤੀ, ਭੁਚਾਲ ਆਊਗਾ ਪੰਜਾਬ ਦੀ ਰਾਜਨੀਤੀ 'ਚ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਭੋਰਕ ਜਵਾਬ ਦੇਣਾ ਔਖਾ ਹੋ ਜੂ ਤੇ ਸੌਖਾ ਆਮ ਆਦਮੀ ਪਾਰਟੀ ਲਈ ਵੀ ਨਹੀਂ। ਜਿਹੜੇ ਕਹਿੰਦੇ ਸੀ ਕਿ ਭਾਈ ਦੇਸ਼ ਨੂੰ ਭਾਜਪਾ ਤੇ ਕਾਂਗਰਸ ਲੁੱਟ ਕੇ ਖਾ ਗਈਆਂ, ਅਗਲੇ ਵਿਰੋਧੀ ਧਿਰਾਂ ਦੀ ਏਕਤਾ ਦੀ ਬੈਠਕ ਦੇ ਵਿੱਚ ਨਾਲ ਦੀ ਕੁਰਸੀ ਤੇ ਜਦੋਂ ਬੈਠੇ ਹੋਣਗੇ, ਸਵਾਲ ਤਾਂ ਆਪ ਵਾਲੀ ਲੀਡਰਸ਼ਿਪ ਤੋਂ ਵੀ ਪੁੱਛਿਆ ਜਾਊਗਾ। ਆਹੋ ਹੁਣ 17 ਤੇ 18 2 ਦਿਨ ਨੇ ਤੇ 2 ਦਿਨਾਂ ਦੇ ਵਿੱਚ ਲੰਮੀ ਚੌੜੀ ਮੀਟਿੰਗ ਹੋਣੀ ਆ। ਕਿਹੜਾ ਲੀਡਰ ਕੀ ਉੱਥੇ ਬਿਆਨ ਦਿੰਦਾ, ਕਿਹੜਾ ਉੱਥੇ ਕੋਈ ਆਪਣਾ ਉੱਲੂ ਸਿੱਧਾ ਕਰਦਾ, ਕਿਹੜਾ ਸਿਰਫ ਤੇ ਸਿਰਫ ਐਵੇਂ ਖਾਣਾ ਪੂਰਤੀ ਨੂੰ ਬਹਿੰਦਾ, ਕਿਹਨੂੰ ਵਾਕਿਆ ਹੀ ਫਿਕਰ ਹੁੰਦਾ ਵੀ ਹਾਂ ਯਾਰ ਵਾਕਿਆ ਆਪਾਂ ਇੱਕ ਪਾਸੇ ਹੋ ਕੇ ਤੇ ਬੀਜੇਪੀ ਦਾ ਕੁਛ ਕਰੀਏ। ਤੇ ਮੈਨੂੰ ਤਾਂ ਇਹ ਵੀ ਸ਼ੱਕ ਆ ਵੀ ਹੋ ਸਕਦਾ ਉਹਦੇ ਵਿੱਚ ਕਈ ਬੰਦੇ, ਕਈ ਚਿਹਰੇ ਐਸੇ ਵੀ ਹੋਣ ਜਿਹੜੇ 17 ਤੇ 18 ਤਰੀਕ ਨੂੰ ਇੰਨੇ ਜ਼ਿਆਦਾ ਭਾਜਪਾ ਵਿਰੋਧੀ ਲੱਗਣ, ਇੰਨੇ ਜ਼ਿਆਦਾ ਭਾਜਪਾ ਵਿਰੋਧੀ ਲੱਗਣ ਵੀ ਉਹਨਾਂ ਨੂੰ ਲੱਗੇ ਵੀ ਯਾਰ ਜਿੰਨੇ ਇਹ ਵਿਰੋਧ 'ਚ ਨੇ ਮੋਦੀ ਸਾਹਿਬ ਦੇ ਇੰਨਾ ਕੋਈ ਹੈ ਹੀ ਨਹੀਂ, ਤੇ ਅਖੀਰ 1.5-2 ਮਹੀਨੇ ਬਾਅਦ ਉਹੀ ਬੰਦੇ ਬੀਜੇਪੀ ਵਾਲੇ ਪਾਸੇ ਬੈਠੇ ਨਜ਼ਰ ਆਉਣ। ਕੁਛ ਵੀ ਹੋ ਸਕਦਾ ਕਿਉਂਕਿ ਰਾਜਨੀਤੀ ਪਿਛਲੇ ਸਮੇਂ ਜਿੱਦਾਂ ਦਾ ਖੇਡ ਖੇਡਣ ਡਈ ਹੈ ਨਾ, ਉਹ ਬਹੁਤਾ ਕਰਕੇ ਲੋਕਾਂ ਦੀ ਸਮਝ ਤੋਂ ਬਾਹਰ ਹੋਈ ਜਾਂਦਾ ਕੰਮ। ਇਹ ਪਰ ਗੱਲ ਤੁਹਾਡੀ ਜਿਹੜੀ ਤੁਸੀਂ ਪੰਜਾਬ ਵਾਲੀ ਛੇੜੀ ਨਾ, ਇਹ ਮੈਨੂੰ ਲੱਗਦਾ ਵੀ ਖਲਾਰਾ ਪਾਊਗੀ। ਕਿਉਂਕਿ ਜੇ ਤੇ ਹੁਣ ਮੰਨ ਲਓ ਵੀ ਕਾਂਗਰਸ ਪਾਰਟੀ ਜਿਹੜੀ ਆ ਉੱਪਰ ਆ ਉੱਥੇ ਮੀਟਿੰਗ 'ਚ ਇਕੱਠੇ ਬਹਿੰਦੇ ਨੇ, ਸਾਰਾ ਕੁਛ ਕਰਦੇ ਨੇ, ਤੇ ਇੱਥੇ ਜਦੋਂ ਵਿਰੋਧ ਵਾਲਾ ਕੰਮ ਹੋਊਗਾ ਤੇ ਫਿਰ ਵਿਰੋਧ ਜਿਹੜਾ ਹੈ ਉਹਨਾਂ ਦਾ ਆਪਸ ਦੇ ਵਿੱਚ ਜਦੋਂ ਬਿਆਨਬਾਜ਼ੀ ਹੋਈ, ਉਹਦੇ ਉੱਪਰ ਜਿਹੜੇ
ਬੀਜੇਪੀ ਤੇ ਅਕਾਲੀ ਦਲ ਜਾਂ ਬਸਪਾ ਜਾਂ ਹੋਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਜ਼ਿਆਦਾ ਆਉਣਾ। ਉਹ ਪਿੱਛੇ ਰਹਿਣ ਦਿਓ ਯਾਰ, ਕਾਹਨੂੰ ਤੁਸੀਂ ਇੱਥੇ ਰੌਲਾ ਪਾਉਂਦੇ ਹੋ, ਵੈਸੇ ਜਾ ਕੇ ਮਿਲਿਆ ਉੱਥੇ। ਉੱਦਾਂ ਕਹਿ ਦਿਓ ਉਹਨਾਂ ਨੂੰ ਯਾਰ ਤੁਸੀਂ ਇਕੱਠੇ ਤੇ ਹੈਗੇ ਹੋ। ਤੇ ਜੇ ਮੰਨ ਲਓ ਆਪ ਵਾਲਿਆਂ ਨੇ ਕੁਛ ਕਿਹਾ ਵੀ ਵੇਖਿਓ ਅਸੀਂ ਹੁਣ ਫਲਾਨਾ ਲੀਡਰ ਵੀ ਫੜ ਕੇ ਅੰਦਰ ਕਰ ਲੈਣਾ, ਉਹ ਯਾਰ ਉਹਨਾਂ ਕਹਿਣਾ ਯਾਰ ਕਾਹਦਾ ਫਲਾਨਾ ਲੀਡਰ, ਤੁਹਾਡਾ ਹੀ ਆ, ਉੱਤੇ ਤੁਸੀਂ ਇਕੱਠੇ ਬੈਠੇ ਬੂਠੇ ਰਹਿੰਦੇ। ਹੁਣ ਕਹਿਣ ਤੋਂ ਭਾਵੇਂ ਵੀ ਇਹ ਜਿਹੜੀ ਚੀਜ਼ ਆ ਨਾ ਇਹਦਾ ਜਵਾਬ ਦੇਣਾ ਔਖਾ ਹੋ ਜਾਣਾ। ਪਰ ਨਾਲ ਨਾਲ ਜਿਹੜੀ ਚੀਜ਼ ਲੀਡਰਾਂ ਦੀ ਇੱਧਰੋਂ ਉੱਧਰ ਟਪੂਸੀਬਾਜ਼ੀ ਵਾਲਾ ਕੰਮ ਚੱਲ ਰਿਹਾ, ਮੈਨੂੰ ਲੱਗਦਾ ਉਹਦੇ ਵਿੱਚ ਇੱਕ ਹੋਰ ਟੀਮ ਵੀ ਰਲਗੱਡ ਹੋ ਰਹੀ ਹੈ ਨਾ। ਕਿਉਂਕਿ ਕਾਂਗਰਸ ਪਾਰਟੀ ਦੇ ਵੱਡੇ ਚਿਹਰਿਆਂ ਦਾ ਬੀਜੇਪੀ 'ਚ ਜਾਣਾ ਅਤੇ ਉੱਧਰੋਂ ਜਾਖੜ ਸਾਹਿਬ ਦਾ ਬੀਜੇਪੀ ਦੇ ਪ੍ਰਧਾਨ ਬਣ ਜਾਣਾ, ਉਹਦੇ ਤੋਂ ਬਾਅਦ ਪੰਜਾਬ ਵਾਲਿਆਂ ਨੂੰ ਤੇ ਬੀਜੇਪੀ ਵੀ ਬਹੁਤੀ ਕਾਂਗਰਸੀ ਲੱਗਣ ਲੱਗ ਪਈ। ਅਤੇ ਹੁਣ ਜਿੱਦਾਂ ਹੌਲੀ ਹੌਲੀ ਕਾਂਗਰਸ ਪਾਰਟੀ ਦੇ ਲੀਡਰ ਹੋਰ ਬੀਜੇਪੀ 'ਚ ਜਾਣ ਲੱਗ ਪਏ ਆ, ਉਹਦੇ ਤੋਂ ਬਾਅਦ ਤਾਂ ਐਪੀਸੋਡ ਵਾਹਵਾ ਖਿਲਾਰੇ ਵਾਲੇ ਪਾਸੇ ਚਲੇ ਗਿਆ। ਹੁਣ ਜਿੱਦਾਂ ਬਟਾਲੇ ਵਾਲੇ ਅਸ਼ਵਨੀ ਸਾਹਿਬ ਦਾ ਰੌਲਾ ਵੀ ਉਹ ਚਲ ਗਏ ਜੀ ਬੀਜੇਪੀ ਜਾਂ ਚਲੇ ਜਾਣਾ, ਅਤੇ ਉਹ ਮੇਰਾ ਖਿਆਲ ਹੈ ਜੀ ਉਹਨਾਂ ਦੇ ਜਾਣ ਤੋਂ ਪਹਿਲਾਂ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਜਿੰਨਾ ਸਖਤ ਟਵੀਟ ਕੀਤਾ ਸੀਗਾ ਅਤੇ ਉਹਦੇ 'ਚ ਜਿਹੜੇ ਸ਼ਬਦ ਉਹਨਾਂ ਨੇ ਉੱਥੇ ਲਿਖੇ ਨੇ ਆਪਾਂ ਇੱਥੇ ਬੋਲਦੇ ਨਹੀਂ, ਉਹਦੇ ਤੋਂ ਤਾਂ ਮੈਨੂੰ ਜਾਪਦਾ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਆਪ ਦਾ ਕੋਈ ਖਿਲਾਰਾ ਕਿਸੇ ਪਾਸੇ ਪਵੇ ਨਾ ਪਵੇ, ਬੀਜੇਪੀ 'ਚ ਗਏ ਕਾਂਗਰਸੀ ਲੀਡਰਾਂ ਦਾ ਅਤੇ ਕਾਂਗਰਸ 'ਚ ਰਹਿ ਗਏ ਕਾਂਗਰਸੀ ਲੀਡਰਾਂ ਦਾ ਆਪਸ ਕਲੇਸ਼ ਪੈ ਜਾਣਾ। ਸੰਧਾਲੀਆ ਸਾਹਿਬ ਵੈਸੇ ਨਾ ਇਹ ਜਿਹੜੇ ਸਾਹਿਬ ਨੇ ਅਸ਼ਵਨੀ ਸੇਖੜੀ ਸਾਹਿਬ, ਇਹਨਾਂ ਦਾ ਬੜਾ ਅਜੀਬ ਜਿਹਾ ਕਈ ਵਾਰੀ ਹੋ ਜਾਂਦਾ ਮਸਲਾ। ਇਹ ਤਾਂ ਇੱਕ ਵਾਰੀ ਉਦੋਂ ਚਰਚਾ ਦੇ ਵਿੱਚ ਆਏ ਸੀ ਜਦੋਂ ਇਹਨਾਂ ਦਾ ਆਪਦਾ ਭਰਾ ਜਿਹੜਾ ਅਸ਼ਵਨੀ ਸੇਖੜੀ ਸਾਹਿਬ ਦਾ, ਮੇਰੇ ਖਿਆਲ ਇੰਦਰ ਕੁਮਾਰ ਸੇਖੜੀ ਸੀ, ਉਹ ਇਹਨਾਂ ਦੇ ਖਿਲਾਫ ਖੜ ਗਿਆ ਸੀ। ਉਨੀਆਂ ਕੁ ਵੋਟਾਂ ਉਹ ਲੈ ਗਿਆ ਜਿੰਨੀਆਂ ਕੁ ਵੋਟਾਂ ਨਾਲ ਸੇਖੜੀ ਸਾਹਿਬ 2017 ਦੇ ਵਿੱਚ ਹਾਰ ਗਏ ਸੀ। ਵੈਸੇ ਜਿੱਤਦੇ ਬੜੀ ਵਾਰੀ ਰਹੇ ਬਟਾਲੇ ਤੋਂ। ਫਿਰ ਇੱਕ ਵਾਰੀ ਅਸ਼ਵਨੀ ਸੇਖੜੀ ਸਾਹਿਬ ਆ ਪਿਛਲੀਆਂ ਚੋਣਾਂ ਦੇ ਵੇਲੇ ਵੀ ਐਂ ਲੱਗਦਾ ਸੀ ਕਿ ਇੱਕ ਮੰਤਰੀ ਆ ਇਹਨਾਂ ਦੇ ਗੁਆਂਢ ਦੇ ਵਿੱਚ, ਮੰਤਰੀ ਸਨ ਉਹ ਕਾਂਗਰਸ ਪਾਰਟੀ ਦੇ ਲੀਡਰ ਨੇ, ਐਂ ਲੱਗਦਾ ਸੀਗਾ ਕਿ ਉਹਨਾਂ ਨੇ ਨਾਲ ਦੇ ਫਤਿਹਗੜ੍ਹ ਚੂੜੀਆਂ ਵਾਲੇ ਹਲਕੇ ਦੇ ਵਿੱਚੋਂ ਹੌਲੀ ਹੌਲੀ ਹੋ ਕੇ ਇਹਨਾਂ ਵਾਲੇ ਹਲਕੇ 'ਚ ਆ ਜਾਣਾ। ਇੱਕੋ ਹੀ ਪਾਰਟੀ ਸੀ ਦੋਵਾਂ ਦੀ। ਇਹ ਕਹਿੰਦੇ ਸੀ ਮੇਰੇ ਹਲਕੇ 'ਚ ਦਖਲਅੰਦਾਜ਼ੀ ਬਹੁਤ ਕਰਦੇ ਆ, ਮੇਰੇ ਹਲਕੇ 'ਚ ਮੰਤਰੀ ਵੜਨਾ ਨਹੀਂ ਚਾਹੀਦਾ। ਇਹਨਾਂ ਨੂੰ ਲੱਗਦਾ ਸੀ ਕਿ ਮੈਨੂੰ ਟਿਕਟ ਨਹੀਂ ਮਿਲਣੀ। ਕਹਿੰਦੇ ਆ ਕਿ ਇਹਨਾਂ ਦੀ ਤਾਂ ਗੱਲਬਾਤ ਵੀ ਹੋ ਚੁੱਕੀ ਸੀ ਇੱਕ ਬਹੁਤ ਵੱਡੀ ਪੰਥਕ ਧਿਰ ਦੇ ਨਾਲ। ਇਹ ਚੱਲੇ ਸੀ ਸਵੇਰ ਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਉਧਰਲੇ ਪਾਸਿਓਂ ਚੋਣ ਲੜਨ। ਇੰਨੀ ਦੇਰ ਨੂੰ ਨਵਜੋਤ ਸਿੰਘ ਸਿੱਧੂ ਦੇ, ਕਿਉਂਕਿ ਬਹੁਤ ਨੇੜੇ ਨੇ ਸਿੱਧੂ ਸਾਹਿਬ ਦੇ, ਸਿੱਧੂ ਸਾਹਿਬ ਨੇ ਜਾ ਕੇ ਕਿਹਾ ਕਿ ਸੇਖੜੀ ਸਾਹਿਬ ਕਿਉਂ ਚਿੰਤਾ ਕਰਦੇ ਹੋ, ਟਿਕਟ ਤਾਂ ਤੁਹਾਡੀ ਹੈ। ਫਿਰ ਜਾਂਦੇ ਜਾਂਦੇ ਰਹਿ ਗਿਆ ਸੀ ਆ ਆਖਰੀ ਮੌਕੇ ਦੇ ਉੱਤੇ। ਕਈ ਵਾਰੀ ਹੁੰਦਾ ਨਾ ਡਾਲੇ ਨੂੰ ਹੱਥ ਪਾ ਵੀ ਲਿਆ ਹੁੰਦਾ, ਇੱਕ ਪੈਰ ਵੀ ਸੰਗਲ ਜਿਹਾ ਦੇ ਵਿੱਚ ਫਸਾ ਲਿਆ ਹੁੰਦਾ, ਪਰ ਮੁੜ ਕੇ ਉਹ ਕਹਿੰਦਾ ਯਾਰ ਆ ਜਾ ਟਰਾਲੀ ਤੇਜ਼ ਬਹੁਤ ਹੈ, ਅਜੇ ਇਹਦੇ ਤੇ ਚੜ੍ਹਨਾ ਨਹੀਂ। ਚਲੋ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਸੇਖੜੀ ਸਾਹਿਬ ਨੇ, ਇਲੈਕਸ਼ਨ ਆਪ ਵੀ ਹਾਰ ਗਿਆ, ਸਿੱਧੂ ਸਾਹਿਬ ਵੀ ਹਾਰ ਗਿਆ, ਸਿੱਧੂ ਸਾਹਿਬ ਦੀ ਪ੍ਰਧਾਨਗੀ ਵੀ ਚਲੇਗੀ। ਉਹਦੇ ਤੋਂ ਬਾਅਦ ਰਾਜਾ ਵੜਿੰਗ ਸਾਹਿਬ ਦੇ ਨਾਲ ਵੀ ਕੋਈ ਬਹੁਤੀ ਜ਼ਿਆਦਾ ਜੇ ਆਪਾਂ ਕਹੀਏ ਕਿ ਟਿਊਨਿੰਗ ਹੈ ਹੂ ਨਹੀਂ। ਜਦੋਂ ਵੀ ਕਿਤੇ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਕੋਈ ਚਰਚਾ ਚੱਲਦਾ, ਕੋਈ ਇਕੱਠ ਹੁੰਦਾ, ਕਿਤੇ ਸ਼ਕਤੀ ਪ੍ਰਦਰਸ਼ਨ ਹੁੰਦਾ, ਸੇਖੜੀ ਸਾਹਿਬ ਚੇਚਾ ਪੁੱਜਦੇ ਰਹੇ ਆ। ਤੇ ਹੁਣ ਹੋ ਸਕਦਾ ਭਾਈ ਅਗਲਿਆਂ ਨੇ ਦੇਖਿਆ ਹੋਵੇ ਕਿ ਕੇਂਦਰ ਦੇ ਵਿੱਚ ਸਰਕਾਰ ਹੈ, ਜੇ ਕੈਪਟਨ ਸਾਹਿਬ ਚਲੇ ਗਏ, ਜੇ ਜਾਖੜ ਸਾਹਿਬ ਚਲੇ ਗਏ, ਜੇ ਇਹਨਾਂ ਦੇ ਮਾਝੇ ਦੇ ਵਿੱਚੋਂ ਡਾਕਟਰ ਰਾਜਕੁਮਾਰ ਵੇਰਕਾ ਚਲੇ ਗਏ, ਜੇ ਇਸੇ ਹੀ ਬਟਾਲਿਓਂ ਇੱਕ ਇਲੈਕਸ਼ਨ ਲੜੀ ਗਈ ਸੀ ਪਿਛਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ, ਉਹ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਭਰਾ ਸਾਹਿਬ ਸੀ ਫਤਿਹ ਜੰਗ ਸਿੰਘ ਬਾਜਵਾ ਸਾਹਿਬ, ਜੇ ਉਹ ਵੀ ਭਾਜਪਾ ਦੇ ਵਿੱਚ ਚਲੇ ਗਏ, ਜੇ ਪਰਲੇ ਪਾਸਿਓਂ ਦੇਖੀਏ ਬਲਵੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ, ਰਾਣਾ ਸੋਢੀ ਸਾਹਿਬ, ਕਾਂਗੜ ਸਾਹਿਬ, ਮੈਂ ਕਿੰਨੇ ਕੁ ਨਾਂ ਗਿਣਾਵਾਂ ਕਿ ਜੇ ਉਹ ਸਾਰੇ ਚਲੇ ਗਏ ਕਿ ਕੁਛ ਨਾ ਕੁਛ ਤਾਂ ਉੱਥੇ ਹੋਣਾ ਹੀ ਹੈ। ਹੋ ਸਕਦਾ ਇੱਕ ਅੱਧੇ ਆਪਣੇ ਪੁਰਾਣੇ ਸਾਥੀ ਨੂੰ ਟੈਲੀਫੋਨ ਕਰਕੇ ਪੁੱਛ ਲਿਆ ਹੋਵੇ ਕਿ ਯਾਰ ਜੇ ਹੈਗੀ ਹੈ ਇੱਥੇ ਕਤਾਰ ਦੇ ਵਿੱਚ ਕੁਰਸੀ ਖਾਲੀ ਤਾਂ ਆਵਾਂ, ਮੈਂ ਵਿਹਲਾ ਹੀ ਅੱਜ ਕੱਲ੍ਹ। ਸੋ ਕੁਛ ਵੀ ਹੋ ਸਕਦਾ ਜੀ। ਪੁਰਾਣੇ ਕਾਂਗਰਸੀ ਤਾਂ ਰੌਲਾ ਪਾਉਣਗੇ, ਬਣਦੀ ਬੁਣਦੀ ਇਹਨਾਂ ਨੇ ਆਲੇ ਦੁਆਲੇ ਘੱਟੇ ਸੀ ਕਾਂਗਰਸੀਆਂ ਨਾਲ। ਇੱਕ ਮੈਂ ਹੋਰ ਬੇਨਤੀ ਕਰਾਂ ਇੱਥੇ ਖਾਸ ਕਰਕੇ ਬੀਜੇਪੀ ਪਾਰਟੀ ਨੂੰ। ਬੀਜੇਪੀ ਜ਼ਰੂਰ ਇਸ ਵਕਤ, ਕਿਉਂਕਿ ਉਹਨਾਂ ਦਾ ਧਿਆਨ ਆ ਵੀ ਬੱਸ ਨਵੀਂ ਪਾਈ ਆ, ਸੀਟਾਂ ਖਾਲੀ ਨੇ, ਸਵਾਰੀਆਂ ਚਾਹੀਦੀਆਂ, ਅਤੇ ਸਵਾਰੀ ਨੂੰ ਮੇਰਾ ਖਿਆਲ ਉਹ ਇੱਦਾਂ ਪਾਉਂਦੇ ਆ ਵੀ ਜਿਹੜੀ ਕਹੇ ਸੀਟ, ਜਿੱਥੇ ਤੂੰ ਰੁਮਾਲ ਰੱਖਦੇ ਉੱਥੇ ਬਹਿ ਜਾ ਮਿੱਤਰਾ, ਗੱਲ ਹੀ ਕੋਈ ਨਹੀਂ। ਸ਼ੀਸ਼ੇ ਵਾਲੀ ਚਾਹੀਦੀ ਸ਼ੀਸ਼ੇ ਵਾਲੀ ਦਿਆਂਗੇ, ਬਾਰੀ ਵਾਲੀ, ਤਾਕੇ ਵਾਲੀ, ਜਿੱਦਾਂ ਵੀ ਕਹੇ ਜੀ। ਮੈਂ ਸੋਚਦਾ ਸੀ ਵੀ ਜਿਸ ਹਿਸਾਬ ਨਾਲ ਇਹਨਾਂ ਨੇ ਇਸ ਵਕਤ ਭਰਤੀ ਸ਼ੁਰੂ ਕੀਤੀ ਹੈ ਬੀਜੇਪੀ ਨੇ, ਵੀ ਉਹ ਵੀ ਕਾਂਗਰਸ ਪਾਰਟੀ 'ਚੋਂ। ਹੁਣ ਇੱਕ ਚੀਜ਼ ਸ਼ਾਇਦ ਕਿਸੇ ਦਾ ਧਿਆਨ ਨਹੀਂ ਗਿਆ, ਆਪਾਂ ਚਲੋ ਧਿਆਨ ਦਵਾ ਦਿੰਦੇ ਹਾਂ, ਉਹ ਇਹ ਆ ਵੀ ਕਾਂਗਰਸ ਪਾਰਟੀ ਜ਼ਰੂਰ ਜਾਪਦੀ ਆ, ਪਰ ਕਾਂਗਰਸ ਪਾਰਟੀ ਅੰਦਰੋਂ ਬਹੁਤ ਸਾਰੇ ਧਿਰਾਂ, ਬਹੁਤ ਸਾਰੇ ਕਹਿ ਲਓ ਕਿ ਵੀ ਗਰੁੱਪਾਂ ਦਾ ਇੱਕ ਸਮੂਹ ਆ। ਉਹਦੇ ਵਿੱਚ ਕੋਈ ਕੈਪਟਨ ਸਾਹਿਬ ਦਾ ਧੜਾ ਹੁੰਦਾ ਸੀ, ਜਾਖੜ ਸਾਹਿਬ ਦਾ ਧੜਾ ਹੁੰਦਾ ਸੀ, ਇੱਧਰ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਹੋ ਗਿਆ, ਸਿੱਧੂ ਸਾਹਿਬ ਦਾ ਧੜਾ ਹੋ ਗਿਆ। ਹੁਣ ਵਾਲੀ ਬਚੀ ਕਾਂਗਰਸ ਜਿਹੜੀ, ਉਹਦੇ ਵਿੱਚ ਵੀ ਗਾਂਹ ਕਈ ਧੜੇ ਨੇ। ਹੁਣ ਜਿੰਨੇ ਬੰਦੇ ਇਸ ਵਕਤ ਬੀਜੇਪੀ 'ਚ ਜਾ ਰਹੇ ਨੇ, ਜੇ ਤੁਸੀਂ ਮੋਟਾ ਦੇਖੋ ਤਾਂ 2-3 ਧੜਿਆਂ ਦੇ ਵਿੱਚੋਂ ਗਏ ਸੀ ਬੰਦੇ। ਅਤੇ ਹੁਣ ਜੇ ਮੌਜੂਦਾ ਧੜੇ ਦੇ ਹਿਸਾਬ ਨਾਲ ਦੇਖੀਏ ਤਾਂ ਅਸ਼ਵਨੀ ਸਾਹਿਬ ਦੀ ਐਂਟਰੀ ਸਿੱਧੂ ਸਾਹਿਬ ਵਾਲੇ ਧੜੇ ਵਾਲੇ ਪਾਸਿਓਂ ਉਹਦੇ 'ਚ ਹੋ ਰਹੀ ਹੈ। ਹੁਣ ਗੱਲ ਇਹ ਆ ਵੀ ਜਿਹੜੇ ਬੰਦੇ ਕਾਂਗਰਸ ਪਾਰਟੀ 'ਚ ਧੜਿਆਂ 'ਚ ਵੰਡੇ ਸੀ, ਉਹ ਬੀਜੇਪੀ 'ਚ ਜਾ ਕੇ ਇੱਕ ਹੋ ਜਾਣਗੇ, ਇਹ ਇੱਕ ਵੱਡਾ ਸਵਾਲ ਨਹੀਂ।
ਨਹੀਂ, ਬਹੁਤ ਵੱਡਾ ਸਵਾਲ ਹੈ ਜੀ। ਵੈਸੇ ਉਹ ਕੁਸਕਣ ਕਸਕਣ ਤਾਂ ਘੱਟ ਹੀ ਦਿੰਦੇ ਹੁੰਦੇ ਆ ਬੀਜੇਪੀ ਵਾਲੇ, ਉਹ ਆਪਣੇ, ਕਿਉਂਕਿ ਤੁਸੀਂ ਦੇਖੋ ਇਹ ਬੰਦੇ ਇੱਕ ਗੱਲ ਸਮਝ ਲੈਣ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਾ ਤੇ ਉਹ ਕਾਂਗਰਸ ਨਹੀਂ, ਉਹ ਅਕਾਲੀ ਦਲ ਨਹੀਂ, ਉਹ ਆਮ ਆਦਮੀ ਪਾਰਟੀ ਨਹੀਂ, ਉੱਥੇ ਵਿਹਲੇ ਰਹਿ ਕੇ ਨਹੀਂ ਸਰਨਾ। ਸੰਧਾਲੀਆ ਸਾਹਿਬ ਇੱਕ ਲੀਡਰ ਸਾਹਿਬ ਦੱਸਦੇ ਸੀ, ਕਹਿੰਦੇ ਯਾਰ ਵੀ ਉੱਥੇ ਤਾਂ ਠੀਕ ਹੀ ਹੁੰਦਾ ਸੀ ਕੰਮ, ਇੱਥੇ ਤਾਂ ਕੰਮ ਬੜਾ ਕਰਾਉਂਦੇ ਆ, ਇੱਥੇ ਤਾਂ ਕੋਈ ਨਾ ਕੋਈ ਮੀਟਿੰਗ ਚੱਲਦੀ ਰਹਿੰਦੀ ਹੈ, ਕੋਈ ਨਾ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਰਹਿੰਦਾ ਹੈ। ਅਸੀਂ ਉਹਨਾਂ ਨੂੰ ਪੁੱਛਿਆ ਕਿ ਵੀ ਪ੍ਰੋਗਰਾਮ ਕਿੰਨਾ ਕੁ ਦਿੰਦੇ? ਉਹ ਕਹਿੰਦੇ ਜੀ ਪੱਤਰਕਾਰਾਂ ਨੂੰ ਵੀ ਕਈ ਪ੍ਰੋਗਰਾਮ ਐਸੇ ਨੇ ਜਿਹੜੇ ਅੰਦਰ ਖਾਤੇ ਹੀ ਚੱਲਦੇ ਆ, ਲੋਕਾਂ ਦੇ ਨਾਲ ਸਾਂਝ ਪਾਉਣੀ ਹੈ, ਲੋਕਾਂ ਦੇ ਵਿੱਚ ਜਾਣਾ ਹੈ, ਪਿੰਡਾਂ ਦੇ ਵਿੱਚ ਜਾ ਕੇ ਰਹਿਣਾ, ਕਈ ਚੀਜ਼ਾਂ ਕਹਿੰਦੇ ਬੀਜੇਪੀ ਵਾਲੇ ਪ੍ਰੈਸ ਨੂੰ ਵੀ ਨਹੀਂ ਦੱਸਦੇ, ਉਹ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਆ। ਇਸ ਕਰਕੇ ਉਹ ਕਹਿੰਦੇ ਕੰਮ ਬੜਾ ਉੱਥੇ, ਚਲੇ ਜਾਓ ਸਾਡੇ ਵੱਲੋਂ, ਪਰ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਤੁਸੀਂ ਕਿਹੜੇ ਧੜੇ ਦੇ ਹੋ। ਅਗਲਿਆਂ ਨੇ ਕੰਮ ਲੈਣਾ, ਅਗਲਿਆਂ ਨੇ ਸਰਗਰਮੀ ਕਰਾਉਣੀ ਹੈ। ਫੇਰ ਨਾ ਆਖਿਓ ਕਿ ਭਾਈ ਵਿਆਈਆਂ ਪਾਟ ਗਈਆਂ ਅੱਡੀਆਂ ਦੀਆਂ, ਫਿਰ ਥੋੜਾ ਜਿਹਾ ਕੰਮ ਜਿਹੜਾ ਕਿਤੇ ਨਾ ਕਿਤੇ ਸੰਧਾਲੀਆ ਸਾਹਿਬ ਔਖਾ ਹੋ ਜਾਂਦਾ ਹੁੰਦਾ। ਤੇ ਮੈਂ ਇੱਕ ਸ਼ਾਂਤਨੂ ਠਾਕੁਰ ਸਾਹਿਬ ਦਾ ਜ਼ਿਕਰ ਕਰਾਂ, ਕੇਂਦਰ ਦੇ ਵਿੱਚ ਮਿਨਿਸਟਰ ਨੇ, ਪੱਛਮੀ ਬੰਗਾਲ ਗਏ। ਮੈਨੂੰ ਵੈਸੇ ਸਮਝ ਨਹੀਂ ਆਉਂਦੀ ਹੁੰਦੀ ਕਿ ਏਡੀ ਵੱਡੀ ਭਵਿੱਖਬਾਣੀ ਕਰਨ ਦੀ ਲੋੜ ਕੀ ਹੈ। ਉਹ ਕਹਿੰਦੇ 5-6 ਮਹੀਨੇ ਆ ਟੁੱਟ ਜਾਣੀ ਮਮਤਾ ਬੈਨਰਜੀ ਦੀ ਸਰਕਾਰ, ਮਮਤਾ ਬੈਨਰਜੀ ਨੇ ਮੁੱਖ ਮੰਤਰੀ ਥੋੜੀ ਰਹਿਣਾ ਨਾ, ਖਤਮ ਕਹਾਣੀ। ਕਹਿੰਦੇ ਸਿਰਫ 5-6 ਮਹੀਨੇ ਨੇ। ਪੱਛਮੀ ਬੰਗਾਲ ਤੋਂ ਬੀਜੇਪੀ ਦੇ ਇੱਕ ਹੋਰ ਐਮਪੀ ਸਾਹਿਬ ਬੋਲੇ ਨਾਲ ਲੱਗਦੇ, ਉਹ ਕਹਿੰਦੇ ਮੰਤਰੀ ਸਾਹਿਬ ਬੋਲੇ, ਮੈਂ ਕਿਉਂ ਰਹਾ ਪਿੱਛੇ। ਉਹ ਕਹਿੰਦੇ ਕਈ ਐਮਐਲਏ ਆ, ਵੱਡਾ ਗਰੁੱਪ ਟੁੱਟਣਾ ਮਮਤਾ ਬੈਨਰਜੀ ਤੋਂ, ਸਰਕਾਰ ਇਹਨਾਂ ਦੀ ਗਈ ਲਓ। ਉਹ ਕਹਿੰਦੇ ਆ ਜਿੱਤਣੀਆਂ ਵੀ ਅਸੀਂ, ਆ ਪੰਚਾਇਤੀ ਚੋਣਾਂ ਵੀ ਅਸੀਂ ਜਿੱਤਣੀਆਂ ਸੀ, ਬੀਬੀ ਨੇ ਧਾਂਦਲੀ ਬੜੀ ਕੀਤੀਆਂ, ਨਹੀਂ ਤਾਂ ਹਜ਼ਾਰਾਂ ਸੀਟਾਂ ਸਾਡੀਆਂ ਹੋਰ ਹੋਣੀਆਂ ਸੀ। ਸਾਨੂੰ ਤਾਂ ਵੈਸੇ ਉੱਪਰੀ ਨਜ਼ਰੇ ਕੋਈ ਖਤਰਾ ਖੁਤਰਾ ਨਹੀਂ ਨਜ਼ਰ ਆਉਂਦਾ ਮਮਤਾ ਬੈਨਰਜੀ ਦੀ ਸਰਕਾਰ ਨੂੰ, ਪਰ ਭਾਈ ਲੀਡਰ ਨੇ ਜੇ ਕਹਿਤਾ ਤਾਂ ਅਗਲਿਆਂ ਨੇ ਕਹਿਤਾ। ਸੰਧਾਲੀਆ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਮਮਤਾ ਬੈਨਰਜੀ ਦੀ ਕੁਰਸੀ ਹਿੱਲੂ? ਦੇਖੋ ਹੁਣ ਤੇ ਅਜੇ ਰੌਲਾ ਰੱਪਾ ਵੀ ਬਹੁਤਾ ਨਹੀਂ ਹੈਗਾ। ਪਿਛਲੀ ਰਾਂ ਧਨਖੜ ਸਾਹਿਬ ਜਿਹੜੇ ਰਾਜਪਾਲ ਹੁੰਦੇ ਸੀ ਉੱਥੇ, ਅੱਜ ਕੱਲ੍ਹ ਉਹ ਰਾਜ ਸਭਾ ਦੇ ਚੇਅਰਮੈਨ ਨੇ, ਉਪ ਰਾਸ਼ਟਰਪਤੀ ਦਾ ਅਹੁਦਾ ਉਹਨਾਂ ਕੋਲੇ। ਉਦੋਂ ਤੇ ਜ਼ੋਰ ਵੀ ਇੰਨਾ ਜ਼ਿਆਦਾ ਲੱਗ ਗਿਆ ਸੀ ਵੀ ਕਲੀਅਰ ਕੱਟ ਅੰਦਰੋਂ ਬੰਦੇ ਪੁੱਟ ਪਟਾ ਕੇ ਤੇ ਸਾਰਾ ਕੁਝ ਪਾਸੇ ਕਰ ਲਿਆ ਸੀ। ਜੇ ਉਸ ਮੌਕੇ ਤੇ ਮਮਤਾ ਬੈਨਰਜੀ ਦੀ ਸਰਕਾਰ ਨੇ ਟੁੱਟੀ, ਵੋਟਾਂ ਪੈ ਗਈਆਂ, ਵੋਟਾਂ ਦੇ ਵਿੱਚ ਧੜੇਬੰਦੀ ਦੇ ਖਿਲਾਫ ਉਹਨੇ ਫਿਰ ਸਰਕਾਰ ਬਣਾ ਲਈ, ਤੇ ਅਜੇ ਤੇ ਸਰਕਾਰ ਬਣੀ ਬੜੀ ਨਵੀਂ ਤਾਜ਼ੀ ਹੈ। ਤੇ ਜੇ ਹੁਣੇ ਕੋ ਆਖੇ ਵੀ ਉਹਨਾਂ ਨੇ ਸਵੇਰੇ ਹੀ ਤੋੜ ਲੈਣੀ ਹੈ, ਇਹ ਹੋ ਸਕਦਾ ਵੀ ਬੀਜੇਪੀ ਵਾਲੇ ਆਪਣੇ ਜਿਹੜੇ ਉੱਧਰਲੇ ਐਮਐਲਏ ਐਮਪੀ ਸਾਹਿਬਾਨ ਨੇ, ਉਹਨਾਂ ਨੂੰ ਵੈਸੇ ਨਹੀਂ ਹੁੰਦਾ ਕਿ ਵੇਲੇ ਯਾਰ ਮਿੱਠੀ ਗੋਲੀ ਦੇ ਛੱਡੋ, ਇਹਨਾਂ ਦਾ ਜੀ ਲੱਗਾ ਰਹੇ ਯਾਰ ਉਧਰ ਪੱਛਮੀ ਬੰਗਾਲ ਵਾਲੇ ਪਾਸੇ। ਇਹ ਮੈਨੂੰ ਲੱਗਦੀ ਹੈ ਵੀ ਗੱਲ ਹੋ ਸਕਦੀ ਆ। ਬਾਕੀ ਚਲੋ ਜਦੋਂ ਹੋਊਗਾ ਉਦੋਂ ਆਪਾਂ ਵੇਖ ਲਵਾਂਗੇ, ਸਿਆਸਤ 'ਚ ਕੁਛ ਪਤਾ ਥੋੜ੍ਹਾ ਲੱਗਦਾ। ਹੁਣ ਦੇਖੋ ਕੱਲ੍ਹ ਤੱਕ ਆਪਾਂ ਜੇ ਗੱਲ ਕਰਦੇ ਸੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਆਪਣੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਹੈ ਵੀ ਉਹ ਜਿਹੜਾ ਜੀ ਗੁਰਦੁਆਰਾ ਐਕਟ ਦੇ ਵਿੱਚ ਸੋਧ ਵਾਲੀ ਗੱਲ ਆ, ਉਹ ਕਾਗਜ਼ਾਂ 'ਤੇ ਤੁਸੀਂ ਦਸਤਖਤ ਕਰ ਦਿਓ, ਕਿਉਂਕਿ ਅਸੀਂ ਨਹੀਂ ਚਾਹੁੰਦੇ ਦੁਬਾਰਾ ਏਕਾਧਿਕਾਰ ਜਿਹੜਾ ਜੀ ਉਹ ਸਰਬਸਾਂਝੀ ਗੁਰਬਾਣੀ ਦੇ ਉੱਪਰ ਹੋ ਜਾਵੇ, ਅਤੇ ਜਿੰਨੀ ਛੇਤੀ ਹੋ ਸਕੇ ਤੁਸੀਂ ਦਸਤਖਤ ਕਰੋ। ਉੱਧਰੋਂ ਅਜੇ ਰਾਜਪਾਲ ਸਾਹਿਬ ਦਾ ਤਾਂ ਕੋਈ ਜਵਾਬ ਆਇਆ ਨਹੀਂ, ਪਰ ਚਰਨਜੀਤ ਸਿੰਘ ਚੰਨੀ ਸਾਹਿਬ ਸਾਬਕਾ ਮੁੱਖ ਮੰਤਰੀ ਪੰਜਾਬ, ਉਹ ਜ਼ਰੂਰ ਬੋਲੇ ਆ। ਉਹ ਕਹਿੰਦੇ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੂੰ ਕੌਮ ਤੋਂ ਮਾफ़ੀ ਮੰਗਣੀ ਚਾਹੀਦੀ ਹੈ, ਦੁਬਾਰਾ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਚਾਹੀਦਾ, ਅਤੇ ਉਹ ਜਿਹੜਾ ਮਤਾ ਉੱਥੇ ਬਣਾਇਆ ਸੀ ਜਾਂ ਉੱਥੇ ਜਿਹੜਾ ਇੱਕ ਬਿੱਲ ਲੈ ਕੇ ਆਏ ਸੀ ਨਵਾਂ ਸੋਧ ਵਾਲਾ, ਉਹਨੂੰ ਰੱਦ ਕਰਨਾ ਚਾਹੀਦਾ। ਉਹ ਕਹਿੰਦੇ ਐਸਜੀਪੀਸੀ ਨੇ ਬਹੁਤ ਵਧੀਆ ਕੰਮ ਕੀਤਾ। ਐਸਜੀਪੀਸੀ ਨੇ ਹੁਣ ਦੇਖੋ ਯੂਟਿਊਬ ਚੈਨਲ ਚਲਾਤਾ, ਸੈਟੇਲਾਈਟ ਚੈਨਲ ਕਹਿੰਦੇ ਥੋੜ੍ਹਾ ਜਿਹਾ ਸਮਾਂ ਲੱਗੂਗਾ, ਉਨੀ ਦੇਰ ਤੱਕ ਉਹ ਹੋਰ ਪ੍ਰਬੰਧ ਕਰਕੇ ਲੋਕਾਂ ਤੱਕ ਗੁਰਬਾਣੀ ਪਹੁੰਚਾਈ ਜਾਵੇ। ਇਹ ਜਿਹੜਾ ਕੰਮ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ, ਇਹ ਤਾਂ ਕਹਿੰਦੇ ਅੰਗਰੇਜ਼ਾਂ ਗੋਰਿਆਂ ਦੇ ਵੇਲੇ ਵੀ ਨਹੀਂ ਸੀ ਹੋਇਆ ਜਿਹੜਾ ਇਹਨਾਂ ਨੇ ਕਰ ਦਿੱਤਾ। ਇਸ ਕਰਕੇ ਉਹ ਜਿਹੜੀ ਭੁੱਲ ਆ ਉਹਨੂੰ ਬਖਸ਼ਾਉਣ ਦੇ ਲਈ ਦੁਬਾਰਾ ਆਪਣੇ ਉਹ ਕਾਗਜ਼ ਸਾਰੇ ਲਿਆਣ ਕੇ ਵਿਧਾਨ ਸਭਾ ਸੈਸ਼ਨ ਸੱਦ ਕੇ ਉਸ ਸੋਧ ਨੂੰ ਰੱਦ ਕਰਕੇ ਤੇ ਕੌਮ ਤੋਂ ਮਾਫ਼ੀ ਮੰਗਣ, ਇਹ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਕਿਹਾ। ਹੁਣ ਚੰਨੀ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਪੰਗਾ ਪਿਆ ਰਿਹਾ ਪਿਛਲੇ ਸਮੇਂ 'ਚ, ਟਵੀਟ ਜੇ ਵੋ ਰਫੜ, ਆਪਾਂ ਸਭ ਕੁਝ ਪਤਾ, ਆਪਾਂ ਸਾਰਿਆਂ ਨੂੰ ਦੁਬਾਰਾ ਦੱਸਣ ਦੀ ਲੋੜ ਨਹੀਂ। ਠੀਕ ਹੈ, ਚੰਨੀ ਸਾਹਿਬ ਕਹਿ ਸਕਦੇ ਆ, ਪੁੱਛ ਸਕਦੇ ਆ, ਲੋਕਤੰਤਰ ਦੇ ਵਿੱਚ ਇਸ ਗੱਲ ਦੀ ਆਜ਼ਾਦੀ ਹੈ ਭਾਈ ਕਿ ਦੁਬਾਰਾ ਸੈਸ਼ਨ ਸੱਦੋ, ਪਰ ਉਹਦੇ ਵਿੱਚ ਦੋ ਚੀਜ਼ਾਂ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਹੈ ਕਿ ਇਹ ਟਵੀਟ, ਇਹ ਬਿਆਨ, ਇਹ ਸਟੇਟਮੈਂਟ, ਇਹ ਮੰਗ, ਇਹ ਹਮਲਾ ਸਿਆਸੀ ਕੀ ਚਰਨਜੀਤ ਸਿੰਘ ਚੰਨੀ ਸਾਹਿਬ ਦੁਆਰਾ ਕੀਤਾ ਗਿਆ ਭਗਵੰਤ ਮਾਨ ਸਾਹਿਬ ਤੇ ਹਮਲਾ, ਜਾਂ ਇਹ ਕਾਂਗਰਸ ਪਾਰਟੀ ਦੇ ਇੱਕ ਆਗੂ ਦੀ ਮੰਗ ਹੈ? ਕਿਉਂਕਿ ਵਿਧਾਨ ਸਭਾ ਦਾ ਜੇ ਸੈਸ਼ਨ ਆਊਗਾ ਉਹਦੇ ਵਿੱਚ ਐਮਐਲਏ ਕੰਮ ਕਰਦੇ ਹੁੰਦੇ ਆ, ਤੇ ਚੰਨੀ ਸਾਹਿਬ ਤਾਂ ਮੇਰੇ ਖਿਆਲ ਐਮਐਲਏ ਨਹੀਂ ਹੈਗੇ। ਕੀ ਕਾਂਗਰਸ ਪਾਰਟੀ ਵੀ ਇਹੀ ਕਹਿੰਦੀ ਹੈ ਕਿ ਕਾਂਗਰਸ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਇੱਕ ਸਟੈਪ ਤੋਂ ਕਿ ਅਸੀਂ YouTube ਚੈਨਲ ਸ਼ੁਰੂ ਕਰਨ ਜਾ ਰਹੇ ਹਾਂ ਤੇ ਸੈਟੇਲਾਈਟ ਚੈਨਲ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕਰ ਦਾਂਗੇ, ਕਿ ਕਾਂਗਰਸ ਪਾਰਟੀ ਵੀ ਉਸ ਕਦਮ ਦਾ ਸਵਾਗਤ ਕਰਦੀ ਹੈ, ਜਾਂ ਕਾਂਗਰਸ ਪਾਰਟੀ ਦਾ ਆਪਣਾ ਵਿਜ਼ਨ ਕੋਈ ਹੋਰ ਹੈ, ਜਾਂ ਕਾਂਗਰਸ ਪਾਰਟੀ ਦਾ ਆਪਣਾ ਨਜ਼ਰੀਆ ਜਾਂ ਆਪਣਾ ਦ੍ਰਿਸ਼ਟੀਕੋਣ ਕੋਈ ਹੋਰ ਹੈ? ਕੀ ਇਹ ਚਰਨਜੀਤ ਸਿੰਘ ਚੰਨੀ ਸਾਹਿਬ ਦਾ
ਇੱਕ ਸਾਬਕਾ ਮੁੱਖ ਮੰਤਰੀ, ਇੱਕ ਸਾਬਕਾ ਕੈਬਨਿਟ ਮੰਤਰੀ, ਇੱਕ ਸਾਬਕਾ ਵਿਰੋਧੀ ਧਿਰ ਪੰਜਾਬ ਦੇ ਨੇਤਾ, ਇੱਕ ਸਾਬਕਾ MLA, ਇੱਕ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਤੇ ਕਾਂਗਰਸੀ ਆਗੂ ਦੇ ਰੂਪ ਦੇ ਵਿੱਚ ਬਿਆਨ ਹੈ ਜਾਂ ਉਹਨਾਂ ਦਾ ਨਿੱਜੀ ਬਿਆਨ ਹੈ? ਕਿਉਂਕਿ ਪਿਛਲੇ ਦਿਨੀ ਇਹ ਜਦੋਂ ਸਮੱਸਿਆ ਖੜੀ ਹੋਈ ਸੀ ਨਾ ਦੋ ਧਿਰਾਂ ਦੇ ਵਿਚਾਲੇ, ਪੰਜਾਬ ਸਰਕਾਰ ਤੇ SGPC ਦੇ ਵਿਚਾਲੇ, ਤਾਂ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਮੋਸਟ ਜਿਹੜੇ ਲੀਡਰ ਨੇ ਉਹਨਾਂ ਦੇ ਬਿਆਨ ਬੜੇ ਸਖਤ ਆਏ ਸੀ। ਹੁਣ ਦੇਖਦੇ ਆ ਕਿ ਚੰਨੀ ਸਾਹਿਬ ਦੇ ਇਸ ਬਿਆਨ ਦੇ ਉੱਤੇ ਪ੍ਰਤੀਕਿਰਿਆ ਮੁੱਖ ਮੰਤਰੀ ਸਾਹਿਬ ਜਾਂ ਆਮ ਆਦਮੀ ਪਾਰਟੀ ਦਾ ਕੋਈ ਸਪੋਕਸ ਪਰਸਨ ਕੀ ਦਿੰਦਾ ਹੈ। ਪਰ ਇੰਨੀ ਗੱਲ ਜ਼ਰੂਰ ਹੈ ਕਿ ਇੱਕ ਵਾਰੀ ਫਿਰ ਖੜੇ ਪਾਣੀ ਦੇ ਵਿੱਚ ਵੱਟਾ ਮਾਰ ਕੇ ਲਹਿਰਾਂ ਚੰਨੀ ਸਾਹਿਬ ਨੇ ਪੈਦਾ ਜ਼ਰੂਰ ਕੀਤੀਆਂ, ਤੇ ਜ਼ਰੂਰੀ ਥੋੜੀ ਹੈ ਕਿ ਭਗਵੰਤ ਮਾਨ ਸਾਹਿਬ ਇਸੇ ਮੁੱਦੇ ਤੇ ਰਹਿਣ। ਜਦੋਂ ਚੰਨੀ ਸਾਹਿਬ ਦੇ ਮੁੱਦੇ ਦੇ ਉੱਤੇ ਟਵੀਟ ਨੂੰ ਉਹ ਦੁਬਾਰਾ ਕਰਨਗੇ, ਇੱਕ ਅੱਧੀ ਲਾਈਨ ਕਈ ਵਾਰੀ ਹੋਰ ਵੀ ਪਾ ਦਿੰਦੇ ਹੁੰਦੇ, ਅਗਲੀ ਪਿਛਲੀ ਕੱਢ ਕੇ, ਲੋਕਾਂ ਦੀ ਉਤਸੁਕਤਾ ਵੱਧ ਵੀ ਜਾਂਦੀ ਹੁੰਦੀ ਹੈ। ਵੈਸੇ ਚੰਨੀ ਸਾਹਿਬ ਨੇ ਜਿੱਦਾਂ ਕਿਹਾ, ਉਹ ਕਹਿੰਦੇ ਵੀ ਦੇਖੋ ਕਾਹਲੀ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ। ਜੇ ਉਹ ਕਹਿੰਦੇ ਵੀ ਇਹਨਾਂ ਨੂੰ ਇੰਟੈਲੀਜੈਂਸ ਨੇ ਦੱਸ ਦਿੱਤਾ ਸੀ ਵੀ ਉਹ ਜੀ 23-24 ਜੁਲਾਈ ਨੂੰ ਜਾ ਕੇ ਤੇ ਉਹ ਮੁੱਕ ਜਾਣਾ ਕੰਟਰੈਕਟ, ਉਹ ਕਹਿੰਦੇ ਵੀ ਉਹਦੇ ਲਈ ਦਬਕਾ ਮਾਰ ਲੈਂਦੇ, ਕੋਈ ਹੋਰ ਤਾੜਨਾ ਕਰ ਲੈਂਦੇ, ਇਹ ਨਹੀਂ ਸੀ ਕੰਮ ਕਰਨਾ ਚਾਹੀਦਾ। ਹੁਣ ਜਦੋਂ ਇਹ ਲਾਈਨ ਉਹ ਕਹਿੰਦੇ ਨੇ, ਇਹਦਾ ਮਤਲਬ ਇੱਥੋਂ ਕਿਤੇ ਨਾ ਕਿਤੇ ਉਹ ਇਸ ਗੱਲ ਨਾਲ ਤੇ ਸਹਿਮਤੀ ਪ੍ਰਗਟਾਉਂਦੇ ਨੇ ਕਿ ਵੀ ਜਿਹੜੀ ਗੁਰਬਾਣੀ ਦਾ ਇੱਕ ਅਧਿਕਾਰ ਸੀ ਉਹਨੂੰ ਖਤਮ ਕੀਤਾ ਜਾਣਾ ਚਾਹੀਦਾ ਸੀਗਾ, ਉਹਨੂੰ ਜ਼ਰੂਰ ਸਾਰਿਆਂ ਤੱਕ ਫ੍ਰੀ ਪਹੁੰਚਣ ਦੇਣਾ ਚਾਹੀਦਾ ਸੀਗਾ। ਪਰ ਜਿਹੜਾ ਕੰਮ ਉਹ ਨਾਲ ਦੀ ਨਾਲ ਉਹ ਕਹਿੰਦੇ ਕਰ ਦਿੱਤਾ, ਉਹ ਨਹੀਂ ਸੀ ਕੀਤਾ ਜਾਣਾ ਚਾਹੀਦਾ। ਹੁਣ ਜਿਹੜੀ ਚੀਜ਼ ਹੋਈ ਆ ਉਹਨੂੰ ਉਹ ਕਿਤੇ ਨਾ ਕਿਤੇ ਮੰਨਦੇ ਵੀ ਨੇ ਵੀ ਇੱਦਾਂ ਕੀਤਾ ਵੀ ਜਾਣਾ ਚਾਹੀਦਾ ਸੀ, ਪਰ ਜਿਸ ਢੰਗ ਤਰੀਕੇ ਨਾਲ ਕੀਤਾ ਗਿਆ ਇਹਦਾ ਉਹ ਕਹਿੰਦੇ ਮੈਂ ਵਿਰੋਧ ਕਰਦਾ, ਤੇ ਨਾਲੇ ਉਹ ਕਹਿੰਦੇ ਵੀ ਮਾफ़ੀ ਮੰਗਣ। ਹੁਣ ਗੱਲ ਤੁਹਾਡੀ ਠੀਕ ਹੈ ਵੀ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਦੇ ਕਹਿਣ ਦੇ ਉੱਪਰ ਦੁਬਾਰਾ ਸੈਸ਼ਨ ਸੱਦ ਕੇ ਤੇ ਉਹ ਸੋਧ ਰੱਦ ਕਰਨਗੇ, ਜਾਂ ਫਿਰ ਇੱਕ ਅੱਧੀ ਚਿੱਠੀ ਹੋਰ ਗਵਰਨਰ ਸਾਹਿਬ ਨੂੰ ਕੱਢ ਦੇਣਗੇ, ਜੀ ਮੈਂ ਤੁਹਾਨੂੰ ਫਿਰ ਚਿੱਠੀ ਲਿਖੀ ਸੀ, ਤੁਸੀਂ ਫਿਰ ਕੋਈ ਚਿੱਠੀ ਦਾ ਜਵਾਬ ਨਹੀਂ ਦਿੱਤਾ ਜੀ, ਉਹ ਦਸਤਖਤ ਕਰ ਦਿਓ ਜੀ ਟਾਈਮ ਨਾਲ। ਹਾਂ ਨਹੀਂ ਹੋਊਗਾ ਜੀ, ਉਧਰਲੇ ਪਾਸੇ ਨੂੰ ਕੰਮ ਤੁਰੂਗਾ ਜ਼ਰੂਰ। ਤੇ ਸੰਧਾਲੀਆ ਸਾਹਿਬ, ਹੜ੍ਹਾਂ ਦੀ ਚਰਚਾ ਕਰੀਏ, ਆਪਾਂ ਢੁੱਡੀ ਕੇ ਪਿੰਡ ਦਾ ਜ਼ਿਕਰ ਸ਼ੁਰੂ ਦੇ ਵਿੱਚ ਕੀਤਾ ਸੀ, ਇੱਕ ਹਾਂ ਪੱਕੀ ਖਬਰ, ਪੋਜ਼ਿਟਿਵ ਖਬਰ। ਤੇ ਦੂਸਰੇ ਪਾਸੇ ਹੁਣ ਪੰਜਾਬ ਦੇ ਵਿੱਚ ਪਾਣੀ ਥੋੜਾ ਜਿਹਾ ਦਰਿਆਵਾਂ ਦਾ ਥੱਲੇ ਗਿਆ, ਹਾਲਾਂਕਿ ਫਲੱਡ ਗੇਟ ਖੋਲੇ ਵੀ ਗਏ, ਆਪਾਂ ਉਹ ਵੀ ਦੇਖਦੇ ਹਾਂ। ਹੁਣ ਦਰਿਆਵਾਂ ਦਾ ਪਾਣੀ ਥੋੜਾ ਜਿਹਾ ਥੱਲੇ ਗਿਆ, ਥੋੜਾ ਜਿਹਾ ਪ੍ਰਕੋਪ ਘਟਿਆ, ਪਰ ਚੁਣੌਤੀਆਂ ਨਹੀਂ ਘਟੀਆਂ। ਸਿੱਖਿਆ ਮੰਤਰੀ ਸਾਹਿਬ ਨੇ ਅਨਾਉਂਸ ਕਰ ਦਿੱਤਾ ਕਿ ਭਾਈ ਪੰਜਾਬ ਦੇ ਹੁਣ ਸਾਰੇ ਸਕੂਲ ਖੁੱਲਣਗੇ, ਜਦੋਂ ਤੱਕ ਛੁੱਟੀਆਂ ਨੇ, ਛੁੱਟੀਆਂ ਹੁਣ ਵਧਾਈਆਂ ਨਹੀਂ ਜਾਣਗੀਆਂ, ਠੀਕ ਹੈ। ਨਾਲ ਦੀ ਨਾਲ ਉਹਨਾਂ ਨੇ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੀ ਡਿਊਟੀ ਤੈਅ ਕਰ ਦਿੱਤੀ ਕਿ DC ਸਾਹਿਬ ਤੁਸੀਂ ਦੇਖਣਾ ਹੈ, ਜੇ ਤੁਹਾਡੇ ਇਲਾਕੇ ਦੇ ਵਿੱਚ ਕਿਤੇ ਹੜ੍ਹ ਆਇਆ, ਕਿਤੇ ਬੰਨ੍ਹ ਟੁੱਟਿਆ, ਜੇ ਸਕੂਲਾਂ ਦੇ ਵਿੱਚ ਪਾਣੀ ਖਲੋਤਾ ਹੈ ਤੇ ਉਹਨਾਂ ਸਕੂਲਾਂ ਦੇ ਵਿੱਚ ਛੁੱਟੀ ਕਰਨ ਦਾ ਫੈਸਲਾ ਤੁਹਾਡਾ ਹੋਏਗਾ, ਤੁਸੀਂ ਕਰ ਸਕਦੇ ਹੋ। ਜਿਨ੍ਹਾਂ ਸਕੂਲਾਂ ਦੇ ਵਿੱਚ ਦੀ ਪਾਣੀ ਫਿਰ ਗਿਆ, ਕਿਉਂਕਿ 2-2 3-3 4-4 ਦਿਨ ਜੇ ਸਾਰੇ ਪਿੰਡ 'ਚ ਪਾਣੀ ਵੜਿਆ ਤਾਂ ਸਰਕਾਰੀ ਸਕੂਲ 'ਚ ਕਿਹੜਾ ਪਾਣੀ ਨਹੀਂ ਵੜਿਆ ਹੋਣਾ? ਕੀ ਉਹ ਸਕੂਲ ਬੈਠਣ ਯੋਗ ਨੇ? ਕੀ ਉਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਕਰਾਈ ਜਾ ਸਕਦੀ ਹੈ? ਉਹਨਾਂ ਸਕੂਲਾਂ ਦੀ ਸਫਾਈ ਕਰਾਉਣ ਦੀ ਲੋੜ ਹੈ ਜਾਂ ਕੁਝ ਹੋਰ ਵੀ ਲੋੜ ਹੈ, ਉਹ ਵੀ ਦੇਖਣਾ ਹੈ। ਉਹ ਵੀ ਕਹਿੰਦੇ ਜੀ DC ਸਾਹਿਬ ਤੁਸੀਂ ਦੇਖਣਾ, ਤੇ ਉਸ ਹਿਸਾਬ ਦੇ ਨਾਲ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿੰਨੇ ਸਕੂਲ ਚੱਲਣ ਤੇ ਕਿੰਨੇ ਬੰਦ ਰਹਿਣ ਉਹਦਾ ਫੈਸਲਾ ਲੈਣਾ। ਸਕੂਲਾਂ ਦਾ ਸਟਾਫ ਤੇ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੀ ਵੀ ਡਿਊਟੀ ਲਾਈ ਹੈ ਕਿ ਕਈ ਵਾਰੀ ਜਦੋਂ ਮੀਂਹ ਪੈ ਕੇ ਚਲੇ ਜਾਂਦਾ, ਹੜ੍ਹ ਆ ਕੇ ਚਲੇ ਜਾਂਦਾ, ਕਿਤੇ ਲਾਗੇ ਕੋਈ ਟੋਆ ਟਿੱਬਾ ਹੋਵੇ, ਕਿਤੇ ਪਾਣੀ ਖੜਾ ਹੋਵੇ, ਕਿਸੇ ਸਕੂਲ ਦੇ ਕਮਰੇ ਦੀ ਛੱਤ ਡਿੱਗਣ ਵਾਲੀ ਹੋਵੇ, ਜਾਣੀ ਉਹ ਕਹਿੰਦਾ ਜੀ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਉੱਥੇ ਮੀਂਹ ਜਾਂ ਹੜ੍ਹ ਦੇ ਪਾਣੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਜੇ ਬੱਚਿਆਂ ਦੇ ਲਈ ਕੋਈ ਖਤਰਾ ਹੋਇਆ, ਤੁਸੀਂ ਵੇਖਣਾ ਤੇ ਤੁਸੀਂ ਵੇਖ ਕੇ ਜ਼ਿਲ੍ਹਾ ਸਿੱਖਿਆ ਅਫਸਰ ਤੇ DC ਸਾਹਿਬ ਨੂੰ ਜਿਹੜਾ ਉਹ ਸੂਚਿਤ ਕਰਨਾ। ਚਲੋ ਇੱਕ ਪੰਜਾਬ ਹੋ ਸਕਦਾ ਹੌਲੀ ਹੌਲੀ ਹੁਣ ਲੀ ਤੇ ਆਵੇ, ਆਉਣਾ ਵੀ ਚਾਹੀਦਾ। ਦੂਸਰਾ, ਇੱਕ ਫਿਰੋਜ਼ਪੁਰ ਦੇ ਵਿੱਚ ਨਰਿੰਦਰਪਾਲ ਸਿੰਘ ਸਵਾਨਾ MLA ਨੇ ਆਮ ਆਦਮੀ ਪਾਰਟੀ ਦੇ, ਉਹ ਹੁਣ ਨਰਿੰਦਰ ਸਿੰਘ ਸਵਾਨਾ ਹੋਰਾਂ ਨੇ DC ਸਾਹਿਬ ਮੌਕੇ ਤੇ ਖੜੇ, SSP ਸਾਹਿਬ ਮੌਕੇ ਤੇ ਖੜੇ, ਕਿਉਂਕਿ ਕਈ ਇਲਾਕਿਆਂ ਦੇ ਵਿੱਚੋਂ ਖਬਰਾਂ ਆਉਂਦੀਆਂ ਸੀ ਕਿ ਅਧਿਕਾਰੀ ਵਧੀਆ ਕੰਮ ਕਰਦੇ ਆ। ਕਈ ਇਲਾਕਿਆਂ ਦੇ ਵਿੱਚੋਂ ਖਬਰਾਂ ਆਉਂਦੀਆਂ ਸੀ ਕਿ ਜਦੋਂ ਲੀਡਰ ਆਉਂਦੇ, ਅਧਿਕਾਰੀ ਉਦੋਂ ਆਉਂਦੇ ਆ, ਬਾਕੀ ਡੱਕਾ ਨਹੀਂ ਤੋੜਦੇ। ਹੁਣ ਆਮ ਆਦਮੀ ਪਾਰਟੀ ਸੱਤਾਧਾਰੀ ਹੈ, ਉਹਨਾਂ ਦੇ ਵਿਧਾਇਕ ਸਾਹਿਬ ਨੇ ਲੋਕਾਂ ਦੀ ਹਾਜ਼ਰੀ 'ਚ, SSP ਸਾਹਿਬ ਤੇ DC ਸਾਹਿਬ ਦੀ ਹਾਜ਼ਰੀ 'ਚ ਆਖਿਆ, ਉਹ ਕਹਿੰਦੇ 3 ਦਿਨ ਹੋ ਗਏ ਕਿਸੇ ਅਧਿਕਾਰੀ ਨੇ ਕੋਈ ਕੰਮ ਨਹੀਂ ਕੀਤਾ, ਹੋ ਸਕਦਾ ਕੁਝ ਇੱਕ ਨੇ ਕੀਤਾ ਵੀ ਹੋਵੇ। ਉਹ ਕਹਿੰਦੇ DC ਸਾਹਿਬ ਕਾਰਵਾਈ ਕਰੋ ਇਹਨਾਂ ਦੇ ਉੱਤੇ, ਲੋਕ ਤੰਗ ਨੇ, ਲੋਕ ਪਰੇਸ਼ਾਨ ਨੇ, ਇਹ ਇਲਾਕਿਆਂ ਦੇ ਵਿੱਚ ਕਿਉਂ ਨਹੀਂ ਜਾਂਦੇ, ਇਹ ਫੀਲਡ ਦੇ ਵਿੱਚ ਕਿਉਂ ਨਹੀਂ ਜਾਂਦੇ, ਇਹ ਲੋਕਾਂ ਦੀ ਸਮੱਸਿਆ ਕਿਉਂ ਨਹੀਂ ਸੁਣਦੇ। DC ਸਾਹਿਬ ਨੇ ਵੀ ਉਸੇ ਵੇਲੇ ਕਹਿਤਾ, ਉਹ ਕਹਿੰਦੇ ਜੀ ਪਤਾ ਕਰੋ ਕਿਹੜੇ ਅਧਿਕਾਰੀ ਨੇ ਲਾਪਰਵਾਹੀ ਕੀਤੀ ਹੈ, ਤੇ ਜਿਨ੍ਹਾਂ ਨੇ ਲਾਪਰਵਾਹੀ ਕੀਤੀ ਹੈ ਤੁਰੰਤ ਵਿਭਾਗੀ ਕਾਰਵਾਈ ਉਹਦੇ ਤੇ ਕੀਤੀ ਜਾਵੇ। ਸੰਧਾਲੀਆ ਸਾਹਿਬ ਇਹ ਕੰਮ ਚਾਹੀਦਾ। ਲੀਡਰ ਗੇੜੇ ਮਾਰ ਰਹੇ ਨੇ, ਫੋਟੋਆਂ ਵੀਡੀਓਜ਼ ਵੀ ਆ ਰਹੀਆਂ, ਲੰਗਰ ਪ੍ਰਸ਼ਾਦੇ ਵੀ ਕਈ ਜਗ੍ਹਾ ਪੱਕ ਰਹੇ ਹੈ, ਮੁੱਖ ਮੰਤਰੀ ਤੇ ਮੰਤਰੀ ਵੀ ਜਾ ਰਹੇ ਹੈ। ਪਰ ਜੇ ਅਜੇ ਵੀ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਲੱਗਦਾ ਨਾ ਕਿ ਪ੍ਰਸ਼ਾਸਨ ਲੇਟ ਆ ਰਿਹਾ, ਜੇ ਆਮ ਲੋਕਾਂ ਨੂੰ ਲੱਗਦਾ ਕਿ ਪ੍ਰਸ਼ਾਸਨ ਦੀ ਉਨੀ ਸਰਗਰਮੀ ਨਹੀਂ ਜਿੰਨੀ ਹੋਣੀ ਚਾਹੀਦੀ ਹੈ, ਤੇ ਸੰਧਾਲੀਆ ਸਾਹਿਬ ਜਿੱਦਾਂ MLA ਸਾਹਿਬ ਨੇ ਕੰਮ ਖਿੱਚਣਾ ਚਾਹੀਦਾ ਸਾਰਿਆਂ ਨੂੰ। ਵਿਰੋਧੀ ਧਿਰਾਂ ਵੀ ਤਾਂ ਇਹੀ ਦੋਸ਼ ਲਾਉਂਦੀਆਂ
ਕਿ ਭਾਈ ਪ੍ਰੈਕਟੀਕਲੀ ਕੰਮ ਘੱਟ ਹੈ ਤੇ ਹੋਰ ਸਾਰੀਆਂ ਚੀਜ਼ਾਂ ਵੱਧ ਨੇ। ਇਸ ਕਰਕੇ ਜੇ ਹੁਣ ਇੱਕ ਸੱਤਾਧਾਰੀ ਧਿਰ ਦੇ ਐਮਐਲਏ ਨੇ ਦਬਕਾ ਮਾਰਿਆ, ਬਣਦਾ ਵੀ ਸੀ ਭਾਈ, ਬਣਦਾ ਕਿਉਂ ਨਹੀਂ ਸੀ? ਇਹ ਜ਼ਰੂਰੀ ਆ। ਦੇਖੋ ਕਾਰਨ ਪਤਾ ਕੀ ਆ, ਜਦੋਂ ਜਿਹੜਾ ਬੰਦਾ ਪਾਣੀ 'ਚ ਘਿਰਿਆ ਹੁੰਦਾ ਨਾ, ਜਿਹਦੇ ਮੰਨ ਲਓ ਵੀ ਘਰ 'ਚ ਪਾਣੀ ਆ, ਗਾਂ ਪੈਲੀਆਂ 'ਚ ਪਾਣੀ ਆ, ਖੇਤਾਂ 'ਚ ਪਾਣੀ ਆ, ਉਹਨੂੰ ਇਹ ਵੀ ਦਿਸਣ ਡਿਆ ਵੀ ਜਿਹੜਾ ਕੋਈ ਜ਼ਮੀਨ ਭਾਂਡਾ ਸੀਗਾ ਉਹਦੇ 'ਚੋਂ ਆਉਣਾ ਕੁਛ ਨਹੀਂ, ਜਿਹੜੇ ਕੋਈ ਦਾਣੇ ਪਾ ਕੇ ਰੱਖੇ ਸੀ ਡਰਮ 'ਚ ਉਹ ਭਿੱਜ ਗਏ ਆ, ਨਿਆਣੇ ਜਿਹੜੇ ਆ ਜੀ ਉਹ ਕੋਠੇ 'ਤੇ ਚੜ੍ਹੇ ਆ ਜਾਂ ਕਿਤੇ ਦੂਰ ਨੇੜੇ ਰਿਸ਼ਤੇਦਾਰੀ 'ਚ ਛੱਡੇ ਆ, ਅਤੇ ਉਦੋਂ ਬਾਅਦ ਉਹਨੂੰ ਉੱਥੇ ਲੱਭੇ ਕੋਈ ਨਾ, ਅਤੇ ਫਿਰ ਖਿੱਚ 'ਤੇ ਚੜ੍ਹਦੀ ਹੈ ਨਾ। ਦੂਜੀ ਗੱਲ ਇਹ ਵੀ ਹੈ ਕਿ ਸੁੱਖ ਨਾਲ ਜਿਹੜਾ ਆਪਣਾ ਅੱਜ ਕੱਲ੍ਹ ਵੋਟਾਂ ਵਾਲਾ ਮਟੀਰੀਅਲ ਹੁੰਦਾ ਵੀ, ਕਈ ਵਾਰ ਕੰਧਾਂ ਦੇ ਉੱਪਰ ਲਿਖਿਆ ਹੁੰਦਾ ਫਲਾਣੇ ਨੂੰ ਵੋਟ ਜ਼ਰੂਰ ਪਾਇਓ, ਕਈ ਵਾਰ ਕੋਈ ਪੁਰਾਣਾ ਪੋਸਟਰ ਲੱਗਾ ਹੁੰਦਾ, ਉਹਦੇ ਲੱਗੇ ਹੁੰਦੇ ਆਮ ਤੌਰ 'ਤੇ ਪਿੰਡਾਂ ਥਾਵਾਂ ਸ਼ਹਿਰਾਂ 'ਚ ਦਿਸ ਪੈਂਦੇ ਆ। ਹੁਣ ਤੁਸੀਂ ਦੇਖੋ ਨਾ ਵੀ ਜੇ ਕਿਤੇ ਥੱਲੇ ਮੰਨ ਲਓ ਪਾਣੀ ਫਿਰਨ ਡਿਆ, ਬੰਦੇ ਨੂੰ ਫਿਊਚਰ ਭਵਿੱਖ ਆਪਣਾ ਨਜ਼ਰ ਧੁੰਦਲਾ ਰਿਹਾ, ਅਤੇ ਸਾਹਮਣੇ ਉਹਨੂੰ ਕਿਤੇ ਕੰਧ 'ਤੇ ਉਹੀ ਵੋਟਾਂ ਵਾਲੀ ਕਿਤੇ ਕੋਈ ਫੋਟੋ, ਕਿਤੇ ਹੱਥ ਜੋੜੇ ਵਾਲੀ ਫੋਟੋ ਨਜ਼ਰ ਆ ਜਾਏ, ਅਤੇ ਖਿੱਚ 'ਤੇ ਉਹਨੂੰ ਚੜ੍ਹਦੀ ਹੈ ਨਾ। ਇਹ ਗੱਲ ਠੀਕ ਹੈ ਤੁਹਾਡੀ ਵੀ ਜਿਹੜੇ ਮੰਨ ਲਓ ਵੀ ਕਿਤੇ ਕੋਈ ਕਮੀ ਪੇਸ਼ੀ ਆ, ਅਤੇ ਦਬਕਾ ਮਾਰ ਲੈਣਾ ਚਾਹੀਦਾ। ਬਾਕੀ ਕੁਛ ਮੈਨੂੰ ਲੱਗਦਾ ਕਿ ਵੀ ਚੀਜ਼ਾਂ ਜਿਹੜੀਆਂ ਉਹ ਕਲੈਰੀਫਾਈ ਜ਼ਰੂਰ ਕਰੇ ਸਰਕਾਰ। ਜਿੱਦਾਂ ਹੁਣ ਇਹ ਖਬਰ ਆਉਂਦੀ ਸੀ ਕਿ ਜਿਹੜੇ ਆਪਣੇ ਜਿਨ੍ਹਾਂ ਕੋਲ ਨਹਿਰਾਂ ਦਾ ਵੀ ਡਿਪਾਰਟਮੈਂਟ ਹੈਗਾ, ਮੀਤ ਹੇਰ ਸਾਹਿਬ ਮੰਤਰੀ ਨੇ, ਉਹਨਾਂ ਦਾ ਵੀ ਸ਼ਾਇਦ ਇੱਧਰ ਮਾਨਸੇ ਵਾਲੇ ਪਾਸੇ ਵਿਰੋਧ ਕੀਤਾ, ਲੋਕਾਂ ਨੇ ਚੰਗੇ ਮੁਰਦਾਬਾਦ ਦੇ ਨਾਅਰੇ ਲੱਗੇ। ਅਤੇ ਵਿਰੋਧ ਦਰਜ ਕਰਦਿਆਂ ਵਿੱਚ ਮੇਰਾ ਖਿਆਲ ਚਰਚਾ ਇਹ ਚੱਲਦੀ ਸੀ ਕਿ ਵੀ ਨਹਿਰਾਂ ਜਿਹੜੀਆਂ ਨੇ ਜੀ ਉਹ ਸੁੱਕੀਆਂ ਨੇ। ਮੰਨ ਲਓ ਰਾਜਸਥਾਨ ਵਾਲੀਆਂ ਜਿਹੜੀਆਂ ਨਹਿਰਾਂ ਨੇ ਜੀ, ਉਹਨਾਂ 'ਚ ਪਾਣੀ ਹੈ ਨਹੀਂ ਗਾ, ਅਤੇ ਜੇ ਪਾਣੀ ਉਹ ਪਹਿਲਾਂ ਆਪਾਂ ਉਹਨਾਂ ਨੂੰ ਦਿੰਦੇ ਹਾਂ ਜਦੋਂ ਚੰਗਾ ਭਲਾ ਹੁੰਦਾ, ਹੁਣ ਜਦੋਂ ਪੰਜਾਬ 'ਚ ਪਾਣੀ ਵਾਧੂ ਅਤੇ ਉੱਧਰ ਛੱਡਦੇ ਕਿਉਂ ਨਹੀਂ, ਕੱਢਦੇ ਕਿਉਂ ਨਹੀਂ? ਹੁਣ ਮੇਰੇ ਵੀ ਦਿਮਾਗ ਦੇ ਵਿੱਚ ਇਹ ਗੱਲ ਆਈ, ਮੈਂ ਕਿਹਾ ਯਾਰ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਜੇ ਮੰਨ ਲਓ ਨਹਿਰਾਂ ਹੈਗੀਆਂ ਨੇ ਅਤੇ ਉਹਨਾਂ ਵਿੱਚ ਤਾਂ ਸਗੋਂ ਪਾਣੀ ਅੱਗੇ ਕੱਢਿਆ ਜਾ ਸਕਦਾ। ਪਰ ਜੋ ਮੀਤ ਹੇਰ ਸਾਹਿਬ ਦਾ ਉਹਦੇ 'ਤੇ ਪੱਖ ਸੀਗਾ, ਉਹ ਕਹਿੰਦੇ ਵੀ ਨਹਿਰਾਂ ਤਾਂ ਅਸੀਂ 9-10 ਤਰੀਕ ਦੀਆਂ ਸ਼ਾਇਦ ਬੰਦ ਕੀਤੀਆਂ, ਅਤੇ ਕਾਰਨ ਉਹਦੇ ਪਿੱਛੇ ਇਹ ਹੈ ਕਿ ਜਿਹੜਾ ਆਮ ਤੌਰ 'ਤੇ ਦਰਿਆਵਾਂ 'ਚ ਪਾਣੀ ਹੁੰਦਾ ਉਹ ਪਾਣੀ ਸਾਫ਼ ਹੁੰਦਾ, ਜਿਹੜੀ ਸਿਲਟ ਹੁੰਦੀ ਆ ਉਹ ਥੋੜ੍ਹੀ ਥੱਲੇ ਬੈਠੀ ਹੁੰਦੀ ਆ, ਜਾਂ ਕਿਤੇ ਮੰਨ ਲਓ ਵੀ ਜੇ ਉਹ ਨਹਿਰ ਜਿੱਥੋਂ ਕੱਢਣੀ ਆ, ਜਿੱਦਾਂ ਮੰਨ ਲਓ ਆਪਾਂ ਹਰੀਕੇ ਹੈੱਡਵਰਕਸ ਦੀ ਗੱਲ ਕਰਦੇ ਹਾਂ ਵੀ ਦਰਿਆ ਦਾ ਪਾਣੀ ਰੋਕ ਕੇ ਉੱਥੇ ਪਾਣੀ ਦਾ ਪੱਧਰ ਉੱਚਾ ਚੁੱਕਿਆ ਜਾਂਦਾ ਤਾਂ ਜੋ ਜਿਹੜੀ ਰੇਤ ਆ, ਸਿਲਟ ਆ, ਉਹ ਥੱਲੇ ਬੈਠੀ ਰਹੇ, ਅਤੇ ਜਿਹੜਾ ਨਿਤਰਿਆ ਪਾਣੀ ਆ ਉਹ ਨਹਿਰਾਂ 'ਚ ਜਾਵੇ, ਕਿਉਂਕਿ ਬੜੀ ਦੂਰ ਤੱਕ ਪਾਣੀ ਜਾਣਾ ਹੁੰਦਾ। ਪਰ ਹੁਣ ਜਿਹੜਾ ਪਾਣੀ ਆ ਰਿਹਾ ਉਹਦੇ ਵਿੱਚ ਗਾਰ ਆ, ਉਹਦੇ ਵਿੱਚ ਰੇਤ ਆ, ਉਹਦੇ ਵਿੱਚ ਸਿਲਟ ਆ, ਅਤੇ ਜੇ ਇਹੋ ਹੀ ਪਾਣੀ ਮੰਨ ਲਓ ਉਹਨਾਂ ਨਹਿਰਾਂ 'ਚ ਪਾ ਲਿਆ ਅਤੇ ਉਹ ਸਾਰੇ ਦੀ ਸਾਰੀ ਰੇਤ ਜਿਹੜੀ ਹੈ ਜੀ ਉਹਨੇ ਨਹਿਰਾਂ 'ਚ ਜੰਮ ਜਾਣਾ। ਹੋ ਸਕਦਾ ਗਾਂਹ ਜਾ ਕੇ ਉਹ ਨਹਿਰਾਂ ਨੂੰ ਵੀ ਤੋੜੇ, ਅਤੇ ਪਾਣੀ ਤਾਂ ਹੋ ਸਕਦਾ 2-4-5 ਦਿਨਾਂ ਦੇ ਵਿੱਚ ਦਰਿਆਵਾਂ ਦਾ ਨਿਕਲ ਜੇ, ਜਿੱਦਾਂ ਆਪਾਂ ਹੁਣ ਵੀ ਗੱਲ ਕੀਤੀ ਕੋਈ ਥੱਲੇ ਚਲਾ ਗਿਆ। ਪਰ ਜਿਹੜੀ ਨਹਿਰਾਂ ਦੇ ਵਿੱਚ ਮੁੜ ਕੇ ਰੇਤ ਜਮ੍ਹਾਂ ਹੋ ਗਈ ਅਤੇ ਸਿਲਟ ਜਮ੍ਹਾਂ ਹੋ ਗਈ, ਉੱਥੇ ਤਾਂ ਦੁਬਾਰਾ ਪਾਣੀ ਚਾਹੀਦਾ, ਫਿਰ ਉਹਦੀ ਸਫਾਈ ਆਪਾਂ ਕਦੋਂ ਕਰਾਂਗੇ, ਜਾਂ ਉਹਦੇ ਜਿਹੜੇ ਕੰਢੇ ਆ ਉਹ ਕਿੱਦਾਂ ਬੰਨਾਂਗੇ? ਸੋ ਗੱਲ ਉਹਨਾਂ ਦੇ ਵਿੱਚ ਮੈਨੂੰ ਲੌਜਿਕ ਨਜ਼ਰ ਆਇਆ ਵੀ ਜੇ ਪਾਣੀ ਮੰਨ ਲਓ ਵੀ ਰੇਤ ਵਾਲਾ ਹੈ, ਜਿੱਥੇ ਉਹ ਚਲੇ ਗਿਆ ਉੱਥੇ ਉਹਨੇ ਜਾ ਕੇ ਬਹਿ ਜਾਣਾ, ਇਸ ਕਰਕੇ ਅਸੀਂ ਨਹਿਰਾਂ ਬਚਾਉਣ ਦਾ ਕਰਕੇ ਕੰਮ ਕੀਤਾ। ਸੰਧਾਲੀਆ ਸਾਹਿਬ ਦੇਖੋ, ਦੋਏ ਪੱਖ ਸਮਝਣੇ ਬਹੁਤ ਜ਼ਰੂਰੀ ਹੈ। ਲੋਕਾਂ ਦੀ ਤੰਗੀ ਸਿਖਰ ਦੀ ਹੈ। ਜਦੋਂ ਲੋਕਾਂ ਨੂੰ ਲੱਗੂਗਾ ਕਿ ਸਾਡੇ ਘਰਾਂ ਤੇ ਖੇਤਾਂ ਦੇ ਵਿੱਚ ਕਈ ਫੁੱਟ ਪਾਣੀ ਭਰਿਆ ਪਿਆ ਤੇ ਨਹਿਰਾਂ ਸੁੱਕੀਆਂ, ਜੇ ਉਧਰਲੇ ਪਾਸੇ ਨੂੰ ਕੰਮ ਛੱਡ ਦਿੱਤਾ ਜਾਂਦਾ ਤੇ ਸ਼ਾਇਦ ਸਾਡਾ ਬਚਾਅ ਹੋ ਜਾਂਦਾ। ਲੋਕਾਂ ਦਾ ਗੁੱਸਾ ਨਜ਼ਰ ਆਉਂਦਾ, ਟੈਕਨੀਕਲ ਗੱਲਾਂ ਕਈ ਵਾਰੀ ਨਹੀਂ ਪਤਾ ਹੁੰਦੀਆਂ। ਪਰ ਮੀਤ ਹੇਰ ਸਾਹਿਬ ਨੇ ਜਿਸ ਤਰੀਕੇ ਇਹ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਭਾਈ ਤੁਹਾਡੇ ਲਈ ਤੁਹਾਡਾ ਹੀ ਅੱਗੋਂ ਬਚਾਅ ਕਰਨਾ ਹੈ, ਮੈਨੂੰ ਲੱਗਦਾ ਕਿ ਕੁਝ ਇੱਕ ਹੱਦ ਤੱਕ ਲੋਕਾਂ ਨੂੰ ਸ਼ਾਇਦ ਸਮਝ ਵੀ ਆਈ ਹੋਏਗੀ। ਉਧਰ ਦੂਸਰੇ ਪਾਸੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਅਜੇ ਅੱਧੀ ਰਾਤ ਨੂੰ ਅਨਾਉਂਸਮੈਂਟਾਂ ਹੁੰਦੀਆਂ, ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਆ, ਹਿਮਾਚਲ ਪ੍ਰਦੇਸ਼ ਦੇ ਵਿੱਚ ਫਿਰ ਮੀਂਹ ਦਾ ਅਲਰਟ ਹੈ, ਪੰਜਾਬ ਦੇ ਵੀ 1 ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਫਿਰ ਮੀਂਹ ਦਾ ਅਲਰਟ ਦਿੱਤਾ ਗਿਆ। ਇਸ ਕਰਕੇ ਅਜੇ ਇੰਨੇ ਜ਼ਿਆਦਾ ਨਿਸ਼ਚਿੰਤ ਨਾ ਹੋਇਓ, ਅਜੇ ਥੋੜ੍ਹਾ ਜਿਹਾ ਮੁਸਤੈਦ ਰਹੋ, ਤੁਹਾਨੂੰ ਇੱਕ ਦੂਜੇ ਦੇ ਸਾਥ ਦੀ ਲੋੜ ਪਊਗੀ। ਅਜੇ ਆਪਾਂ ਇੱਕ ਦੂਜੇ ਦਾ ਸਾਥ ਲੈ ਕੇ ਹੀ ਅਗਲੇ ਪਾਸੇ ਨੂੰ ਜਿਹੜਾ ਉਹ ਚੱਲ ਸਕਾਂਗੇ। ਦੂਜੇ ਪਾਸੇ ਦਿੱਲੀ ਵਾਲੇ ਲੋਕਾਂ ਦੇ ਲਈ ਥੋੜ੍ਹੀ ਜਿਹੀ ਰਾਹਤ ਦੀ ਖਬਰ ਹੈ ਕਿ ਯਮੁਨਾ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਪਿਛਲੇ 4 ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਰਿਹਾ ਸੀ 3-4 ਮੀਟਰ, ਉਹ ਹੁਣ ਖਤਰੇ ਦੇ ਨਿਸ਼ਾਨ ਤੋਂ ਹੇਠ ਆ ਗਿਆ। ਚੰਗੀ ਖਬਰ ਹੈ। ਆਪਾਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਵਿੱਚੋਂ ਗੁਰਪ੍ਰੀਤ ਸਿੰਘ ਬਣਾ ਵਾਲੀ ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਵਾਲੇ ਐਮਐਲਏ ਆ, ਉਹਨਾਂ ਨੇ ਹਰਿਆਣੇ ਤੇ ਦੋਸ਼ ਲਾਇਆ ਸੀ ਕਿ ਉਹਨਾਂ ਨੇ ਬੰਨ ਪੰਜਾਬ ਵਾਲੇ ਪਾਸੇ ਨੂੰ ਤੋੜ ਕੇ ਆਪਣਾ ਬਚਾਅ ਕਰ ਲਿਆ, ਸਾਡੇ ਵਾਲੇ ਪਾਸੇ ਪਾਣੀ ਕਰਤਾ, ਨੁਕਸਾਨ ਬੜਾ ਹੋਇਆ। ਦਿੱਲੀ ਵਾਲੇ ਪਾਸੇ ਵੀ ਉਹ ਕਹਿੰਦੇ ਸੀ ਕਿ ਹਰਿਆਣੇ ਵਾਲੇ ਜਾਣ ਕੇ ਪਾਣੀ ਛੱਡਦੇ ਆ, ਸਾਨੂੰ ਤੰਗ ਕਰ ਰਹੇ ਆ। ਹੁਣ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਹਿਬ ਬੋਲੇ ਆ, ਉਹ ਕਹਿੰਦੇ ਜੀ ਦੇਖੋ ਪਹਾੜਾਂ 'ਚ ਮੀਂਹ ਪਿਆ, ਪਾਣੀ ਪਹਾੜਾਂ ਵੱਲੋਂ ਆਇਆ, ਤੇ ਜਦੋਂ ਪਾਣੀ ਪਹਾੜਾਂ ਵੱਲੋਂ ਆਇਆ ਤੇ ਫਿਰ ਭਾਈ ਅਸੀਂ ਥੋੜ੍ਹੀ ਕਿਸੇ ਪਾਸੇ ਰੋਕ ਸਕਦੇ ਹਾਂ, ਪਾਣੀ ਨੇ ਕਿਤੇ ਨਾ ਕਿਤੇ ਜਾਣਾ ਹੈ। ਉਹਨਾਂ ਨੇ ਦਿੱਲੀ ਤੇ ਪੰਜਾਬ ਦੋਨਾਂ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਗਲਤ ਬਿਆਨਬਾਜ਼ੀ ਨਾ ਕਰੋ, ਅਸੀਂ ਬਿਲਕੁਲ ਵੀ ਕਿਸੇ ਦਾ ਨੁਕਸਾਨ ਕਰਨ ਦਾ ਯਤਨ ਜਿਹੜਾ ਉਹ ਨਹੀਂ ਕੀਤਾ। ਉਹ ਕਹਿੰਦੇ ਜੀ ਆਪੋ ਆਪਣੇ ਪ੍ਰਬੰਧ ਕਰਨ ਦੇ ਵਿੱਚ ਇਹ ਅਸਫਲ ਹੋਏ ਆ। ਦਿੱਲੀ ਦੇ ਜਿਹੜੇ ਉਪ ਰਾਜਪਾਲ ਨੇ ਉਹਨਾਂ ਨੇ ਇੱਥੋਂ ਤੱਕ ਕਹਿਤਾ, ਕਹਿੰਦੇ 2 ਸਾਲ ਹੋਏ ਆ ਹੜ੍ਹ ਰੋਕੂ ਕਮੇਟੀ ਜਿਹੜੀ ਹੈ ਉਹਦੇ ਪ੍ਰਧਾਨ ਮੁੱਖ ਮੰਤਰੀ ਹੁੰਦੇ ਅਰਵਿੰਦ ਕੇਜਰੀਵਾਲ, 2 ਸਾਲ ਤੋਂ ਕਹਿੰਦੇ ਇੱਕ ਵੀ ਮੀਟਿੰਗ ਨਹੀਂ ਹੋਈ। ਤੁਸੀਂ ਦੇਖੋ ਆਪਾ ਵਿਰੋਧ ਕਿੰਨਾ ਸੰਧਾਲੀਆ ਸਾਹਿਬ। ਉਪ ਰਾਜਪਾਲ ਦਾ ਦਫ਼ਤਰ
ਬਿਆਨ ਜਾਰੀ ਕਰਦਾ ਹੈ ਕਿ 2 ਸਾਲ ਤੋਂ ਹੜ੍ਹ ਰੋਕੂ ਕਮੇਟੀ ਦੀ ਮੀਟਿੰਗ ਨਹੀਂ ਹੋਈ ਤੇ ਉਹਦੇ ਮੁਖੀ ਕੇਜਰੀਵਾਲ ਸਾਹਿਬ ਨੇ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਜੇ 20 ਦਿਨ ਵੀ ਨਹੀਂ ਹੋਈ ਉਹਦੀ ਮੀਟਿੰਗ ਕੀਤੀ ਗਈ ਹੈ ਤੇ ਮੰਤਰੀ ਬੀਬੀ ਆਤਸ਼ੀ ਸਿੰਘ ਨੇ ਉਹਦੀ ਪ੍ਰਧਾਨਗੀ ਕੀਤੀ ਹੈ। ਹੁਣ ਸੰਧਾਲੀਆ ਸਾਹਿਬ ਬੰਦੇ ਤਾਂ ਸਾਰੇ ਤੁਹਾਡੇ ਹੀ ਨੇ, ਸੱਚ ਕਿਹਦਾ ਮੰਨੀਏ ਤੇ ਝੂਠ ਕਿਹਦਾ ਮੰਨੀਏ ਸਮਝੋ ਬਾਹਰ ਨੇ। ਦੇਖੋ ਬੰਦਿਆਂ ਦੀ ਸੁਣ ਲਓ, ਹੁਣ ਹਰਿਆਣੇ ਵਾਲੇ ਆਖੀ ਜਾਂਦੇ ਨੇ ਵੀ ਸਾਡਾ ਕਸੂਰ ਕੋਈ ਨਹੀਂ ਜੀ, ਅਸੀਂ ਪ੍ਰਬੰਧ ਨਹੀਂ ਕਰ ਰਹੇ ਹਾਂ, ਬਾਕੀ ਸਾਰੇ ਪ੍ਰਬੰਧ ਨਹੀਂ ਕਰ ਰਹੇ। ਹੁਣ ਉੱਥੋਂ ਦੇ ਗ੍ਰਹਿ ਮੰਤਰੀ ਆ ਅਨਿਲ ਵਿਜ ਸਾਹਿਬ ਦੀ ਕੋਠੀ ਜਾਂ ਜਿਹੜਾ ਘਰ ਆ ਉਹਨਾਂ ਦਾ, ਉਹਦੇ ਵਿੱਚ ਵੀ 1.5 2 ਫੁੱਟ ਪਾਣੀ ਆ ਪੂਰੀ। ਈਵਨ ਉਹਨਾਂ ਦੇ ਘਰ ਟੱਬਰ ਨੂੰ ਹੀ ਕਿਸ਼ਤੀ 'ਚ ਭਾਈ ਫਿਰਦੇ। ਹੁਣ ਜੇ ਪ੍ਰਬੰਧ ਮੰਤਰੀ ਸਾਹਿਬ ਦੇ ਆਪਣੇ ਘਰ 'ਚ ਨਹੀਂ ਹੈਗਾ ਤੇ ਹੋਰ ਤਾਂ ਕਿੱਥੇ ਪ੍ਰਬੰਧ ਹੋਣਾ। ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਲੀਡਰ ਉਨੀ ਕੁ ਗੱਲ ਜ਼ਰੂਰ ਮੰਨ ਲਿਆ ਕਰਨ ਵੀ ਯਾਰ ਸਾਡੀ ਇੰਨੀ ਕੁ ਔਕਾਤ ਆ ਬੰਦੇ ਦੇ ਤੌਰ 'ਤੇ, ਇਨਸਾਨ ਦੇ ਤੌਰ 'ਤੇ, ਸਰਕਾਰਾਂ ਦੇ ਤੌਰ 'ਤੇ। ਪਰ ਜਿੱਥੇ ਕੁਦਰਤ ਕਹਿਰਵਾਨ ਹੋ ਜੇ ਨਾ, ਜਿੱਥੇ ਮੰਨ ਲਓ ਕੁਦਰਤ ਬਲਵਾਨ ਹੋ ਜਾਵੇ, ਉੱਥੇ ਮੰਨ ਵੀ ਲੈਣਾ ਚਾਹੀਦਾ ਵੀ ਸਾਡੇ ਉਨੇ ਪ੍ਰਬੰਧ ਹੀ ਨਹੀਂ ਸੀ। ਉਹ ਭਾਵੇਂ ਕੋਈ ਸਟੇਟ ਆ, ਕੋਈ ਸਰਕਾਰ ਆ, ਵੀ ਇਹਦੇ ਲਈ ਭਵਿੱਖ ਦੇ ਵਿੱਚ ਕੋਈ ਨਾ ਕੋਈ ਯੋਜਨਾਬੰਦੀ ਕਰਨ ਦੀ ਲੋੜ ਹੈ। ਜੇ ਅਸੀਂ ਕਰ ਲਾਂਗੇ, ਇਹੋ ਜਿਹੇ ਪਾਣੀ ਨੂੰ ਕਿਤੇ ਨਾ ਕਿਤੇ ਸਾਂਭ ਲਾਂਗੇ ਜਾਂ ਸਹੀ ਰਸਤੇ ਬਾਹਰ ਕੱਢ ਦਿਆਂਗੇ ਜਾਂ ਸਹੀ ਰਸਤੇ ਰਾਹ 'ਚੋਂ ਅੱਗੇ ਤੋਰ ਦਿਆਂਗੇ, ਫਿਰ ਤੇ ਹੋ ਸਕਦਾ। ਤੇ ਜੇ ਆਪਾਂ ਇਹੋ ਆਖਣਾ ਵੀ ਤੂੰ ਫਲਾਨਿਆਂ ਇਹਦੇ ਵੱਲ ਉਂਗਲ ਕਰਦੇ, ਅਗਲਾ ਦੂਸਰੇ ਵੱਲ ਕਰੀ ਜਾਵੇ, ਉਦੋਂ ਅਗਲਾ ਦੂਸਰੇ ਵੱਲ 2 ਉਂਗਲਾਂ ਕਰੀ ਜਾਵੇ, ਉਹ ਤਾਂ ਫਿਰ ਲੜਾਈ ਆ। ਉਹਦੇ 'ਚ ਵੱਧ ਤੋਂ ਵੱਧ ਲੋਕ ਉੱਲੂ ਬਣ ਸਕਦੇ ਵੀ ਅੱਛਾ ਸਾਡੇ ਵਾਲਾ ਲੀਡਰ ਮੈਨੂੰ ਠੀਕ ਜਾਪਦਾ, ਦੂਜਾ ਗਲਤ ਜਾਪਦਾ, ਦੂਜੇ ਵਾਲਾ ਨੂੰ ਉਹਨਾਂ ਨੂੰ ਆਪਣਾ ਲੀਡਰ ਠੀਕ ਜਾਪੀ ਜਾਊਗਾ, ਦੂਸਰਾ ਗਲਤ ਜਾਪੀ ਜਾਊਗਾ। ਪਰ ਨੁਕਸਾਨ ਕੁੱਲ ਮਿਲਾ ਕੇ ਹਰੇਕ ਦਾ ਤੇ ਪੂਰੀ ਦੁਨੀਆ ਦਾ। ਇੱਕ ਗੱਲ ਜ਼ਰੂਰ ਮੈਂ ਇੱਥੇ ਕਹਿਣੀ ਚਾਹੁੰਦਾ ਕਿ ਵੀ ਜਿੱਦਾਂ ਹੁਣ ਗ੍ਰਹਿ ਮੰਤਰੀ ਸਾਹਿਬ ਨੇ ਮੇਰਾ ਖਿਆਲ ਕੱਲ੍ਹ 17 ਨੂੰ 8-10 ਰਾਜਾਂ ਦੇ ਜਿੱਥੇ ਵੀ ਇਹ ਸਾਰਾ ਪ੍ਰਭਾਵਿਤ ਹੋਇਆ ਕੰਮ, ਉਹਨਾਂ ਦੀ ਮੀਟਿੰਗ ਸੱਦੀ ਹੈ। ਹੁਣ ਉੱਥੇ ਚਾਹੇ ਵੀਡੀਓ ਕਾਨਫਰੰਸਿੰਗ ਜ਼ਰੀਏ ਸਾਰੇ ਮੁੱਖ ਮੰਤਰੀਆਂ ਨੇ, ਈਵਨ ਰਾਜਪਾਲ ਸਾਹਿਬਾਨਾਂ ਨੇ ਵੀ ਉੱਥੇ ਜਿਹੜਾ ਉਹ ਹਾਜ਼ਰੀ ਲਵਾਉਣੀ ਆ। ਉੱਥੇ ਲੜਾਈ ਨਾ ਪਾ ਕੇ ਬਹਿ ਜਾਣ ਕਿਤੇ ਇਸ ਚੀਜ਼ ਦੀ ਵੀ ਜਿਹੜੀ ਗੱਲ ਹੁਣ ਇਹ ਆਪਸ 'ਚ ਅਖਬਾਰਾਂ ਰਾਹੀਂ ਜਾਂ ਮੀਡੀਆ ਰਾਹੀਂ ਗੱਲ ਕਰਦੇ ਆ ਵੀ ਹਿਮਾਚਲਾਂ ਦਾ ਵੀ ਉਹ ਜੀ ਸਾਡਾ ਨੁਕਸਾਨ ਹੋ ਗਿਆ ਜੀ। ਉਦੋਂ ਬਾਅਦ ਪੰਜਾਬ ਵਾਲੇ ਹਿਮਾਚਲ ਨੂੰ ਕੋਸੀ ਜਾਣ, ਹਰਿਆਣੇ ਵਾਲੇ ਪੰਜਾਬ ਅਤੇ ਹਿਮਾਚਲ ਦੋਵਾਂ ਨੂੰ ਕੋਸੀ ਜਾਣ, ਦਿੱਲੀ ਵਾਲੇ ਗਾਂ ਤਿੰਨਾਂ ਨੂੰ ਹੀ ਕੋਸੀ ਜਾਣ ਵੀ ਇਹਨਾਂ ਦਾ ਕਸੂਰ ਆ ਜੀ। ਇਸ ਕਰਕੇ ਉੱਥੇ ਸਗੋਂ ਇਹ ਬੇਨਤੀ ਕਰਨੀ ਚਾਹੀਦੀ ਹੈ ਵੀ ਦੇਖੋ ਜੀ, ਐਜ਼ ਏ ਦੇਸ਼, ਐਜ਼ ਏ ਮੁਲਕ, ਤੁਸੀਂ ਆਪ ਹਿਸਾਬ ਕਿਤਾਬ ਲਾਓ ਵੀ ਕਿੱਥੇ ਕਿਹੜੇ ਸਟੇਟ ਦੇ ਵਿੱਚ ਪਾਣੀ ਪੈਂਦਾ, ਮੀਂਹ ਪੈਂਦਾ, ਉੱਥੋਂ ਪਾਣੀ ਕਿੱਧਰ ਨੂੰ ਜਾਂਦਾ, ਕਿੱਥੇ ਉਹ ਨੁਕਸਾਨ ਕਰਦਾ। ਜਿਨ੍ਹਾਂ ਨੂੰ ਨੁਕਸਾਨ ਝੱਲਣਾ ਪੈਂਦਾ, ਪਾਣੀ ਦਾ ਹੱਕ ਵੀ ਉਹਨਾਂ ਨੂੰ ਦਈਏ ਤਾਂ ਜੋ ਲੋਕਾਂ ਨੂੰ ਇੰਨਾ ਕੁ ਆਸਰਾ ਰਹੇ ਕਿ ਜੇ ਇਸ ਪਾਣੀ ਦਾ ਅਸੀਂ ਨੁਕਸਾਨ ਝੱਲਦੇ ਹਾਂ ਅਤੇ ਇਹਦਾ ਬਾਅਦ ਦੇ ਵਿੱਚ ਸਾਲਾਂ ਬੱਧੀ ਸਾਨੂੰ ਫਾਇਦਾ ਮੁਨਾਫਾ ਵੀ ਹੁੰਦਾ। ਉੱਥੇ ਸਗੋਂ ਕੋਈ ਨਾ ਕੋਈ ਪੋਜ਼ੀਟਿਵ ਹੱਲ ਕੱਢਣ ਦੀ ਕੋਸ਼ਿਸ਼ ਕਰਿਓ। ਕਿਤੇ ਇਹ ਨਾ ਹੋਵੇ ਵੀ ਆਪਸ ਦੇ ਵਿੱਚ ਖਹਿਬਾਜ਼ੀ ਹੁੰਦੀ ਰਹੇ ਅਤੇ ਅਗਲੇ ਬੰਦੇ ਨੇ ਵੀ ਵੱਧ ਤੋਂ ਵੱਧ ਘੰਟਾ 1.5 ਘੰਟਾ ਗੱਲ ਸੁਣਨੀ ਹੁੰਦੀ ਆ ਵੀ ਹਾਂ ਠੀਕ ਹੈ ਤੁਸੀਂ ਪਾ ਲਿਆ ਰੌਲਾ। ਉਹ ਕਹਿਣਗੇ ਵੀ ਕੋਈ ਨਹੀਂ, ਅਸੀਂ ਵੀ ਸੋਚ ਕੇ ਦੱਸਾਂਗੇ। ਜੇ ਸੋਚ ਕੇ ਦੱਸਣ ਦੇ ਵਿੱਚ ਗੱਲ ਰਹਿ ਗਈ ਤਾਂ ਫਿਰ ਲੋਕਾਂ ਦਾ ਫਾਇਦਾ ਕੋਈ ਨਹੀਂ। ਸੰਧਾਲੀਆ ਸਾਹਿਬ ਬੜੀ ਕਲੀਅਰ ਹੈ। ਸ਼ਾਹ ਸਾਹਿਬ ਤੇ ਮਾਨ ਸਾਹਿਬ ਦੀ ਜਿਹੜੀ ਮੀਟਿੰਗ ਹੈ ਦੇਸ਼ ਦੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ, ਬੜੀ ਇੰਪੋਰਟੈਂਟ ਹੈ। ਜਦੋਂ ਹੜ੍ਹ ਆਇਆ, ਜਦੋਂ ਸਾਡੀ ਫਸਲ ਤਬਾਹ ਆ, ਜਦੋਂ ਸਾਡਾ ਪਸ਼ੂ ਧਨ ਤਬਾਹ ਹੋ ਗਿਆ, ਜਦੋਂ ਸਾਡੇ ਕੋਲੇ ਖਾਣ ਪੀਣ ਨੂੰ ਚਾਰਾ ਜਿਹੜਾ ਪਸ਼ੂਆਂ ਦੇ ਲਈ ਘੱਟ ਬਚਿਆ, ਲੋਕਾਂ ਦਾ ਨੁਕਸਾਨ ਹੋਇਆ, ਸਰਕਾਰੀ ਇਮਾਰਤਾਂ ਦਾ ਨੁਕਸਾਨ ਹੋਇਆ, ਬਹੁਤ ਨੁਕਸਾਨ ਹੈ। ਕਿਤੇ ਚੰਗੇ ਤਰੀਕੇ ਆਪਸ ਦੇ ਵਿੱਚ ਗੱਲਬਾਤ ਕਰਨ, ਕਿਤੇ ਹੋ ਜਾਵੇ ਕੇਂਦਰ ਤੇ ਸੂਬੇ ਦੇ ਰਾਹ ਪੱਧਰੇ ਹੋ ਜਾਣ ਇੱਕ ਟਰੈਕ ਦੇ ਉੱਤੇ, ਤੇ ਇਹ ਨਹੀਂ ਜਾਣਦੇ ਕਿ 3.25 ਕਰੋੜਾਂ ਲੋਕਾਂ ਨੂੰ ਰਾਹਤ ਕਿੱਡੀ ਵੱਡੀ ਹੋਊਗੀ। ਇਸ ਕਰਕੇ ਸਿਆਸੀ ਨਾ ਹੋਵੇ, ਮੀਟਿੰਗ ਅਹਿਮ ਹੈ, ਮੀਟਿੰਗ ਇੰਪੋਰਟੈਂਟ ਹੈ, ਸਿੱਟੇ ਵਧੀਆ ਨਿਕਲਣ ਤਾਂ ਕਿਆ ਬਾਤਾਂ ਹੋ ਜਾਣ ਜੀ। ਚਲੋ ਆਸ ਉਮੀਦ ਕਰਦੇ ਹਾਂ ਜੀ ਵੀ ਇਹ ਜ਼ਰੂਰ ਰਲ ਮਿਲ ਕੇ ਬੈਠਣਗੇ। ਵਾਟ ਸਾਹਿਬ ਤੁਸੀਂ ਸਮਾਂ ਕੱਢਿਆ, ਬੜਾ ਧੰਨਵਾਦ ਜੀ ਤੁਹਾਡਾ। ਸ਼ੁਕਰੀਆ ਜੀ ਸੰਧਾਲੀਆ ਸਾਹਿਬ, ਬਹੁਤ ਮਿਹਰਬਾਨੀ, ਧੰਨਵਾਦ। ਉਹ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।